ਸਾਨੂੰ ਪ੍ਰੈਕਟੀਕਲ ਕਰਕੇ ਦਿਖਾਏਂਗੇ ਕਿ ਇੱਕ ਬੰਦਾ ਕਿੰਨਾ ਕਰੰਟ ਜਿਹੜਾ ਉਹ ਸਹਿ ਸਕਦਾ। ਇਹ ਹੁਣ ਸਾਨੂੰ ਦਿਖਾਉਣਗੇ ਕਿ ਜਿਹੜਾ ਬੰਦੇ ਦੇ ਵਿੱਚ ਦੀ ਕਰੰਟ ਲੰਘਦਾ ਉਹ ਤੋਂ ਬਾਅਦ ਬੱਲਬ ਕਿਵੇਂ ਮੱਚਦਾ। ਤੇ ਹੁਣ ਮਤਲਬ ਜਿਵੇਂ ਕਹਿੰਦੇ ਕੀੜੀਆਂ ਜਿਹੀਆਂ ਲੜਦੀਆਂ ਹੁੰਦੀਆਂ ਨੇ ਜੀ, ਉਵੇਂ ਹੋ ਗਿਆ ਸ਼ੁਰੂ ਲੱਗਣਾ। ਹਾਂ, ਪਰ ਹਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੱਲਬ ਆ ਉਹ ਵੀ ਪੂਰਾ ਮੱਚ ਗਿਆ ਤੇ ਇਹਨਾਂ ਨੂੰ ਇਹ ਕਹਿੰਦੇ ਥੋੜ੍ਹੀਆਂ ਕੀੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਹ ਹਰੇਕ ਬੰਦੇ ਦੀ ਐਵੇਂ ਹੁੰਦਾ, ਕਿਸੇ ਕਿਸੇ ਦੀ ਬੋਡੀ ਦਾ ਫਰਕ ਹੁੰਦਾ ਜੀ, ਮਾੜਾ ਮੋਟਾ ਕਰੰਟ ਸਹਿ ਸਕਦਾ ਬੰਦਾ। ਬੋਡੀ ਦਾ ਫਰਕ ਹੈ ਜੀ, ਸੈਂਸਿਟੀਵਿਟੀ ਹੈ। ਜਿਹੜੇ ਬੱਚੇ ਜ਼ਿਆਦਾ ਮਹਿਸੂਸ ਕਰਦੇ ਨੇ ਉਹ ਤਾਂ ਕਈ ਵਾਰ ਤੁਸੀਂ ਯਕੀਨ ਮੰਨਿਓ ਅਸੀਂ ਸੁੱਚ ਲਾਈ ਨਹੀਂ ਪਹਿਲੀ ਕਰ ਦਿੰਦੇ ਨੇ, ਬੰਦ ਕਰ ਦਿਓ ਜੀ। ਇਹ ਜਿਹੜੀ ਮਸ਼ੀਨ ਸ਼ੁਰੂ ਹੋ ਗਈ ਆ, ਦੇਖੋ ਤੁਸੀਂ ਪਰਦੇ ਦੇ ਉੱਤੇ ਜਿਹੜੀ ਫਿਲਮ ਆ ਉਹ ਬਣ ਰਹੀ ਆ। ਹੁਣ ਦੇਖ ਸਕਦੇ ਹੋ ਤੁਸੀਂ ਕਿੰਨਾ ਸਮਾਂ ਲੱਗਿਆ। ਕੋਈ ਮਕੈਨਿਕ ਬਾਹਰੋਂ ਬੁਲਾਇਆ, ਤੁਸੀਂ ਆਪੇ ਸਾਰਾ ਇਹਦੇ ਨਾਲ ਮੱਥਾ ਮਾਰ ਕੇ ਆਪੇ ਜਲਦੀ ਕਰੀ ਆਏ। ਇਹਦੀ ਥਿਊਰੀ ਸਮਝ ਕੇ ਚਲੋ ਅਸੀਂ ਇੰਜੀਨੀਅਰਿੰਗ ਨਾਲ ਜੁੜੇ ਹੋਏ ਤੇ ਹੌਲੀ ਹੌਲੀ ਇਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਤਕਰੀਬਨ ਸਾਨੂੰ 3 ਤੋਂ 4 ਮਹੀਨੇ ਦਾ ਵਕਤ ਲੱਗਿਆ ਤੇ ਇਹਨੂੰ ਚਾਲੂ ਕਰਨ। ਇੱਧਰ ਜਿਹੜੇ ਰੇਡੀਓ ਪਏ ਨੇ ਜਾਂ ਕੋਈ ਵੀ ਫਿਲਮਾਂ ਪਈਆਂ ਨੇ, ਇਹ ਕੀ ਚੀਜ਼ਾਂ ਨੇ, ਇਹ ਸਾਨੂੰ ਦੱਸੋ ਮਾੜਾ ਜਿਹਾ। ਵਿਗਿਆਨਕ ਵਿਰਸਾ ਇੱਕ ਵਿਰਸਾ ਉਹ ਹੈ ਜਿੱਥੇ ਲੋਕ ਮੰਜੇ ਪੀੜ੍ਹੀਆਂ ਇਕੱਠੇ ਕਰਕੇ ਰੱਖਦੇ ਨੇ ਵੀ ਪੁਰਾਣੇ ਜ਼ਮਾਨੇ ਦੇ ਤੇ, ਪਰ ਇਹ ਜਿਹੜੀ ਸਾਨੂੰ ਜ਼ਰੂਰਤ ਤਾਂ ਹੈ ਕਿਉਂਕਿ ਇਹ ਚੀਜ਼ਾਂ ਅੱਜ ਵੀ ਚੱਲਦੀਆਂ ਨੇ। ਇੱਕ ਮਿਊਜ਼ੀਅਮ ਤੇ ਸਾਇੰਸ ਲੈਬ ਦਾ ਇੱਕੋ ਹੀ ਫਰਕ ਹੁੰਦਾ ਹੈ ਵੀ ਇੱਥੇ ਹਰ ਚੀਜ਼ ਵਰਕਿੰਗ 'ਚ ਹੈ। ਉਹ ਸਾਡਾ ਦੱਸਣਾ ਸੀ ਵੀ ਰੇਡੀਓ ਕਿਸ ਤਰ੍ਹਾਂ ਚੱਲਦਾ ਸੀ। ਹੁਣ ਵੀ ਜਿਹੜੇ ਪੁਰਾਣੇ ਲੋਕ ਹੁੰਦੇ ਨੇ ਵੀ ਹਾਂ ਇਹ ਉਹੀ ਆਵਾਜ਼ ਹੈ ਜਿਹੜੀ ਅਸੀਂ ਕਦੇ ਬਚਪਨ 'ਚ ਸੁਣੀ ਸੀ, ਪਰ ਇੱਥੇ ਸਾਡਾ ਮਕਸਦ ਇਹ ਦੱਸਣਾ ਵੀ ਇਹ ਟਿਊਬਾਂ ਨਾਲ ਕੰਮ ਕਿਵੇਂ ਹੁੰਦਾ ਸੀ। ਇਹ ਜੇ ਅਸੀਂ ਸਾਨੂੰ ਹੁਣ ਚਲਾ ਕੇ ਦਿਖਾਉਣਗੇ ਇਹ ਮਸ਼ੀਨ, ਤੇ ਕਿਵੇਂ ਜਿਹੜਾ ਬਿਨਾਂ ਬਿਜਲੀ ਤੋਂ, ਬਿਨਾਂ ਸੈੱਲਾਂ ਤੋਂ, ਬਿਨਾਂ ਬੈਟਰੀ ਤੋਂ, ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਲਬ ਜਿਹੜਾ ਐਡੀਸਨ ਸਾਹਿਬ ਨੇ ਸਭ ਤੋਂ ਪਹਿਲਾਂ ਬੱਲਬ ਬਣਾਇਆ ਤੇ ਦੁਨੀਆ ਤੇ, ਇਹ ਉਸ ਬੱਲਬ ਦੀ ਕਾਪੀ ਹੈ ਜੀ। ਬਹੁਤ ਵੱਡਾ ਕੰਮ ਆ ਇਹ, ਜਿਹੜਾ ਤੁਸੀਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਤੇ ਪ੍ਰੈਕਟੀਕਲ ਕਰ ਰਹੇ ਹੋ, ਤੇ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਉਹਨਾਂ ਤੋਂ ਫੀਸ ਵੀ ਲੈ ਰਹੇ। ਕੋਈ ਤੁਹਾਡੇ ਕੋਲੇ ਆਇਆ ਹੋਵੇ ਵੀ ਅਸੀਂ ਬਾਬਾ ਨਾਨਕ ਦੇ ਪੈਰੋਕਾਰ ਹਾਂ, ਬਾਬਾ ਨਾਨਕ ਨੂੰ ਕਿਸੇ ਨੇ ਸਨਮਾਨਿਤ ਨਹੀਂ ਸੀ ਕੀਤਾ, ਤੇ ਅਸੀਂ ਉਹ ਚੀਜ਼ਾਂ ਬਾਰੇ ਕਿਵੇਂ ਸੋਚ ਸਕਦੇ ਹਾਂ। ਸਨਮਾਨਿਤ ਕਰਨਾ ਕਰਾਉਣਾ ਇੱਕ ਬੇਮੈਨੀ ਗੱਲ ਹੈ। ਕਦੋਂ ਇਹਨਾਂ ਨੇ ਇਹ ਲੈਬ ਦੀ ਸ਼ੁਰੂਆਤ ਕੀਤੀ ਸੀ, ਤੇ ਇੱਧਰ ਇਲੈਕਟ੍ਰੋਨਿਕ ਵਾਲੇ ਇਹਨਾਂ ਦਾ ਇੰਟਰਸਟ ਆ ਜਿਹੜਾ ਉਹ ਕਦੋਂ ਪਿਆ ਸੀ। ਮੈਂ ਤਕਰੀਬਨ ਸੰਨ 80 ਦੇ ਵਿੱਚ ਇਸ ਪ੍ਰੋਫੈਸ਼ਨ 'ਚ ਆਇਆ, ਪਰ ਸ਼ੁਰੂ ਤੋਂ ਹੀ ਨਾਲ ਕੰਮ ਸਿਖਾਉਣ ਦੇ ਲਗਨ ਲੱਗੇ ਰਹੇ। ਪਰ ਕਿਤੇ ਨਾ ਕਿਤੇ ਲੰਬਾ ਟਾਈਮ ਮੈਂ ਮਹਿਸੂਸ ਕਰਦੇ ਰਹੇ ਵੀ ਕੰਮ ਸਿਖਾਉਣ ਵਾਸਤੇ ਇੱਕ ਅਲੱਗ ਪਲੇਟਫਾਰਮ ਚਾਹੀਦਾ ਤੇ ਕੰਮ ਕਰਨ ਵਾਸਤੇ ਇੱਕ ਅਲੱਗ ਪਲੇਟਫਾਰਮ ਚਾਹੀਦਾ। ਸਾਡੇ ਕੋਲੇ ਜਿਹੜੇ ਦੂਰੋਂ ਪਾਰੋਂ ਬੱਚੇ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ, ਉਹਨਾਂ ਨੂੰ ਖਾਣਾ ਵੀ ਇਹੀ ਸੰਸਥਾ ਦਿੰਦੀ ਹੈ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕਰਦੀ ਹੈ। ਕੁੜੀਆਂ ਦਾ ਬਕਾਇਦਾ ਹੋਸਟਲ ਬਣਿਆ ਹੋਇਆ ਹੈ। ਅਸੀਂ ਕਹਿੰਦੇ ਵੀ ਜੋ ਤੁਹਾਡੇ ਕੋਲੇ ਨਖਿੱਧ ਹੈ, ਜ਼ੀਰੋ ਹੈ, ਜਾਂ ਤੁਸੀਂ ਕਹਿੰਦੇ ਵੀ ਇਹ ਬੱਚਾ ਚੱਲ ਹੀ ਨਹੀਂ ਸਕਦਾ, ਸਾਨੂੰ ਉਹ ਬੱਚੇ ਦਿਓ, ਅਸੀਂ ਤੁਹਾਨੂੰ ਉਹੀ ਚਲਾ ਕੇ ਦਿਖਾਵਾਂਗੇ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਅੱਜ ਅਸੀਂ ਖੜ੍ਹੇ ਹਾਂ ਧੂਰੀ ਦੇ ਪਿੰਡ ਕੱਕੜਵਾਲ ਵਿਖੇ, ਜਿੱਥੇ ਇੱਕ ਖੇਤਾਂ ਦੇ ਵਿੱਚ ਜਿਹੜੀ ਉਹ ਇਲੈਕਟ੍ਰੋਨਿਕ ਲੈਬ ਬਣਾਈ ਗਈ ਹੈ। ਮਰਹਾੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਲੈਬ ਆ ਉਹ, ਜਿਹਦੇ ਵਿੱਚ ਕਿ 9 ਲੈਬਾਂ ਬਣਾਈਆਂ ਗਈਆਂ ਨੇ, ਜਿਹਦੇ ਵਿੱਚ ਹਰੇਕ ਕਿਸਮ ਦੀ ਜਿਹੜੀ ਆ ਉਹ ਤਕਨੀਕ ਜਿਹੜੀ ਆ ਉਹ ਬੱਚਿਆਂ ਨੂੰ ਦੱਸੀ ਜਾਂਦੀ ਹੈ, ਅਤੇ ਉੱਥੋਂ ਕਈ ਚੀਜ਼ਾਂ ਜਿਹੜੀਆਂ ਤਿਆਰ ਵੀ ਕੀਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਗ੍ਰਿਡ, ਸਿਨੇਮਾ, AC, ਜਿਹੜੀਆਂ ਆਪਣੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ,
ਜਾਂ ਆਪਣੀਆਂ ਪਾਵਰ ਜਿਹੜੀ 11,000 ਵੋਲਟੇਜ ਲਾਈਨ ਲੰਘਦੀ ਆ ਉਹ ਵੀ ਜਿਹੜੀ ਲੈਬ ਦੇ ਵਿੱਚ ਦਿਖਾਈ ਜਾਂਦੀ ਆ। ਉਹ ਬੱਚਿਆਂ ਨੂੰ ਹਰੇਕ ਚੀਜ਼ ਆ ਜਿਹੜੀ ਪ੍ਰੈਕਟੀਕਲ ਦਿਖਾਈ ਜਾਂਦੀ ਆ। ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਇੰਸ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਇਲੈਕਟ੍ਰੋਨਿਕ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੋਂ ਬੱਚੇ ਨੇ ਜਿਹੜੇ ਉਹ ਤਕਰੀਬਨ ਭੱਜਦੇ ਹੁੰਦੇ ਨੇ, ਉਹ ਸਿੱਖਣ ਤੋਂ ਡਰਦੇ ਹੁੰਦੇ ਨੇ। ਪਰ ਜਦੋਂ ਉਹਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਤਾਂ ਉਹਨਾਂ ਨੂੰ ਬਹੁਤ ਹੀ ਜਿਹੜਾ ਉਹ ਕਹਿ ਦਈਏ ਆਪਾਂ ਸਰਲ ਤਰੀਕੇ ਦੇ ਨਾਲ ਉਹ ਪੜ੍ਹਾਇਆ ਜਾਂਦਾ ਤਾਂ ਦੇਖਦਾ ਉਹ ਚੰਗੇ ਤਰੀਕੇ ਨਾਲ ਕਰ ਸਕਦਾ। ਆਓ ਆਪਾਂ ਗੱਲਬਾਤ ਕਰਦੇ ਹਾਂ ਹੁਣ ਇੱਥੇ ਅੰਦਰ ਜਾ ਕੇ ਦੇਖਦੇ ਹਾਂ ਕਿ ਉਹਦੀ ਸ਼ੁਰੂਆਤ ਕਰਦੇ ਹਾਂ ਆਪਾਂ। ਹੁਣ ਗੇਟ ਦੇਖਦੇ ਹਾਂ ਆਪਾਂ। ਇਹਨਾਂ ਨੇ ਜਿਹੜਾ ਗੇਟ ਆ ਨਾ ਇਹ ਵੀ ਕਹਿੰਦੇ ਆਪਣੇ ਆਪ ਖੁੱਲ੍ਹਦਾ। ਇਹ ਜਿਹੜੀ ਟੈਕਨੋਲੋਜੀ ਦੀ ਸ਼ੁਰੂਆਤ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਆ, ਮੇਨ ਗੇਟ ਦੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੇਟ ਆ ਜਦ ਅਸੀਂ ਲਵੇ ਆਏ ਤਾਂ ਗੇਟ ਆਪਣੇ ਆਪ ਜਿਹੜਾ ਉਹ ਗੇਟ ਖੁੱਲ੍ਹਦਾ। ਇਹ ਕੋਈ ਅਸੀਂ ਫੋਰਨ ਕੰਟਰੀ ਦੇ ਵਿੱਚ ਨਹੀਂ ਖੜੇ, ਅਸੀਂ ਪੰਜਾਬ ਦੇ ਧੂਰੀ ਕਸਬੇ ਦੇ ਜਿਹੜੇ ਵਿੱਚ ਕੱਕੜਵਾਲ ਜਿਹੜਾ ਪਿੰਡ ਆ ਉੱਥੇ ਖੜੇ ਆ। ਉੱਥੋਂ ਦੇ ਜੈ ਸਿੰਘ ਨੇ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਆ ਉਹ ਜਿਹੜੀ ਬਿਲਡਿੰਗ ਬਣਾਈ ਆ ਇੱਥੇ ਤੇ 9 ਲੈਬਾਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਨੇ। ਜਿਹੜੇ ਕਿ ਅਸੀਂ ਜੇ ਗੱਲ ਕੀਤੀ ਜਾਵੇ ਤਾਂ ਉਹ ਕੋਈ ਬਾਹਲੇ ਪੜ੍ਹੇ ਲਿਖੇ ਵੀ ਨਹੀਂ ਹੈਗੇ, ਕੋਈ ਬਾਹਰੋਂ ਨਹੀਂ ਆਈ ਪੜ੍ਹ ਕੇ, ਉਹ ਪੜ੍ਹੇ ਵੀ ਦੱਸੇ ਨੇ ਤੇ ਇੱਕ ਜ਼ਿਮੀਂਦਾਰ ਪਰਿਵਾਰ 'ਚੋਂ ਨੇ ਜਿਨ੍ਹਾਂ ਦਾ ਸਾਰਾ ਕੀ ਇਲੈਕਟ੍ਰੋਨਿਕ ਦੇ ਨਾਲ ਇੱਕ ਪਿਆਰ ਹੁੰਦਾ ਜਿਹੜਾ ਬੰਦੇ ਦਾ। ਕਰੰਟ ਵੀ ਉਹਨਾਂ ਨੇ ਵੀ ਕਈ ਵਾਰੀ ਖਾਧਾ ਜਿਹਦੇ ਨਾਲ ਉਹ ਇੱਕ ਵਾਰੀ ਜਮੀ ਸਰੀਰ ਉਹਨਾਂ ਦਾ ਜਲ ਵੀ ਗਿਆ ਸੀ। ਉਹ ਤੋਂ ਬਾਅਦ ਸਾਰਾ ਤਿਆਰ ਹੋਇਆ। ਕਹਿੰਦੇ ਬੰਦਾ ਜਿਹੜੇ ਕੰਮ ਦੇ ਨਾਲ ਬਾਹ ਪੈਂਦਾ, ਜਦੋਂ ਉਹਦੇ ਨਾਲ ਚੰਗੀ ਤਰ੍ਹਾਂ ਬਾਹ ਪੈਂਦਾ ਤਾਂ ਹੀ ਉਹ ਤੋਂ ਕੁਝ ਸਿੱਖਦਾ। ਉਹਨਾਂ ਨੇ ਬਹੁਤ ਕੁਝ ਸਿੱਖਿਆ। ਆਓ ਗੱਲਬਾਤ ਕਰਾਂਗੇ ਉਹਨਾਂ ਨਾਲ, ਜੈ ਸਿੰਘ ਜੀ ਨਾਲ ਹੁਣ ਤੁਹਾਡੀ ਗੱਲਬਾਤ ਕਰਾਵਾਂਗੇ। ਸਾਡੇ ਨਾਲ ਨੇ ਜੈ ਸਿੰਘ ਜੀ, ਗੱਲਬਾਤ ਕਰਦੇ ਆ ਉਹਨਾਂ ਨਾਲ ਇਸ ਲੈਬ ਬਾਰੇ ਕਿ ਕਦੋਂ ਇਹਨਾਂ ਨੇ ਇਹ ਲੈਬ ਦੀ ਸ਼ੁਰੂਆਤ ਕੀਤੀ ਸੀ ਤੇ ਇੱਧਰ ਇਲੈਕਟ੍ਰੋਨਿਕ ਵਾਲੇ ਇਹਨਾਂ ਦਾ ਇੰਟਰਸਟ ਆ ਜਿਹੜਾ ਉਹ ਕਦੋਂ ਪਿਆ ਸੀ। ਜੈ ਸਿੰਘ ਜੀ, ਤੁਹਾਡਾ ਸਾਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਤੇ ਜਿਹੜਾ ਵੀਰ ਦਾ ਸਵਾਲ ਹੈ, ਮੈਂ ਤਕਰੀਬਨ ਸਨ 80 ਦੇ ਵਿੱਚ ਇਸ ਪ੍ਰੋਫੈਸ਼ਨ 'ਚ ਆਇਆ, ਪਰ ਸ਼ੁਰੂ ਤੋਂ ਹੀ ਨਾਲ ਕੰਮ ਸਿਖਾਉਣ ਦੀ ਲਗਨ ਲੱਗੀ ਰਹੀ। ਪਰ ਕਿਤੇ ਨਾ ਕਿਤੇ ਲੰਬਾ ਟਾਈਮ ਇਹ ਮਹਿਸੂਸ ਕਰਦੇ ਰਹੇ ਵੀ ਕੰਮ ਸਿਖਾਉਣ ਵਾਸਤੇ ਇੱਕ ਅਲੱਗ ਪਲੇਟਫਾਰਮ ਚਾਹੀਦਾ ਅਤੇ ਕੰਮ ਕਰਨ ਵਾਸਤੇ ਇੱਕ ਅਲੱਗ ਪਲੇਟਫਾਰਮ ਚਾਹੀਦਾ। ਅਤੇ ਇਹ ਫਿਰ 5 ਸਾਲ ਪਹਿਲਾਂ ਇਹ ਜਿਹੜੀ ਲੈਬ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਲੈਬ ਸਾਡੀ ਉਦੋਂ ਬਣੀ ਹੈ। ਅਤੇ ਕਿਉਂਕਿ ਇਹਦੇ ਵਿੱਚ ਮਕਸਦ ਹੈ ਕਿਸੇ ਬੱਚੇ ਨੂੰ ਹਰ ਚੀਜ਼ ਖੋਲ੍ਹ ਕੇ ਚਲਾ ਕੇ ਉਹਦੀ ਫਿਟਿੰਗ ਕਰਕੇ ਜਾਂ ਉਹਦੇ ਵਿੱਚ ਪੈਣ ਵਾਲੇ ਨੁਕਸਾਂ ਨੂੰ ਸਮਝਾ ਕੇ ਅਤੇ ਉਹੀ ਇਹ ਜਿਹੜਾ ਸਾਰਾ ਕੰਮ ਹੈ ਇਸ ਲੈਬ 'ਚ ਕੀਤਾ ਜਾਂਦਾ ਹੈ। ਇੱਥੇ ਹਰ ਜਿਹੜਾ ਕੰਮ ਹੈ ਉਹ ਪ੍ਰੈਕਟੀਕਲ ਹੀ ਹੁੰਦਾ। ਅਤੇ ਕਈ ਲੋਕ ਸੋਚਦੇ ਨੇ ਵੀ ਸ਼ਾਇਦ ਥਿਊਰੀ ਦੀ ਲੋੜ ਇਕੱਲੀ ਦੀ ਹੈ, ਕੁਛ ਲੋਕ ਇਕੱਲੇ ਪ੍ਰੈਕਟੀਕਲ ਦੀ ਹੈ। ਨਹੀਂ, ਅਸੀਂ ਕਹਿੰਦੇ ਵੀ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਜੀ। ਥਿਊਰੀ ਬਿਨਾਂ ਵੀ ਗੁਜ਼ਾਰਾ ਨਹੀਂ ਹੈ ਜੀ, ਪਰ ਪ੍ਰੈਕਟੀਕਲ ਬਿਨਾਂ ਉਹਦਾ ਸੰਭਵ ਨਹੀਂ ਹੈ। ਤਾਂ ਨਾਲੋਂ ਨਾਲ ਬੱਚੇ ਨੂੰ ਅਸੀਂ 3 ਤਰਫਾ ਅਸੀਂ ਕੰਮ ਕਰਦੇ ਹਾਂ। ਪਹਿਲਾਂ ਅਸੀਂ ਪ੍ਰੈਕਟੀਕਲ ਕਰਕੇ ਦਿਖਾਉਂਦੇ ਹਾਂ ਤਾਂ ਬੱਚੇ ਦਾ ਉਹਦੇ ਵਿੱਚ ਇੱਕ ਇੰਟਰਸਟ ਬਣ ਜਾਂਦਾ ਹੈ। ਫਿਰ ਉਹਦੇ ਬਾਰੇ ਉਹਦੀ ਥਿਊਰੀ ਪੜ੍ਹਾਈ ਜਾਂਦੀ ਹੈ ਤਾਂ ਬੱਚੇ ਨੂੰ ਸਮਝ ਆ ਜਾਂਦਾ ਵੀ ਕੀ ਸੀਗਾ। ਫਿਰ ਉਹਦਾ ਪ੍ਰੈਕਟੀਕਲ ਕਰਵਾਇਆ ਜਾਂਦਾ ਤਾਂ ਉਹ ਜਿਹੜਾ ਕੰਮ ਹੈ ਉਹ ਬੱਚਾ ਕਦੀ ਜ਼ਿੰਦਗੀ ਦੁਬਾਰਾ ਨਹੀਂ ਭੁੱਲਦਾ। ਇਸੇ ਮਕਸਦ ਨੂੰ ਲੈ ਕੇ ਇਹ ਲੈਬ ਜਿਹੜੀ ਬਣਾਈ ਹੈ ਅਸੀਂ। ਜਿਹੜੀ ਲੈਬ ਦੇ ਵਿੱਚ ਬੱਚੇ ਆਉਂਦੇ ਨੇ ਉਹ ਤੁਸੀਂ ਕੋਈ ਕਾਲਜ ਵਾਂਗੂ ਬਣਾਇਆ ਵਾ, ਫੀਸ ਲੈਂਦੇ ਹੋ ਉਹਨਾਂ ਤੋਂ ਜਾਂ ਫਿਰ ਫ੍ਰੀ ਸਿਖਾਉਂਦੇ ਹੋ? ਕਿਹੜੇ ਬੱਚੇ ਨੇ ਉਹ ਜਿਹੜੇ ਇੱਥੇ ਪੜ੍ਹਨ ਆਉਂਦੇ ਤੁਹਾਡੇ ਕੋਲ? ਦੇਖੋ ਜੀ, ਜ਼ਿਆਦਾਤਰ ਮੈਂ ਇੱਥੇ ਕੋਈ ਫੀਸ ਨਹੀਂ ਲੈਂਦਾ। ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਵੀ ਫੀਸ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੇ ਕੋਲੇ ਜਿਹੜੇ ਦੂਰੋਂ ਪਾਰੋਂ ਬੱਚੇ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ, ਉਹਨਾਂ ਨੂੰ ਖਾਣਾ ਵੀ ਇਹੀ ਸੰਸਥਾ ਦਿੰਦੀ ਹੈ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕਰਦੀ ਹੈ, ਕੁੜੀਆਂ ਦਾ ਬਕਾਇਦਾ ਹੋਸਟਲ ਬਣਿਆ ਹੋਇਆ। ਅਤੇ ਇਹ ਸਾਰਾ ਜਿਹੜਾ ਸਾਡਾ ਇੱਕ ਸੋਸ਼ਲ ਸਰਵਿਸ ਦਾ ਪਾਰਟ ਹੈ। ਇੱਥੋਂ ਅਸੀਂ ਕੋਈ ਕਿਸੇ ਕਿਸਮ ਦੀ ਫੀਸ ਨਹੀਂ ਅਸੀਂ ਲੈਂਦੇ। ਅਤੇ ਜਿਹੜੇ ਬੱਚੇ ਸਾਡੇ ਕੋਲੇ ਆਉਂਦੇ ਨੇ, ਹੁਣ ਮੈਂ ਅਕਸਰ ਦੇਖਦਾ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਕਹਿੰਦੀਆਂ ਨੇ ਵੀ ਬੱਚਾ ਘਰੋਂ ਜੇ ਕੋਈ ਗਰੀਬ ਹੈ, ਪੜ੍ਹ ਨਹੀਂ ਸਕਦਾ ਪਰ ਪੜ੍ਹਨ 'ਚ ਹੁਸ਼ਿਆਰ ਹੈ ਤਾਂ ਅਸੀਂ ਉਹਨੂੰ ਪੜ੍ਹਾਉਣ ਨੂੰ ਤਿਆਰ ਹਾਂ। ਪਰੰਤੂ ਸਾਡਾ ਇੱਥੇ ਸਵਾਲ ਇਹ ਖੜ੍ਹਾ ਹੋ ਜਾਂਦਾ ਵੀ ਤੁਸੀਂ ਹੁਸ਼ਿਆਰ ਨੂੰ ਤਾਂ ਪੜ੍ਹਾ ਲਓਗੇ, ਹੁਸ਼ਿਆਰ ਨੂੰ ਤਾਂ ਹਰ ਕੋਈ ਅਡਾਪਟ ਕਰੂਗਾ, ਅਤੇ ਜਿਹੜੇ ਬੱਚੇ ਨਹੀਂ ਪੜ੍ਹ ਪਾ ਰਹੇ ਉਹਨਾਂ ਨੂੰ ਕੌਣ ਅਡਾਪਟ ਕਰੂਗਾ? ਅਸੀਂ ਕਹਿੰਦੇ ਵੀ ਜੋ ਤੁਹਾਡੇ ਕੋਲੇ ਨਖਿੱਧ ਹੈ, ਜ਼ੀਰੋ ਹੈ, ਜਾਂ ਤੁਸੀਂ ਕਹਿੰਦੇ ਵੀ ਇਹ ਬੱਚਾ ਚੱਲ ਹੀ ਨਹੀਂ ਸਕਦਾ, ਸਾਨੂੰ ਉਹ ਬੱਚੇ ਦਿਓ, ਅਸੀਂ ਤੁਹਾਨੂੰ ਉਹੀ ਚਲਾ ਕੇ ਦਿਖਾਵਾਂਗੇ। ਕਿਉਂਕਿ ਕੁਦਰਤ ਨੇ ਹਰ ਕਿਸੇ ਇਨਸਾਨ ਨੂੰ, ਜਿਹੜੇ ਨੂੰ ਜੀਵ ਨੂੰ ਦੁਨੀਆ 'ਤੇ ਭੇਜਿਆ, ਉਹਨੂੰ ਕਿਸੇ ਨਾ ਕਿਸੇ ਆਰਟ ਨਾਲ ਲੈਸ ਕਰਕੇ ਭੇਜਿਆ ਜੀ। ਜ਼ਰੂਰਤ ਹੈ ਜਿਹੜਾ ਉਹਦਾ ਆਰਟ ਹੈ ਉਹਨੂੰ ਸਾਹਮਣੇ ਲਿਆਉਣ ਦੀ ਜੀ, ਜਾਂ ਉਹਨੂੰ ਪਲੇਟਫਾਰਮ ਦੇਣ ਦੀ, ਜਾਂ ਉਹਨੂੰ ਥੋੜ੍ਹਾ ਬਹੁਤ ਜ਼ਰੂਰਤ ਮੁਤਾਬਕ ਸਮਝਾਉਣ ਦੀ। ਇਹ ਮਕਸਦ ਸਾਡਾ ਇਸ ਲੈਬ ਦਾ ਹੈ ਇੱਥੇ। ਜੈ ਸਿੰਘ ਜੀ, ਅਸੀਂ ਦੇਖ ਰਹੇ ਹਾਂ ਕਿ ਜਿਹੜੇ ਇੱਥੇ ਪੁਰਾਣੇ ਸਮਾਨ ਨੇ ਉਹ ਕਾਫੀ ਜ਼ਿਆਦਾ ਪਏ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤਸਵੀਰਾਂ ਦਿਖਾਉਣ। ਜਿਹੜੇ ਪੁਰਾਣੇ ਰੇਡੀਓ ਹੁੰਦੇ ਸੀਗੇ ਉਹ ਦੇਖੋ ਤੁਸੀਂ, ਉਹ ਰੇਡੀਓ ਪਏ ਨੇ। ਅਤੇ ਇੱਧਰ ਇੱਕ ਪਾਸੇ ਇੱਕ
ਮਸ਼ੀਨ ਪਈ ਆ ਉਹ ਕਾਫੀ ਵੱਡੀ ਆ, ਉਹ ਸਿਨੇਮੇ ਦੇ ਵਿੱਚ ਲਗਾਈ ਜਾਂਦੀ ਆ, ਜਿੱਥੋਂ ਕਿ ਫਿਲਮ ਦਿਖਾਈ ਜਾਂਦੀ ਆ ਉਹ ਉੱਥੇ ਲਗਾਈ ਜਾਂਦੀ ਆ। ਉਹ ਗੱਲਬਾਤ ਕਰਾਂਗੇ ਉਹ ਮਸ਼ੀਨ ਇੱਥੇ ਕਿਵੇਂ ਆਈ ਅਤੇ ਕਦੋਂ ਦੀ ਆ ਉਹ, ਅਤੇ ਅੱਜ ਚੱਲਦੀ ਆ ਜਾਂ ਨਹੀਂ ਚੱਲਦੀ, ਜਾਂ ਹੋਰ ਵੀ ਇੱਥੇ ਤੁਸੀਂ ਦੇਖੋ ਕਿੰਨਾ ਇੰਟਰਸਟਿੰਗ ਜਿਹੜਾ ਸਮਾਨ ਆ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਪੁਰਾਣੇ ਤੋਂ ਪੁਰਾਣੇ ਜਿਹੜੇ TV ਵੀ ਪਏ ਨੇ ਇੱਥੇ, ਰੇਡੀਓ ਵੀ ਪਏ ਨੇ, ਮਸ਼ੀਨ ਵੀ ਪਈ ਆ, ਉਹ ਕੰਪਿਊਟਰ ਵੀ ਪਏ ਨੇ, ਸਾਰਾ ਕੁਝ ਪਿਆ। ਜੈ ਸਿੰਘ ਨਾਲ ਗੱਲਬਾਤ ਕਰਦੇ ਆਪਾਂ। ਸ਼ੁਰੂਆਤ ਇੱਥੋਂ ਕਰ ਲੈਂਦੇ ਜੀ ਆਪਾਂ, ਜਿਹੜਾ ਇੱਧਰ ਜਿਹੜੇ ਰੇਡੀਓ ਪਏ ਨੇ ਜਾਂ ਕੋਈ ਵੀ ਫਿਲਮਾਂ ਪਈਆਂ ਨੇ, ਇਹ ਕੀ ਚੀਜ਼ਾਂ ਨੇ, ਇਹ ਸਾਨੂੰ ਦੱਸੋ ਮਾੜਾ ਜਿਹਾ ਹੁਣ। ਇਹ ਜਿਹੜਾ ਸਾਡੇ ਰੇਡੀਓਜ਼ ਨੇ ਜੀ, ਇਹ ਸਾਡੀ ਟੈਕਨੋਲੋਜੀ ਦੀ ਸ਼ੁਰੂਆਤ ਨੇ ਜੀ। ਅਸਲ ਦੇ ਵਿੱਚ ਇਹ ਸਾਡਾ ਵਿਰਸਾ ਹੈ, ਵਿਗਿਆਨਕ ਵਿਰਸਾ ਜੀ। ਇੱਕ ਵਿਰਸਾ ਉਹ ਹੈ ਜਿੱਥੇ ਲੋਕ ਮੰਜੇ ਪੀੜ੍ਹੀਆਂ ਇਕੱਠੇ ਕਰਕੇ ਰੱਖਦੇ ਨੇ ਵੀ ਇਹ ਪੁਰਾਣੇ ਜ਼ਮਾਨੇ ਦੇ ਤੇ, ਪਰ ਇਹ ਜਿਹੜੀ ਸਾਨੂੰ ਜ਼ਰੂਰਤ ਤਾਂ ਹੈ ਕਿਉਂਕਿ ਇਹ ਚੀਜ਼ਾਂ ਅੱਜ ਵੀ ਚੱਲਦੀਆਂ ਨੇ। ਇੱਕ ਮਿਊਜ਼ੀਅਮ ਅਤੇ ਸਾਇੰਸ ਲੈਬ ਦਾ ਇੱਕੋ ਹੀ ਫਰਕ ਹੁੰਦਾ ਵੀ ਇੱਥੇ ਹਰ ਚੀਜ਼ ਵਰਕਿੰਗ 'ਚ ਹੈ। ਹੁਣ ਜਿਸ ਤਰ੍ਹਾਂ ਅੱਜ ਵੀ ਕਿਤੇ ਨਾ ਕਿਤੇ ਸਾਡੀ ਸਾਇੰਸ ਦੀ ਪੜ੍ਹਾਈ ਦੇ ਵਿੱਚ ਜਾਂ ਇਲੈਕਟ੍ਰੋਨਿਕ ਦੀ ਪੜ੍ਹਾਈ ਦੇ ਵਿੱਚ ਵੈਕਿਊਮ ਟਿਊਬਾਂ ਦਾ ਜ਼ਿਕਰ ਹੁੰਦਾ ਹੈ, ਪਰ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਉਹ ਜਿਹੜੀਆਂ ਵੈਕਿਊਮ ਟਿਊਬਾਂ ਨੇ ਕਿਸੇ ਪ੍ਰੋਫੈਸਰ ਨੇ ਵੀ ਨਹੀਂ ਦੇਖੀਆਂ। ਜਿਹੜੀ ਦੇਖੀ ਨਹੀਂ ਤਾਂ ਉਹਨੂੰ ਪੜ੍ਹਾਊ ਕੀ, ਜਾਂ ਬੱਚੇ ਦੇ ਕੀ ਸਮਝ ਆ ਜੂ, ਜਾਂ ਤਾਂ ਉਹਦੇ ਦਿਮਾਗ 'ਚ ਕਚਰਾ ਇਕੱਠਾ ਹੋ ਜਾਊਗਾ। ਹੁਣ ਸਾਡੇ ਕੋਲੇ ਬੜਾ ਇੱਕ ਸਿੰਪਲ ਜਿਹਾ ਜ਼ਰੀਆ ਹੁੰਦਾ, ਅਸੀਂ ਬੱਚੇ ਨੂੰ ਦਿਖਾਉਣਾ ਵੀ ਆਹ ਵੈਕਿਊਮ ਟਿਊਬ ਹੈ ਜੀ। ਪਰੰਤੂ ਇਹਨਾਂ ਦਾ ਜਿਹੜਾ ਯੁੱਗ ਸੀ ਇਹ ਸਨ 80 ਦੇ ਤਕਰੀਬ ਤੱਕ ਸੀਗਾ, ਉਸ ਤੋਂ ਬਾਅਦ ਖਤਮ ਹੋ ਗਿਆ। ਫਿਰ ਇਹ ਜਿਹੜੀ ਟਿਊਬ ਤੇ ਇਕੱਲੀ TV 'ਚ ਰਹੇਗੀ, ਜਿਹਨੂੰ ਆਪਾਂ ਪਿਕਚਰ ਟਿਊਬ ਕਹਿੰਦੇ ਆ, ਉਹ ਚੱਲਦੀ ਰਹੀ ਹੈ, ਪਰ ਹੁਣ ਉਹ ਵੀ ਖਤਮ ਹੋ ਗਈ। ਪਰ ਇਹ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਇੱਥੇ ਮੌਜੂਦ ਨੇ, ਇਹ ਅੱਜ ਵੀ ਸਾਡੇ ਕੋਲੇ ਸਾਰੀਆਂ ਮਸ਼ੀਨਾਂ ਵਰਕਿੰਗ 'ਚ ਨੇ। ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਕੁਛ ਦਿਨ ਸਾਨੂੰ ਇਹ ਹਿਸਟਰੀ ਦੱਸਣੀ ਪੈਂਦੀ ਹੈ ਵੀ ਅਖੀਰ ਨੂੰ ਸਾਡੀ ਜਿਹੜੀ ਇਹ ਲਾਈਨ ਹੈ, ਵਿਗਿਆਨਕ ਲਾਈਨ ਹੈ, ਇਹ ਕਿਹੜੇ ਕਿਹੜੇ ਰਸਤਿਆਂ ਤੋਂ ਹੁੰਦੀ ਆਈ ਹੈ। ਉਹ ਰਸਤਿਆਂ ਦਾ ਰੂਪ ਕਿਹਾ ਜਾਂਦੀ, ਰੰਗ ਕਿਹਾ ਜਾਂਦੀ, ਕੀ ਉਹਦੇ ਨੁਕਸ ਤੇ, ਕੀ ਉਹਦੇ ਪਲੱਸ ਤੇ ਕਿਉਂ ਸਾਨੂੰ ਅਗਲੀ ਪੀੜ੍ਹੀ ਨੂੰ ਜਿਹੜੀ ਉਹਨੂੰ ਰੈਨੋਵੇਟ ਕਰਕੇ ਅੱਗੇ ਆਉਣਾ ਪਿਆ। ਅਤੇ ਇਸ ਪਰਪਜ਼ ਨੂੰ ਮੈਨੂੰ ਇਹ ਮਸ਼ੀਨਾਂ ਰੱਖੀਆਂ ਨੇ, ਕੋਈ ਇੰਟਰਟੇਨਮੈਂਟ ਵਾਸਤੇ ਨਹੀਂ ਹੈ। ਅਸੀਂ ਇਹਦੇ 'ਤੇ ਕੋਈ ਗਾਣੇ ਨਹੀਂ ਸੁਣਦੇ, ਪਰੰਤੂ ਇਹ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਚਾਲੂ ਹਾਲਤ 'ਚ ਨੇ। ਕੋਈ ਚਲਾ ਕੇ ਦਿਖਾਏਂਗੇ ਸਾਨੂੰ ਮਾੜੀ ਮੋਟੀ ਕੋਈ ਜੇ ਚੱਲਦੀ? ਸਾਰੀਆਂ ਮਸ਼ੀਨਾਂ ਹੀ ਰੇਡੀਓ ਕਹੋ ਤਾਂ ਮੈਂ 1 ਸੈਕਿੰਡ ਮੈਨੂੰ ਲੱਗੂਗਾ, 1 ਮਿੰਟ ਦਾ ਟਾਈਮ ਇਹਨੂੰ ਲੱਗਦਾ ਜੀ। ਹਾਲੇ ਤੁਸੀਂ ਕੋਈ ਨਹੀਂ, ਇਹ ਤੁਹਾਨੂੰ ਮਸ਼ੀਨਾਂ ਚਲਾ ਕੇ ਦਿਖਾ ਰਹੇ ਨੇ, ਇਹ ਚਲਾ ਕੇ ਦਿਖਾਉਣਗੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਇਹਨਾਂ ਕੋਲ ਕਾਫੀ ਬੱਚੇ ਨੇ ਜਿਹੜੇ ਉਹ ਇੱਥੇ ਬਹਿ ਕੇ ਪ੍ਰੈਕਟੀਕਲ ਕਰਦੇ ਨੇ, ਅਤੇ ਉਹ ਸਾਰੀ ਚੀਜ਼ ਦੀ ਜਿਹੜੀ ਇਕੱਲੀ ਇਕੱਲੀ ਚੀਜ਼ ਆ ਉਹ ਜੈ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ। ਜੈ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਜੈ ਸਿੰਘ ਜੀ ਕੋਈ ਜ਼ਿਆਦਾ ਪੜ੍ਹੇ ਵੀ ਨਹੀਂ ਸੀ, ਪਹਿਲਾਂ ਵੀ ਗੱਲ ਕੀਤੀ, ਉਹ 10 ਪੜ੍ਹੇ ਹੋਏ ਨੇ, ਜਿਹੜੇ ਕਿ ਇੰਟਰਸਟ ਰੱਖਦੇ ਨੇ ਕਿ ਜਿਹੜੀਆਂ ਇਲੈਕਟ੍ਰੋਨਿਕ ਦੇ ਨਾਲ ਪਿਆਰ ਆ, ਉਹਨਾਂ ਨੂੰ ਹਰੇਕ ਚੀਜ਼ ਆ ਜਿਹੜੀ ਉਹ ਚਾਲੂ ਕਰਕੇ ਦਿਖਾਉਂਦੇ ਨੇ। ਆਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਮਸ਼ੀਨ ਆ ਇਹ ਚਾਲੂ ਆ। ਇਹ ਕਿੰਨੀ ਪੁਰਾਣੀ ਹੋ ਗਈ ਜੈ ਸਿੰਘ ਜੀ, ਇਹ ਕਦੋਂ ਕਦੀ ਇਹ 1953 ਮਾਡਲ ਹੈ ਜੀ। ਹਾਂ, ਪਰੰਤੂ ਹਲੇ ਚੱਲਦੇ ਨੇ ਸਾਰੇ। ਇਹ ਜਿਹੜਾ ਵਰਲਡ ਰੇਡੀਓ ਹੈ ਤਕਰੀਬਨ ਸਾਰੇ ਕੰਟਰੀਆਂ ਦੇ ਚੈਨਲ ਇਹਦੇ ਉੱਤੇ ਆ ਜਾਂਦੇ ਨੇ ਜੀ। ਮੈਂ 1 ਮਿੰਟ ਟਰਾਈ ਕਰ ਰਿਹਾ ਜੀ, ਕਿਉਂਕਿ ਇੱਥੇ ਜਿਹੜੀ ਲਾਈਨਾਂ ਦੀ ਨਾ ਡਿਸਟੋਰਸ਼ਨ ਬਹੁਤ ਜ਼ਿਆਦਾ ਜੀ, ਜਿਹਦੇ ਕਰਕੇ ਇਹ ਡਿਸਟਰਬ ਹੋ ਰਹੇ ਨੇ। ਹਾਂ, ਦੂਸਰਾ ਕਾਰਨ ਹੈ ਵੀ ਇਹ ਜਿਹੜੇ ਚੈਨਲ ਨੇ ਜ਼ਿਆਦਾਤਰ ਯੂਰਪੀਅਨ ਕੰਟਰੀਆਂ ਦੇ ਨੇ, ਜਿੱਥੇ ਇਸ ਟਾਈਮ ਤਕਰੀਬਨ ਰਾਤ ਦਾ ਟਾਈਮ ਵੀ ਹੈ US ਵਗੈਰਾ 'ਚ, ਅਤੇ ਇਹ ਸਿਗਨਲ ਵਗੈਰਾ ਲੈਂਦੇ ਨੇ। ਕਈ ਵਾਰੀ ਬੜੇ ਸੋਹਣੇ ਮਤਲਬ ਸਿਗਨਲ ਨੇ, ਸ਼ਾਮ ਨੂੰ ਇਹਦਾ ਰਿਸਪੌਂਸ ਬਹੁਤ ਵਧੀਆ ਹੁੰਦਾ ਜੀ। ਅਤੇ ਪਰੰਤੂ ਸਾਡਾ ਜੋ ਮਕਸਦ ਸੀ ਉਹ ਸਾਡਾ ਦੱਸਣਾ ਸੀ ਵੀ ਰੇਡੀਓ ਕਿਸ ਤਰ੍ਹਾਂ ਚੱਲਦਾ ਸੀ। ਹੁਣ ਵੀ ਜਿਹੜੇ ਪੁਰਾਣੇ ਲੋਕ ਹੁੰਦੇ ਨੇ ਵੀ ਹਾਂ ਇਹ ਉਹੀ ਆਵਾਜ਼ ਹੈ ਜਿਹੜੀ ਅਸੀਂ ਕਦੇ ਬਚਪਨ 'ਚ ਸੁਣੀ ਸੀ, ਪਰ ਇੱਥੇ ਸਾਡਾ ਮਕਸਦ ਇਹ ਦੱਸਣਾ ਵੀ ਇਹ ਟਿਊਬਾਂ ਨਾਲੇ ਕੰਮ ਕਿਵੇਂ ਹੁੰਦਾ ਸੀਗਾ। ਇਹ ਕਿੰਨੇ ਮਾਡਲ ਆ ਜਿਹੜਾ ਜੀ? ਇਹ ਤਕਰੀਬਨ 1965-77 ਦੇ ਨੇੜੇ ਤੇੜੇ ਨੇ। ਆਹ ਇੱਕ ਰੇਡੀਓ ਪਿਆ, ਇਹ ਹੈ ਕੋਈ 50-52 ਦੇ ਨੇੜੇ ਤੇੜੇ ਦਾ ਜੀ। ਇਹ ਵੀ ਵਰਕਿੰਗ ਹਾਲਤ 'ਚ ਹੈ ਜੀ, ਕਿਉਂਕਿ ਸਾਡਾ ਮਕਸਦ ਹੀ ਇਹਨਾਂ ਨੂੰ ਸਹੀ ਹਾਲਤ 'ਚ ਹੈ। ਇਹ ਜਿਹੜੀ ਮਸ਼ੀਨ ਹੈ ਇਹ ਤਕਰੀਬਨ ਕਲਰ 67-68 ਮਾਡਲ ਦੇ ਆਸ-ਪਾਸ ਹੈ। ਇਹ ਮਸ਼ੀਨ ਦੀ ਹਾਲਤ ਪਹਿਲਾਂ ਬੜੀ ਮਾੜੀ ਸੀ, ਅਤੇ ਹੁਣ ਅਸੀਂ ਇਹਨੂੰ ਬਕਾਇਦਾ ਵਰਕਿੰਗ 'ਚ ਰੱਖਿਆ ਹੋਇਆ, ਚਾਲੂ ਹੈ। ਇਹਦੇ ਵਿੱਚ ਬੱਚਿਆਂ ਨੂੰ ਇਹ ਦਿਖਾਇਆ ਜਾਂਦਾ ਵੀ ਬਿਨਾਂ ਬਿਜਲੀ, ਬਿਨਾਂ ਸੈੱਲਾਂ ਤੋਂ, ਬਿਨਾਂ ਬੈਟਰੀ ਤੋਂ ਵੀ ਆਵਾਜ਼ ਜਿਹੜੀ ਬਣਾਈ ਜਾ ਸਕਦੀ ਹੈ।
ਇਹ ਕਨਸੈਪਟ ਕਲੀਅਰਿੰਗ ਹੈ ਮਤਲਬ ਐਂਟਰਟੇਨਮੈਂਟ ਤਾਂ ਖੈਰ ਉਸ ਜ਼ਮਾਨੇ 'ਚ ਹੋਏਗਾ। ਹਾਂਜੀ ਮੈਂ 1 ਮਿੰਟ ਹੁਣ ਜੀ ਇਹ ਜੈ ਸਿੰਘ ਸਾਨੂੰ ਹੁਣ ਚਲਾ ਕੇ ਦਿਖਾਉਣਗੇ ਇਹ ਮਸ਼ੀਨ ਤੇ ਕਿਵੇਂ ਜਿਹੜਾ ਬਿਨਾਂ ਬਿਜਲੀ ਤੋਂ ਬਿਨਾਂ ਸੈੱਲਾਂ ਤੋਂ ਬਿਨਾਂ ਬੈਟਰੀ ਤੋਂ ਜਿਹੜਾ ਆਪਾਂ ਉਹ ਗਾਣਾ ਸੁਣ ਸਕਦੇ ਹਾਂ। ਦੇਖਦੇ ਹਾਂ ਹੁਣ ਇਹਦੇ ਵਿੱਚ ਜਿਹੜਾ ਤਵਾ ਰੱਖਿਆ ਗਿਆ ਕਿਹੜੇ ਗੀਤ ਚੱਲਣਗੇ ਇਹ 'ਚ ਤੇ ਇੱਕ ਚਾਬੀ ਲਾਉਣੀ ਪੈਂਦੀ ਇਹਦੀ ਚਾਬੀ ਘੁਮਾ ਕੇ ਇਹ ਚੱਲਦਾ। ਉਹ ਤੋਂ ਬਾਅਦ ਸੂਈ ਲੱਗਦੀ ਇੱਕ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਸਾਰੇ ਜਿਹੜੇ ਗਾਣੇ ਨੇ ਉਹ ਚੱਲਦੇ ਹਨ। ਦੇਖ ਸਕਦੇ ਹੋ ਕਿ ਬਿਨਾਂ ਜਿਹੜੀ ਬਿਜਲੀ ਤੋਂ ਬਿਨਾਂ ਬੈਟਰੀ ਤੋਂ ਇਹ ਵੀ ਚੱਲਦੇ ਨੇ ਤੇ ਬਹੁਤ ਹੀ ਪੁਰਾਣੀਆਂ ਮਸ਼ੀਨਾਂ ਨੇ ਆਉਂਦੇ ਹੁਣ ਵੀ ਨੇ ਇਹ ਤਵੇ ਜਿਹੜੇ ਆਉਂਦੇ ਨੇ ਹੁਣ ਵੀ ਆਉਂਦੇ ਨੇ ਸਾਰਾ ਕੁਝ ਆਉਂਦਾ ਪਰ ਇਹ ਉਹ ਮਸ਼ੀਨਾਂ ਨੇ ਜਿਹੜੀਆਂ ਬਹੁਤ ਹੀ ਪੁਰਾਣੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਸਾਂਭ ਕੇ ਰੱਖੀਆਂ ਨੇ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਇੱਧਰ ਸਿਨੇਮਾ ਘਰ 'ਚੋਂ ਲਿਆਂਦੀ ਗਈ ਮਸ਼ੀਨ ਆ ਉਹਦੇ ਬਾਰੇ ਗੱਲ ਕਰਦੇ ਹਾਂ ਜੀ। ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹਨੂੰ ਪੂਰੀ ਦਿਖਾਉਣ ਵੀ ਕੀ ਸਿਸਟਮ ਆ ਇਹ। ਦੇਖਣ ਨੂੰ ਤਾਂ ਇੱਕ ਜਨਰੇਟਰ ਜਿਹਾ ਲੱਗਦਾ ਪਰ ਹੈ ਮਸ਼ੀਨ ਆ ਇਹ ਜਿਹੜੀ ਸਿਨੇਮਾ ਘਰਾਂ ਦੇ ਪਿੱਛੇ ਲਗਾਈ ਜਾਂਦੀ ਆ ਜਿੱਥੋਂ ਫਿਲਮ ਦੇਖਦੇ ਹਾਂ ਆਪਾਂ। ਇਹ ਜਿਹੜੀ ਮਸ਼ੀਨ ਹੈ ਜੀ 1940 ਦੇ ਆਸ-ਪਾਸ ਦੀ ਬਣੀ ਹੋਈ ਹੈ। 1950 ਦੇ ਵਿੱਚ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਸਿਨੇਮਾ ਸੀ ਮੋਤੀ ਥੀਏਟਰ। ਇਹ ਉਦੋਂ ਮਸ਼ੀਨ ਇੱਥੇ ਸੈਕਿੰਡ ਹੈਂਡ ਆਈ ਸੀ ਤੇ 2013 ਦੇ ਵਿੱਚ ਜਿਹੜਾ ਸਿਨੇਮਾ ਸੀ ਡਿਮੋਲਿਸ਼ ਹੋ ਗਿਆ ਜੀ ਬੰਦ ਕਰਤਾ ਤੇ ਉੱਥੇ ਮਸ਼ੀਨ ਹੈ ਬੜੀ ਟੁੱਟੀ ਹਾਲਤ 'ਚ ਇਹਨੂੰ ਚੱਕ ਲਏ ਪਰੰਤੂ ਇਹਨੂੰ ਲਿਆਉਣ ਦਾ ਕੀਮਤ ਕੀ ਦਿੱਤੀ ਹੈ ਕਿਵੇਂ ਲੈ ਕੇ ਆਏ ਹੋ ਇਹ ਫਿਰ ਵੀ ਕੋਈ ਬਾਈ ਜੀ ਜੇ ਕਿਸੇ ਨੂੰ ਪਤਾ ਲੱਗ ਜਾਵੇ ਵੀ ਕੋਈ ਲੈਣ ਆਇਆ ਫਿਰ ਉਹ ਕੂੜੇ ਦੇ ਵੀ ਪੈਸੇ ਮੰਗ ਲੈਂਦਾ ਕੂੜੇ ਦੇ ਵੀ ਪੈਸੇ ਦੇਣੇ ਪੈਂਦੇ ਨੇ। ਇਹਦਾ ਸਾਨੂੰ ਹਾਲਾਂਕਿ ਜੇ ਅਸੀਂ ਜਿਸ ਹਿਸਾਬ ਨਾਲ ਲੋਕ ਵੇਚ ਰਹੇ ਤੇ ਇਹ 15,000 ਰੁਪਏ ਦਾ ਸਮਾਨ ਸੀ ਪਰ ਇਹ ਸਾਨੂੰ 1 ਲੱਖ 'ਚ ਮਿਲਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਲੈ ਕੇ ਜਾਣਗੇ। ਤੇ ਸਾਡਾ ਦੋ ਪਾਸਿਓਂ ਦਿਲ 'ਤੇ ਵੀ ਇੱਕ ਸਾਡੇ ਜ਼ਿਲ੍ਹੇ ਦੀ ਵਿਰਾਸਤ ਹੈ ਤੇ ਦੂਜਾ ਟੈਕਨੋਲੋਜੀ ਨਾਲ ਸੰਬੰਧਿਤ ਹੈ ਕਿਉਂਕਿ ਅੱਜ ਵੀ ਠੀਕ ਅਸੀਂ ਨਹੀਂ ਸੋਚਦੇ ਪਰ ਬੱਚਾ ਕਿਤੇ ਕਿਤੇ ਸੋਚਦਾ ਵੀ ਸਾਡੇ ਮੋਬਾਈਲ 'ਚ ਵੀਡੀਓ ਜਾਂ ਟੀਵੀ 'ਤੇ ਵੀਡੀਓ ਕਿਵੇਂ ਬਣ ਜਾਂਦੀ ਹੈ ਉਹ ਬਿਲਕੁਲ ਸਹੀ ਤੁਰਦਾ ਫਿਰਦਾ ਨਜ਼ਰ ਆਉਂਦਾ। ਇਹ ਜਿਹੜੀ ਮਸ਼ੀਨ ਹੈ ਇਸ ਸਵਾਲ ਨੂੰ ਐਨ ਬਿਲਕੁਲ ਕੱਲੇ ਸਟੈਪ ਦੇ ਉੱਤੇ ਸਮਝਾ ਸਕਦੀ ਹੈ ਕਿਉਂਕਿ ਇਹ ਮਸ਼ੀਨ ਬੜੀ ਸਾਦੀ ਹੈ। ਇਹਦੇ ਵਿੱਚ ਇੱਕ ਬੱਲਬ ਹੈ ਲੱਗਿਆ ਹੋਇਆ ਵੱਡਾ ਆਰਕ ਲੈਂਪ ਹੈ ਇੱਕ ਬਿਜਲੀ ਦੀ ਮੋਟਰ ਹੈ ਤੇ ਬਾਕੀ ਦਾ ਰੀਲ ਚੱਲਦੀ ਹੈ। ਇੱਕ ਬਿਲਕੁਲ ਜਿਹੜੇ ਨੈਗੇਟਿਵ ਨੇ ਫਿਲਮਾਂ ਦੇ ਨੈਗੇਟਿਵ ਤੋਂ ਵੀਡੀਓ ਬਣਾਉਣੀ ਉਹ ਆਪਣੇ ਆਪ 'ਚ ਇੱਕ ਬੜੀ ਵੱਡੀ ਕ੍ਰਿਟੀਕਲ ਥਿਊਰੀ ਹੈ ਤੇ ਅੱਜ ਜਿਹੜੀਆਂ ਅਸੀਂ 4K ਵਰਗੇ ਫਾਰਮੈਟ ਦੇਖਦੇ ਹਾਂ ਉਹ ਸਾਰੇ ਇਸੇ ਤੋਂ ਚੱਲੇ ਹੋਏ ਨੇ ਉਹੀ ਕਨਸੈਪਟ। ਇਹਦਾ ਰੱਖਣ ਦਾ ਮਕਸਦ ਇਹ ਹੈ ਵੀ ਮਤਲਬ ਜਿਹੜਾ ਬੱਚੇ ਨੂੰ ਇਹ ਕਲੀਅਰ ਹੋ ਸਕੇ ਵੀ ਦੁਨੀਆ ਤੇ ਵੀਡੀਓ ਬਣਦੀ ਕਿਹੜੇ ਤਰੀਕੇ ਨਾਲ ਹੈ। ਇਹ ਹੁਣ ਚੱਲਦੀ ਹੈ ਜੀ? ਹਾਂਜੀ ਚੱਲਦੀ ਹੈ। ਕੌਂਸਲ ਨੂੰ ਚਲਾ ਕੇ ਦਿਖਾ ਦਿੰਦੇ ਆ। ਨਹੀਂ ਚਲਾਓ ਤੁਸੀਂ ਚਲਾਓ ਤਾਂ ਦੇਖ ਲੈਂਦੇ ਅਸੀਂ। ਮਤਲਬ ਪਰਦਾ ਡਾਊਨ ਇਹ ਹੁਣ ਸਾਨੂੰ ਇਹ ਜਿਹੜੀ ਉਹ ਮਸ਼ੀਨ ਆ ਉਹ ਚਲਾ ਕੇ ਦਿਖਾਉਣਗੇ ਜਿਹੜੀ ਸਿਨੇਮੇ ਘਰ 'ਚੋਂ ਇਹਨਾਂ ਨੇ ਬਾਹਰ ਸਿੱਟੀ ਵੀ ਸੀਗੀ ਉਹਨਾਂ ਦੀ ਇੱਕ ਕਹਿ ਰਹੇ ਸੀ ਵੀ ਕੁਆੜ ਦੀ ਤਰ੍ਹਾਂ ਸਿੱਟੀ ਵੀ ਸੀਗੀ। ਇਹ ਸਾਨੂੰ ਹੁਣ ਚਲਾ ਕੇ ਦਿਖਾਉਣਗੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਇਹਨਾਂ ਕੋਲ ਜਿਹੜਾ ਕਾਫੀ ਉਹ ਪੁਰਾਣਾ ਸਮਾਨ ਆ ਜਿਹੜਾ ਉਹ ਰੱਖਿਆ ਹੋਇਆ ਹੈ। ਇਹ ਹੁਣ ਸਾਨੂੰ ਦਿਖਾਉਣਗੇ ਮਸ਼ੀਨ ਦੇ ਵਿੱਚ ਕੀ ਕੀ ਪੁਰਜੇ ਹੁੰਦੇ ਨੇ। ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੇ ਦੇਖੇ ਹੋਣਗੇ ਜਿਹੜੇ ਸਮੂਰਦੇ ਹੋਣਗੇ ਉਹਨਾਂ ਨੇ ਦੇਖੇ ਹੋਣਗੇ ਪਰ ਸਿਨੇਮੇ ਦੇ ਵਿੱਚ ਜਾਂਦੇ ਆ ਫਿਲਮ ਦੇਖ ਕੇ ਮੁੜੇ ਆਉਂਦੇ ਆ। ਦੇਖੋ ਤੁਸੀਂ ਮੈਂ ਇੱਥੇ ਥੋੜੀ ਜਿਹੀ ਜਾਣਕਾਰੀ ਦੇ ਦਿਆਂ। ਇਹ ਇਸ ਪ੍ਰੋਜੈਕਟਰ ਦਾ ਆਰਕ ਲੈਂਪ ਹੈ। ਇਹਦੀ ਬਹੁਤ ਤੇਜ਼ ਰੋਸ਼ਨੀ ਹੁੰਦੀ ਹੈ ਨੰਗੀਆਂ ਅੱਖਾਂ ਨਾਲ ਇਹਨੂੰ ਨਹੀਂ ਦੇਖਿਆ ਜਾ ਸਕਦਾ ਬਹੁਤ ਤੇਜ਼ ਲਾਈਟ ਹੁੰਦੀ ਹੈ ਤੇ ਇਹ ਸਾਹਮਣੇ ਜਿਹੜੀ ਰੀਲ ਇਹਦੀ ਪਈ ਹੋਈ ਹੈ ਇਹਦੇ ਵਿੱਚ ਨੈਗੇਟਿਵ ਨੇ ਤੇ ਇਹ 1 ਸੈਕਿੰਡ ਦੇ ਵਿੱਚ ਇਸ ਜਗ੍ਹਾ ਤੇ ਵੀਡੀਓ ਪ੍ਰੋਜੈਕਸ਼ਨ ਹੁੰਦੀ ਹੈ ਜਿਹੜੀ ਵੀਡੀਓ ਬਣਦੀ ਹੈ 1 ਸੈਕਿੰਡ ਦੇ ਵਿੱਚ 25 ਫੋਟੋਆਂ ਇਹਦੇ ਵਿੱਚ ਨਿਕਲਦੀਆਂ ਨੇ। ਪਰ ਜਿਹੜੀ ਚੀਜ਼ ਜ਼ਿਆਦਾਤਰ ਨਹੀਂ ਦੱਸੀ ਜਾਂਦੀ ਬੱਚਿਆਂ ਨੂੰ ਵੀ 25 ਫੋਟੋਆਂ ਨਿਕਲਣ ਦੇ ਨਾਲ ਵੀਡੀਓ ਨਹੀਂ ਬਣੇਗੀ। ਸਾਰੀਆਂ ਫੋਟੋਆਂ ਨੂੰ ਇੱਕ ਵਾਰੀ ਰੁਕ ਕੇ ਲੈਂਜ ਦੇ ਅੱਗੇ ਫਿਰ ਜਾਣਾ ਪਏਗਾ ਔਰ ਜਦੋਂ ਉਹ ਫੋਟੋ ਰੁਕੇਗੀ ਉਦੋਂ ਪਿੱਛੋਂ ਲੈਂਪ ਦੀ ਲਾਈਟ ਆਏਗੀ ਤੇ ਜਦੋਂ ਉਹਨੇ ਉੱਥੋਂ ਮੂਵ ਕਰਨਾ ਹੈ ਉਹਨੇ ਮਿਲੀ ਸੈਕਿੰਡ ਵਾਸਤੇ ਜਿਹੜੀ ਲਾਈਟ ਹੈ ਬੰਦ ਵੀ ਕਰਨੀ ਪਏਗੀ। ਇਹ ਬੜਾ ਕ੍ਰਿਟੀਕਲ ਕੰਮ ਹੁੰਦਾ ਹੈ। ਜਦ ਕਿ ਇਹਨੂੰ ਇੰਨਾ ਕਹਿ ਕੇ ਸਾਰ ਦਿੱਤਾ ਤਾਂ 25 ਫੋਟੋ ਬਣਾ ਲਈਆਂ ਇਸ ਤਰ੍ਹਾਂ ਨਹੀਂ ਚੱਲਦੀ। ਇਹਦਾ ਇੱਕ ਫੰਡਾਮੈਂਟਲ ਹੈ। ਹੁਣ ਮੈਂ ਤੁਹਾਨੂੰ ਇਹਨੂੰ ਚਲਾ ਕੇ ਦਿਖਾਉਣਾ ਜੀ।
ਜੈ ਸਿੰਘ ਨੇ ਜਿਹੜੇ ਸਾਨੂੰ ਮਸ਼ੀਨ ਚਲਾ ਕੇ ਦਿਖਾਉਣਗੇ। ਇਹ ਜਿਹੜੀ ਮਸ਼ੀਨ ਸ਼ੁਰੂ ਹੋ ਗਈ ਆ, ਦੇਖੋ ਤੁਸੀਂ ਪਰਦੇ ਦੇ ਉੱਤੇ ਜਿਹੜੀ ਫਿਲਮ ਆ ਉਹ ਬਣ ਰਹੀ ਆ, ਹੁਣ ਦੇਖ ਸਕਦੇ ਹੋ ਤੁਸੀਂ। ਬੜੀ ਵਧੀਆ ਚੀਜ਼ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਰਦੇ 'ਤੇ ਆ ਉਹ ਫਿਲਮ ਲਾਤੀ ਇਹਨਾਂ ਨੇ, ਜਿਹੜੀ ਸਿਨੇਮੇ ਘਰਾਂ ਦੇ ਵਿੱਚ ਲੱਗਦੀ ਆ। ਲੈਬ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਰੱਖਿਆ ਹੋਇਆ ਤੇ ਉਹ ਚੱਲਦਾ ਵੀ ਆ। ਤੁਸੀਂ ਕਿੰਨਾ ਕੁ ਸਮਾਂ ਲੱਗਿਆ ਜੀ ਤੁਹਾਨੂੰ ਇਹ ਜਿਹੜੀ ਚਲਾਉਣ ਦੇ ਵਿੱਚ, ਜਦ ਇਹ ਤੁਸੀਂ ਤਿਆਰ ਕਰੀ ਆ? ਇੱਕ ਉਹਨਾਂ ਨੇ ਤਾਂ ਜਿਵੇਂ ਆਪਾਂ ਕਹਿ ਦਈਏ ਸਕ੍ਰੈਪ ਦੇ ਵਿੱਚ ਸਿੱਟੀ ਹੋਈ ਸੀਗੀ, ਤੁਸੀਂ ਤਿਆਰ ਕਰਿਆ, ਇਹਦੇ ਵਿੱਚ ਕਿੰਨਾ ਸਮਾਂ ਲੱਗਿਆ? ਕੋਈ ਮਕੈਨਿਕ ਬਾਹਰੋਂ ਬੁਲਾਇਆ ਕਿ ਤੁਸੀਂ ਆਪ ਵੀ ਸਾਰਾ ਇਹਦੇ ਨਾਲ ਮੱਥਾ ਮਾਰ ਕੇ ਆਵੇ ਜਲਦੀ ਕਰੀਏ? ਬੜੀ ਬੁਰੀ ਹਾਲਤ 'ਚ ਤੀਆਂ ਜੀ ਮਸ਼ੀਨਾਂ, ਉਹਨਾਂ ਨੇ ਕਬਾੜ 'ਚ ਸਿੱਟੀਆਂ ਹੋਈਆਂ ਤੀਆਂ ਇਹ, ਤੇ ਬਿਲਕੁਲ ਹੀ ਬੇਕਦਰੀ ਵਾਲੇ ਤਰੀਕੇ ਨਾਲ। ਪਰ ਸਾਡੀ ਸਿਰਦਰਦੀ ਦੀ ਵੀ ਨਾ ਤਾਂ ਮੈਂ ਕਦੇ ਮਸ਼ੀਨ ਦੇਖੀ ਸੀ ਤੇ ਨਾ ਹੀ ਇਹਦਾ ਹੁਣ ਕੋਈ ਮਕੈਨਿਕ ਰਿਹਾ। ਫਿਰ ਇਹ ਸੀ ਵੀ ਇਹਦੀ ਥਿਊਰੀ ਸਮਝ ਕੇ ਚਲੋ ਅਸੀਂ ਇੰਜੀਨੀਅਰਿੰਗ ਨਾਲ ਜੁੜੇ ਹੋਏ ਤੇ ਹੌਲੀ ਹੌਲੀ ਇਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਤਕਰੀਬਨ ਸਾਨੂੰ 3 ਤੋਂ 4 ਮਹੀਨੇ ਦਾ ਵਕਤ ਲੱਗਿਆ ਤੇ ਇਹਨੂੰ ਚਾਲੂ ਕਰਨ, ਪਰ ਹੁਣ ਇਹ ਬਿਲਕੁਲ ਸਹੀ ਹਾਲਤ 'ਚ ਚੱਲਦੀ। ਫਿਲਮ ਵਿੱਚ ਦਿੱਤੀ ਆ ਉਹਨਾਂ ਨੇ ਕਿ ਤੁਸੀਂ ਲਿਆਂਦੀ ਹੈ? ਕਿਹੜੀ ਫਿਲਮ ਪਈ ਵੀ ਇਹ 'ਚ? ਇਹ 'ਚ ਪਤਾ ਨਹੀਂ ਹੈ ਜੀ ਮੈਨੂੰ, ਹਿੰਦੀ ਫਿਲਮ ਹੈ ਇਹ, ਇਹਦੇ ਬਾਰੇ ਪਤਾ ਨਹੀਂ ਹੈ ਕਿਹੜੀ ਫਿਲਮ ਦੇ ਸੀਨ ਨੇ। ਪਰ ਹੁਣ ਕਿਉਂਕਿ ਸਿਨੇਮੇ ਨਹੀਂ ਰਹੇ ਪੁਰਾਣੇ ਤਾਂ ਸਾਨੂੰ ਰੀਲ ਵੀ ਨਹੀਂ ਮਿਲ ਪਈ। ਸਾਨੂੰ ਇਹ 2 ਰੀਲਾਂ ਕਿਤੋਂ ਮਿੱਤਰ ਤੋਂ ਮਿਲ ਗਈਆਂ ਤੀਆਂ। ਇਹ ਹੁਣ ਅਸੀਂ ਉਹਨਾਂ ਨੂੰ ਵਾਰ-ਵਾਰ ਘੁਮਾਈ ਜਾਂਦੇ ਹਾਂ, ਕਿਉਂਕਿ ਸਾਡਾ ਇੱਕੋ ਹੀ ਕੰਮ ਹੈ ਇਹ ਦਿਖਾਉਣਾ ਵੀ ਵੀਡੀਓ ਕਿਵੇਂ ਬਣਦੀ ਹੈ, ਆਵਾਜ਼ ਇਹ 'ਚ ਕਿਵੇਂ ਬਣਦੀ ਹੈ, ਕਿਉਂਕਿ ਸਾਡਾ ਮਕਸਦ ਇਹਦਾ ਐਂਟਰਟੇਨਮੈਂਟ ਹੈ ਹੀ ਨਹੀਂ। ਇਸ ਕਰਕੇ ਸਾਨੂੰ ਇਹ ਇੱਕੋ ਹੀ ਰੀਲ ਕੰਮ ਸਾਨੂੰ ਦੇਈ ਜਾਂਦੀ ਹੈ, ਇਹ ਤੋਂ ਕੰਮ ਕਰਦਾ। ਇਸ ਤੋਂ ਇਲਾਵਾ ਜਿਹੜੇ ਟੀਵੀ ਪਏ ਨੇ, ਇਹ ਟੀਵੀ ਕਿੰਨੇ ਮਾਡਲ ਨੇ? ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਟੀਵੀ ਪਿਆ, ਜਿਹੜਾ ਜਿਹੜਾ ਇੱਧਰ ਲੱਕੜ ਦਾ ਟੀਵੀ ਪਿਆ, ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਕਿੰਨੇ ਮਾਡਲ ਟੀਵੀ ਹੈ ਜੀ? ਇਹ ਕੋਈ ਬਾਹਲੇ ਪੁਰਾਣੇ ਨਹੀਂ, ਅਸੀਂ ਇਹਨਾਂ ਨੂੰ ਕਹਿ ਸਕਦੇ ਜੀ। ਇਹ ਮੇਰਾ ਖਿਆਲ ਹੈ ਵੀ 83-84 ਮਾਡਲ। ਅੱਛਾ ਜੀ। ਲਗਭਗ ਇੰਨੇ ਕੁ ਪੁਰਾਣੇ ਟੀਵੀ ਨੇ ਇਹ, ਕਿਉਂਕਿ ਇੰਡੀਆ ਦੇ ਵਿੱਚ ਜ਼ਿਆਦਾਤਰ ਜਿਹੜਾ ਟੀਵੀ ਹੈ 1975-76 ਤੋਂ ਬਾਅਦ ਹੀ ਆਇਆ। ਉਦੋਂ ਟੀਵੀ ਆਮ ਹੋ ਗਏ ਨੇ ਤੇ ਉਦੋਂ ਤੱਕ ਤਾਂ ਇਹ ਬੜੀ ਦੁਰਲੱਭ ਚੀਜ਼ ਸੀਗੀ ਟੀਵੀ, ਕਿਉਂਕਿ ਮੇਰਾ ਜ਼ਮਾਨਾ ਸੀ ਉਦੋਂ ਮੈਂ ਕੰਮ ਸਿੱਖ ਰਿਹਾ ਸੀ ਜਦੋਂ ਇਹ ਚੀਜ਼ਾਂ ਆਈਆਂ ਨੇ। ਰੇਡੀਓਗ੍ਰਾਮ ਪਿਆ ਜੀ, ਉਹਦਾ ਕੀ ਮਕਸਦ ਆ? ਉਹ ਉਹ ਵੀ ਚੱਲਦਾ ਜੀ? ਕੀ ਸਿਸਟਮ ਆ ਉਹਦਾ, ਉਹ ਵੀ ਸਾਨੂੰ ਦੱਸਿਓ। ਤੇ ਤੁਸੀਂ ਇੱਥੇ ਸੁੱਚਾਂ ਨੇ ਜਿਹੜੀਆਂ ਉਹ ਵੀ ਸਾਰੀਆਂ ਤਕਰੀਬਨ ਰੱਖੀਆਂ ਹੋਈਆਂ ਨੇ। ਹਰੇਕ ਤਰ੍ਹਾਂ ਦੀ ਜਿਹੜੀ ਸੁੱਚ ਆ ਪੁਰਾਣੀਆਂ, ਜਿਵੇਂ ਆਪਣੀਆਂ ਪੁਰਾਣੀਆਂ ਫਿਟਿੰਗਾਂ ਹੁੰਦੀਆਂ ਸੀਗੀਆਂ ਅੱਗੇ ਘਰਾਂ ਦੇ ਵਿੱਚ, ਲੱਕੜ ਦੀਆਂ ਫਿਟਿੰਗਾਂ ਹੁੰਦੀਆਂ ਸੀਗੀਆਂ, ਉਹ ਵੀ ਸੁੱਚ ਇੱਥੇ ਲਾਈਆਂ ਇਹਨੇ ਨੇ। ਇਹ ਇਹਦੇ ਬਾਰੇ ਦੱਸ ਦਿਓ ਸਾਨੂੰ, ਰੇਡੀਓ ਬਾਰੇ। ਇਹ ਰੇਡੀਓਗ੍ਰਾਮ ਹੈ ਜੀ। ਇਹ ਜਿਹੜੀ ਮਸ਼ੀਨ ਦੀ ਖੂਬਸੂਰਤੀ ਹੈ, ਉਸ ਜ਼ਮਾਨੇ 'ਚ ਜਦੋਂ ਇੱਕ ਸੂਈ ਵਾਲਾ ਰਿਕਾਰਡ ਨੂੰ ਵੀ ਆਟੋਮੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਮਸ਼ੀਨ ਦੇ ਵਿੱਚ 10 ਰਿਕਾਰਡ ਪੈਂਦੇ ਨੇ, ਹੁਣ ਮੈਂ 2 ਪਾਏ ਹੋਏ ਨੇ, ਪਰੰਤੂ 10 ਦੇ 10 ਰਿਕਾਰਡ ਇੱਕ ਵਾਰ ਮਸ਼ੀਨ ਚਾਲੂ ਹੋ ਗਈ, ਇਹ ਸਾਰੇ ਰਿਕਾਰਡ 1 ਬਾਈ 1 ਆਪਣੇ ਆਪ ਚੱਲਦੇ ਰਹਿੰਦੇ ਤੇ। ਜਾਣੀ ਕਿ ਉਸ ਜ਼ਮਾਨੇ 'ਚ ਇੱਕ ਆਟੋਮੇਸ਼ਨ ਦੀ ਹੱਦ ਹੈ ਇਹ, ਵੀ ਰਿਕਾਰਡ 1 ਬਾਈ 1 ਜਿਹੜਾ ਡਿੱਗਦਾ ਸੀਗਾ ਤੇ ਆਪਣੇ ਆਪ ਚੱਲਦਾ ਰਹਿੰਦਾ। ਤੇ ਜਦ ਕਿ ਇੱਕ ਰਿਕਾਰਡ ਦਾ ਜਿਹੜਾ ਟਾਈਮ ਹੁੰਦਾ ਗਾਣਿਆਂ ਦਾ ਉਹ 20 ਮਿੰਟ ਦਾ ਹੁੰਦਾ, ਤੇ ਇਹ 2.5-3 ਘੰਟੇ ਨਹੀਂ ਸੀ ਰੁਕਦੀ ਮਸ਼ੀਨ। ਔਰ ਇਹ ਸਾਰੀ ਇਲੈਕਟ੍ਰੋ ਮਕੈਨੀਕਲ ਹੈ, ਇਹਦੇ ਵਿੱਚ ਕੋਈ ਨਵੇਂ ਜ਼ਮਾਨੇ ਦਾ ਸੈਂਸਰ 'ਚ ਨਹੀਂ ਹੈ, ਇਲੈਕਟ੍ਰੋ ਮਕੈਨੀਕਲ ਹੈ। ਇਹਨੂੰ ਰੇਡੀਓਗ੍ਰਾਮ ਇਸ ਕਰਕੇ ਨਾ ਵੀ ਇਹਦੇ ਵਿੱਚ ਗ੍ਰਾਮੋਫੋਨ ਵੀ ਹੈ ਤੇ ਨਾਲ ਇਹਦਾ ਰੇਡੀਓ ਵੀ ਹੈ। ਇਹ ਹੁਣ ਵੀ ਜਦੋਂ ਇਹ ਚੱਲਦੀ ਹੈ ਤਾਂ ਜਿਹੜਾ ਰੇਡੀਓ ਦੀ ਆਵਾਜ਼ ਹੈ ਉਹੀ ਇਹ ਵਰਤੋਂ 'ਚ ਲੈਂਦੀ ਹੈ। ਇਹ ਇਕੱਠੀ ਮਸ਼ੀਨ ਹੈ, ਕੰਬਾਈਨਡ ਹੈ। ਇਹ ਵੀ ਚੱਲਦੀ ਹੈ ਜੀ? ਇਹ ਵੀ ਹਾਂਜੀ। ਦੇਖ ਨੀਚੇ ਕੀ ਇਹਦਾ, ਇਹ ਵੀ ਸਾਨੂੰ ਦਿਖਾ ਦਿਓ ਖੋਲ ਕੇ। ਇਹਦੇ ਰਿਕਾਰਡ ਸੰਭਾਲਣ ਦਾ ਚੈਂਬਰ ਬਣਿਆ ਹੋਇਆ ਜੀ। ਆ ਸਾਈਡਾਂ ਦੇ ਸਪੀਕਰ ਨੇ ਇਹਦੇ? ਹਾਂ, ਸਾਈਡਾਂ ਤੇ ਸਪੀਕਰ ਲੱਗੇ ਜੀ। ਇਹ ਮਸ਼ੀਨ ਤੁਹਾਨੂੰ ਕਿੱਥੋਂ ਮਿਲੀ? ਇਹ ਜਿਹੜੀ ਮਸ਼ੀਨ ਸੀ ਜੀ ਵੈਸੇ ਬੜੀ ਦੁਰਲੱਭ ਮਸ਼ੀਨ ਹੈ। ਮੇਰੇ ਜਿਹੜੇ ਇੱਕ ਮਿੱਤਰ ਨੇ ਧੂਰੀ ਤੋਂ, ਤੁਸੀਂ ਮੈਂ ਕਹੂੰਗਾ ਵੀ ਇੱਥੇ ਥੋੜ੍ਹਾ ਜਿਹਾ ਦਿਖਾ ਵੀ ਦਿਓਗੇ, ਸਰਦਾਰ ਦਰਸ਼ਨ ਸਿੰਘ ਸਧਿਓੜਾ ਜਿਲਰ ਤੋਂ। ਇਹ ਉਹਨਾਂ ਕੋਲੇ ਮਸ਼ੀਨ ਇਹ ਪਈ ਸੀ। ਅੱਛਾ ਜੀ। ਤੇ ਉਦੋਂ ਖਰਾਬ ਹਾਲਤ 'ਚ ਸੀ ਤਾਂ ਉਹਨਾਂ ਨੇ ਵੀ ਕਿਹਾ ਵੀ ਮੈਂ ਮਸ਼ੀਨ ਇੱਥੇ ਦੇਣੀ ਚਾਹੁੰਦਾ, ਉਹ ਸਾਨੂੰ ਗਿਫਟ ਕਰਕੇ ਗਏ। ਅੱਛਾ ਜੀ। ਤੇ ਇਹ ਮਸ਼ੀਨ ਨੂੰ ਵੀ ਸਾਨੂੰ 8-9 ਮਹੀਨੇ ਲੱਗੇ ਜੀ ਚਾਲੂ ਕਰਨ ਨੂੰ, ਕਿਉਂਕਿ ਸਵਾਲ ਹੈ ਵੀ ਨਾ ਇਹਨਾਂ ਦਾ ਮਕੈਨਿਕ ਹੈ ਤੇ ਨਾ ਹੀ ਇਹਨਾਂ ਦਾ ਸਮਾਨ ਮਿਲਦਾ ਹੈ।
ਪਰ ਇਹ ਮੇਰੀ ਖੁਸ਼ਕਿਸਮਤੀ ਸੀ ਜਿਹੜਾ ਰੇਡੀਓ ਦਾ ਪਾਰਟ ਸੀ, ਮੇਰੇ ਉਸਤਾਦ ਜੀ ਹਲੇ ਵੀ ਹੈਗੇ ਨੇ, ਹਰੀਸ਼ ਜੀ ਸ਼ਰਮਾ ਧੂਰੀ ਤੋਂ, ਉਹ ਰੇਡੀਓ ਦੇ ਕਾਰੀਗਰ ਨੇ ਅਤੇ ਗ੍ਰਾਮੋਫੋਨ ਦਾ ਕਾਰੀਗਰ ਮੈਂ ਖੁਦ ਬਹੁਤ ਰਿਹਾ। ਇਸ ਕਰਕੇ ਇਹ ਜਿਹੜੀਆਂ ਮਸ਼ੀਨਾਂ ਅੱਜ ਚਾਲੂ ਹਾਲਤ 'ਤੇ ਤੁਸੀਂ ਦੇਖ ਪਾ ਰਹੇ ਹੋ। ਅਤੇ ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ਅੱਜ ਹੁਣ ਤਾਂ ਪਹਿਲਾਂ ਇਹ ਤਵੇ ਆਉਂਦੇ ਸੀਗੇ, ਫਿਰ ਰੀਲਾਂ ਆ ਗਈਆਂ, ਫਿਰ ਉਸ ਤੋਂ ਬਾਅਦ ਸੀਡੀਆਂ ਆ ਗਈਆਂ, ਸੀਡੀਆਂ ਤੋਂ ਹੁਣ ਪੈਨ ਡਰਾਈਵ ਆ ਗਈਆਂ, ਜਿਸ 'ਚ ਤੁਸੀਂ ਕੁਝ ਵੀ ਪਾ ਸਕਦੇ ਹੋ, ਕਿੰਨੇ ਮਰਜ਼ੀ ਘੰਟੇ ਦਾ ਪਾ ਸਕਦੇ ਹੋ। ਅਤੇ ਜਿਹੜੇ ਪਹਿਲਾਂ ਹੁੰਦੇ ਸੀਗੇ ਸਿਰਫ 3 ਘੰਟੇ ਦੇ ਦੇਖ ਲਓ ਤੁਸੀਂ, 10 ਤਵੇ ਪੈਂਦੇ ਸੀਗੇ, ਉਹ 20 ਮਿੰਟ ਚੱਲਦਾ ਸੀਗਾ ਇੱਕ ਤਵਾ। ਹੁਣ ਇਹਨਾਂ ਕੋਲ ਸੁੱਚਾਂ ਨੇ, ਉਹ ਜਿਹੜੀਆਂ ਹਰੇਕ ਜਿਹੜੀ ਕਿਸਮ ਦੀਆਂ ਉਹ ਸੁੱਚਾਂ ਨੇ। ਜਿਹੜੀ ਸਾਰਿਆਂ ਨੂੰ ਪੁਰਾਣੀ ਸੁੱਚਾ, ਕੋਈ ਪਹਿਲੀ ਸੁੱਚ ਆਈ ਹੋਵੇ ਜੀ, ਉਹ ਕਿਹੜੀ ਆ? ਸਾਨੂੰ ਉੱਥੋਂ ਸ਼ੁਰੂਆਤ ਉੱਥੋਂ ਕਰਵਾਓ। ਇਹ ਉਹੀ ਪੁਰਾਣੀਆਂ ਸੁੱਚਾਂ ਨੇ ਜੀ, ਇਹਨਾਂ ਨੂੰ ਟੰਬਲਰ ਸੁੱਚਾਂ ਬੋਲਿਆ ਜਾਂਦਾ ਸੀਗਾ। ਅਤੇ ਮੈਂ ਇਹ ਅਸਲ ਸੁੱਚਾਂ ਜਿਹੜੀਆਂ ਇੱਥੇ ਲਗਾਈਆਂ ਨੇ, ਇਹਨਾਂ ਦਾ ਸਾਡਾ ਮਕਸਦ ਕੋਈ ਇਹ ਨਹੀਂ ਹੈ ਵੀ ਪੁਰਾਣੀਆਂ ਚੀਜ਼ਾਂ ਦਿਖਾਉਣਾ। ਤੁਸੀਂ, ਮੈਂ ਬੇਨਤੀ ਕਰੂੰਗਾ ਕੈਮਰਾਮੈਨ ਜੀ ਨੂੰ, ਤੁਸੀਂ ਦਿਖਾਓਗੇ ਨਾ, ਇਹ ਜਿਹੜਾ ਸੁੱਚ ਹੈ ਇਹਦਾ ਇਕੱਲਾ ਪਾਰਟ ਵਰਕਿੰਗ 'ਚ ਨਜ਼ਰ ਆਉਂਦਾ ਹੈ। ਇੱਥੇ ਹਰ ਹਿੱਸਾ ਇਹਦਾ ਚਾਲੂ ਨਜ਼ਰ ਆਉਂਦਾ ਹੈ, ਅਤੇ ਇਹਦੀਆਂ ਤਾਰਾਂ ਅਸੀਂ ਇਸ ਜਗ੍ਹਾ 'ਤੇ ਕੱਢੀਆਂ ਹੋਈਆਂ ਨੇ ਸਾਰੀਆਂ। ਅਤੇ ਸਾਡਾ ਬੱਚਿਆਂ ਨੂੰ ਮਕਸਦ ਇਹ ਦਿਖਾਉਣਾ ਹੁੰਦਾ ਵੀ ਸੁੱਚ ਦੇ ਵਿੱਚ ਆਖਰ ਹੁੰਦਾ ਕੀ ਹੈ, ਅਤੇ ਜਦੋਂ ਅਸੀਂ ਐਕਟ ਕਰਦੇ ਹਾਂ ਉਦੋਂ ਦਾ ਕੀ ਰਿਐਕਸ਼ਨ ਹੁੰਦਾ ਹੈ। ਇਸ ਕਰਕੇ ਜਿਹੜੀਆਂ ਇਹ ਸੁੱਚਾਂ ਨੇ, ਕਿਉਂਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਸੁੱਚਾਂ ਨੇ ਉਹ ਇੰਨੀਆਂ ਕੰਪੈਕਟ ਨੇ, ਉਹ ਤਾਂ ਖੁਲਾਈ ਨਹੀਂ ਖੁੱਲ੍ਹਦੀ। ਅਤੇ ਅਸੀਂ ਬੱਚਿਆਂ ਨੂੰ ਕੀ ਦਿਖਾਵਾਂਗੇ? ਬੱਚਿਆਂ ਦੇ ਦਿਲ ਦੇ ਵਿੱਚ ਇੱਕ ਭੁਲੇਖਾ ਰਹਿ ਜਾਂਦਾ ਵੀ ਸੁੱਚ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਹੋਊਗਾ। ਇਹਦਿਆਂ ਦੀ ਮਦਦ ਨਾਲ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੀਆਂ ਅਸਲ ਦੇ ਵਿੱਚ ਇਹ ਲੋੜ ਤੋਂ ਵੱਧ ਸਿੰਪਲ ਤੀਆਂ, ਇਸੇ ਕਰਕੇ ਅਸੀਂ ਇਹਨਾਂ ਨੂੰ ਦਿਖਾਉਣ ਇਹਦੇ ਨਾਲ ਮਦਦ ਨਾਲ ਸਿਖਾਉਂਦੇ ਹਾਂ ਵੀ ਬੱਚੇ ਦੇ ਬੜੇ ਆਰਾਮ ਨਾਲ ਸਮਝ ਆ ਜੇ। ਇਹ ਜਿਹੜੇ ਤੁਸੀਂ ਤਾਰਾਂ ਦੇਖ ਰਹੇ ਹੋ, ਇੱਥੇ ਸਾਡੇ ਬੱਚਿਆਂ ਨੇ ਲਾਈਆਂ ਨੇ। ਇਹ ਲੱਗੇ ਰਹਿੰਦੇ ਨੇ ਵੀ ਇੱਕ ਸੁੱਚ ਨਾਲ ਬੱਲਬ ਕਿਵੇਂ ਚਲਾਉਣਾ ਹੈ, 2 ਨਾਲ ਕਿਵੇਂ ਚਲਾਉਣਾ ਹੈ, ਪੌੜੀਆਂ ਵਾਲੀ ਲਾਈਟ ਕਿਵੇਂ ਚਲਾਉਣੀ ਹੈ, ਜਾਂ ਸੀਰੀਜ਼ ਪੈਰਲਲ ਬੱਲਬ ਕਿਵੇਂ ਚਲਾਉਣੇ ਨੇ। ਇਹ ਜਿਹੜੇ ਸਾਰੇ ਕਨਸੈਪਟ ਕਲੀਅਰ ਕਰਨ ਵਾਸਤੇ ਹੀ ਇਹ ਸਮਾਨ ਲਿਆਂਦਾ ਗਿਆ। ਇਸ ਤੋਂ ਇਲਾਵਾ ਤੁਸੀਂ ਬਿਜਲੀ ਨਾਲ ਜਿਹੜੇ ਉਹ ਇੱਕ ਕਹਿ ਦਈਏ ਕਿ ਪੰਗੇ ਲੈਂਦੇ ਰਹੇ ਹੋ ਸ਼ੁਰੂ ਤੋਂ, ਕਦੇ ਤੁਹਾਨੂੰ ਕਿੰਨੇ ਕੁ ਝਟਕੇ ਲੱਗੇ ਨੇ ਜਿਹੜੇ ਜ਼ਿੰਦਗੀ 'ਚ ਉਹ ਬਿਜਲੀ ਨੇ ਮਾਰੇ ਨੇ? ਇਹ ਤਾਂ ਨਹੀਂ ਜੀ ਹੁਣ ਗਿਣੇ ਜਾ ਸਕਦੇ, ਕਿਉਂਕਿ ਹੁਣ ਤਾਂ ਇਹ ਸਾਡੀ ਖੁਰਾਕ ਹੋ ਗਈ ਹੈ। ਅਤੇ ਇਹ ਹੈ ਵੀ ਇਹਦਾ ਜਿਹੜਾ ਝਟਕੇ ਨਾਲੋਂ ਜ਼ਿਆਦਾ ਖਤਰਨਾਕ ਕੰਮ ਹੈ ਬਿਜਲੀ। ਮੈਂ ਕਹਿੰਦਾ ਕਰੰਟ ਲੱਗੇ ਅਤੇ ਬੰਦਾ ਮਰ ਜੇ, ਉਹਦਾ ਇੱਕ ਵੱਖਰਾ ਕੰਮ ਹੈ। ਜਿਹੜਾ ਇਹ ਫੂਕ ਕੇ ਸੜਦੀ ਹੈ ਨਾ, ਫਿਰ ਉਹ ਬੜਾ ਤੰਗ ਕਰਦਾ ਹੈ। ਮੇਰੇ ਸੰਨ 85 'ਚ ਵੀ ਐਕਸੀਡੈਂਟ ਹੋਇਆ, ਉਦੋਂ ਮੈਂ ਥੋੜ੍ਹਾ ਜਲਿਆ ਸੀਗਾ। ਅਤੇ 88 ਦੇ ਵਿੱਚ 1988 'ਚ ਮੇਰਾ ਜਿਹੜਾ ਇੱਕ ਐਕਸੀਡੈਂਟ ਬਹੁਤ ਜ਼ਬਰਦਸਤ ਹੋਇਆ ਸੀ। ਉਦੋਂ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੀਆਂ ਜਿਹੜੀਆਂ ਬਾਹਾਂ ਤੀਆਂ, ਚਿਹਰਾ 'ਤੇ, ਛਾਤੀ 'ਤੇ ਸਭ ਜਲ ਗਿਆ ਸੀ। ਮੈਂ ਪੂਰਾ 60% ਮੈਂ ਉਸ ਟਾਈਮ ਬਰਨ ਹੋ ਗਿਆ ਸੀ। ਇੱਕ ਆਪਣੇ ਜਿਹੜੇ ਆਮ ਪਿੰਡਾਂ ਦੇ ਵਿੱਚ ਹੁੰਦਾ ਕਿ ਜੇ ਬੰਦੇ ਨੂੰ ਕਰੰਟ ਲੱਗੇ ਤਾਂ ਮਿੱਟੀ ਦੱਬਦੇ ਨੇ, ਤੁਸੀਂ ਕਰੰਟ 'ਚ ਰਹਿੰਦੇ ਹੋ, ਕੀ ਆ ਹੋ ਹੈ ਕੋਈ ਲੌਜਿਕ ਹੈਗਾ ਉਹਦਾ? ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ ਹੈ ਉਸ ਗੱਲ ਦਾ। ਇੱਕ ਬਹੁਤ ਸਾਰੇ ਫਾਲਤੂ ਵਹਿਮ ਪਾਲ ਲਏ ਜਾਂਦੇ ਨੇ। ਉਹ ਮੈਂ ਤਾਂ ਕਈ ਵਾਰੀ ਸੁਣਿਆ ਵੀ ਪਰ ਕੋਈ ਸੱਪ ਕੱਟ ਦੇ ਦਿਓ, ਗੋਹਾ ਲਾ ਦਿਓ, ਬਿਜਲੀ ਲੱਗੀ ਤਾਂ ਉਹਦਾ ਮਿੱਟੀ 'ਚ ਦੱਬਣ ਦਾ ਕੋਈ ਮਕਸਦ ਨਹੀਂ ਹੈ। ਬਿਜਲੀ ਜਿੱਥੋਂ ਸਾਡੇ ਸ਼ੁਰੂ ਹੋਈ, ਜਿਸ ਜਗ੍ਹਾ ਤੋਂ ਪਾਸ ਹੋ ਗਈ, ਉਹਨੇ ਜੋ ਆਪਦਾ ਐਕਸ਼ਨ ਤੀ ਕਰਕੇ ਚਲੀ ਗਈ। ਹਾਂ, ਹੁੰਦਾ ਕੀ ਹੈ ਵੀ ਉਸ ਤੋਂ ਬਾਅਦ ਜਿਹੜੀ ਫਸਟ ਏਡ ਦੇ ਤੌਰ 'ਤੇ ਤਾਂ ਜਿਹੜੀਆਂ ਅੰਤੜੀਆਂ ਨੇ ਜਾਂ ਸਾਡੀਆਂ ਨਾੜਾਂ ਨੇ, ਨਰਵਸ ਸਿਸਟਮ ਹੈ, ਉਹਨੂੰ ਬਿਜਲੀ ਡੈਮੇਜ ਕਰ ਦਿੰਦੀ ਹੈ, ਉਹਨੂੰ ਬਿਲਕੁਲ ਸੁੰਗੇੜ ਦਿੰਦੀ ਹੈ। ਕਈ ਵਾਰੀ ਬਲੱਡ ਦਾ ਸਰਕਲ ਵੀ ਰੁਕ ਜਾਂਦਾ ਹੈ, ਸਾਹ ਦਾ ਸਰਕਲ ਵੀ ਰੁਕਦਾ ਹੈ। ਜ਼ਰੂਰਤ ਹੁੰਦੀ ਹੈ ਉਦੋਂ ਫਸਟ ਏਡ ਦੇਣ ਦੀ। ਫਸਟ ਏਡ ਵੀ ਕਿਸ ਚੀਜ਼ ਦੀ? ਵੀ ਪਹਿਲੇ ਗੇੜ 'ਤੇ ਮਰੀਜ਼ ਨੂੰ ਸਾਹ ਆਉਂਦਾ ਹੋਵੇ, ਜੇ ਕਿਉਂਕਿ ਸਾਹ ਦੀ ਜਿਹੜੀ ਕਿਰਿਆ ਉਹ ਰੁਕ ਜਾਂਦੀ ਹੈ ਜਾਂ ਬਿਜਲੀ ਦਾ ਝਟਕਾ ਵੱਜਦਾ, ਉਹਨੂੰ ਆਰਟੀਫਿਸ਼ੀਅਲ ਤਰੀਕੇ ਨਾਲ ਚਾਲੂ ਕਰਕੇ ਸਾਹ ਚਾਲੂ ਕੀਤਾ ਜਾਵੇ। ਜੇ ਦਿਲ ਦੀ ਧੜਕਣ ਰੁਕੀ ਹੈ ਤਾਂ ਉਹਨੂੰ ਥੋੜ੍ਹਾ ਬਹੁਤ ਝੂਟੇ ਦੇ ਕੇ ਅਤੇ ਦਿਲ ਦੀ ਧੜਕਣ ਨੂੰ ਚਾਲੂ ਕੀਤਾ ਜਾਵੇ। ਸਭ ਤੋਂ ਵੱਡੀ ਫਸਟ ਏਡ ਬਿਜਲੀ ਦੀ ਇਹੀ ਹੈ, ਹੋਰ ਇਸ ਤੋਂ ਸਿਵਾ ਕੁਛ ਨਹੀਂ ਹੈ। ਗੋਹੇ 'ਚ ਦੱਬਣਾ, ਮਿੱਟੀ 'ਚ ਦੱਬਣਾ, ਚਿੱਕੜ 'ਚ ਦੱਬਣਾ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਇਹ ਨੋਰਮਲ ਬੰਦਾ, ਜੇਕਰ ਆਪਾਂ ਗੱਲ ਕਰੀਏ ਇਹ ਨੋਰਮਲ ਬੰਦਾ ਕਿੰਨਾ ਕੁ ਕਰੰਟ ਆ ਜਿਹੜਾ ਉਹ ਸਹਿ ਸਕਦਾ? ਵੀ ਉਹਨੂੰ ਇੰਨਾ ਕਰੰਟ ਕੁਛ ਨਹੀਂ ਕਹਿੰਦਾ, ਵੀ ਨੋਰਮਲ ਹੀ ਆ, ਕਿੰਨਾ ਕੁ ਉਹ? ਦੇਖੋ ਜੀ, ਜਿਹੜਾ ਕਿਸੇ ਹਿਊਮਨ ਬਾਡੀ ਵਾਸਤੇ ਹੈ ਉਹ ਮੰਨਿਆ ਜਾਂਦਾ ਵੀ 30 ਮਿਲੀ ਐਂਪ ਦਾ ਜਿਹੜਾ ਕਰੰਟ ਹੈ ਉਹ ਸਰੀਰ ਬਰਦਾਸ਼ਤ ਕਰ ਜਾਂਦਾ। ਜਿਹੜਾ 30 ਮਿਲੀ ਐਂਪ ਦਾ ਕਰੰਟ ਹੈ, ਇਹ ਨੋਰਮਲ ਹਾਲਤਾਂ 'ਚ ਗੱਲ ਕਰੀ ਜਾਵੇ ਤਾਂ 90 ਵੋਲਟ ਤੋਂ ਇਹ ਸ਼ੁਰੂ ਹੋ ਕੇ 110-15 ਵੋਲਟ ਤੱਕ ਇਹ 20-22 ਮਿਲੀ ਐਂਪ ਦਾ ਕ੍ਰੋਸਿੰਗ ਸ਼ੁਰੂ ਹੋ ਜਾਂਦੀ ਹੈ। 230 ਦੇ ਉੱਤੇ ਤਾਂ ਸਾਨੂੰ 50-60 ਦਾ ਝਟਕਾ ਲੱਗਦਾ, 50 ਤੋਂ 60 ਮਿਲੀ ਐਂਪ ਦਾ, ਜਿਹੜਾ ਕਿ ਖਤਰਨਾਕ ਹੁੰਦਾ। ਜਿਹੜੇ ਸਾਡੇ ਵਿਦੇਸ਼ ਨੇ, ਖਾਸ ਤੌਰ 'ਤੇ ਕੈਨੇਡਾ, ਅਮਰੀਕਾ, ਉੱਥੇ 110 ਵੋਲਟ ਸਪਲਾਈ ਘਰਾਂ 'ਚ ਹੈ। ਉਹ ਇਸੇ ਕਰਕੇ ਹੈ ਵੀ 110 ਦੇ ਨਾਲ ਜਿਹੜਾ 30 ਮਿਲੀ ਐਂਪ ਤੋਂ ਕਰੰਟ ਹੇਠਾਂ ਰਹਿ ਜਾਂਦਾ, ਝਟਕਾ ਵੱਜਦਾ ਪਰ ਉਹ ਜਾਨੀ ਨੁਕਸਾਨ ਨਹੀਂ ਹੁੰਦਾ ਉਹਦਾ, ਪਰੰਤੂ 230 ਹੈ। ਸਾਨੂੰ ਪ੍ਰੈਕਟੀਕਲ ਕਰਕੇ ਦਿਖਾਏਂਗੇ ਕਿ ਇੱਕ ਬੰਦਾ ਕਿੰਨਾ ਕਰੰਟ ਜਿਹੜਾ ਉਹ ਸਹਿ ਸਕਦਾ?
ਜੀ ਜੀ ਆਓ ਅਸੀਂ ਦੇਖਦੇ ਹਾਂ ਹੁਣ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਕਿ ਬੰਦਾ ਜਿਹੜਾ ਉਹ ਕਿੰਨਾ ਕੁ ਕਰੰਟ ਆ ਜਿਹੜਾ ਉਹ ਸਹਿ ਸਕਦਾ। ਇਹ ਹੁਣ ਸਾਨੂੰ ਦਿਖਾਉਣਗੇ ਕਿ ਜਿਹੜਾ ਬੰਦੇ ਦੇ ਵਿੱਚ ਦੀ ਕਰੰਟ ਲੰਘਦਾ ਉਹ ਤੋਂ ਬਾਅਦ ਬੱਲਬ ਕਿਵੇਂ ਮੱਚਦਾ, ਕਿੰਨੇ ਕੁ ਜਿਹੜਾ ਬੰਦਾ ਉਹ ਕਰੰਟ ਸਹਿ ਸਕਦਾ। ਹੁਣ ਸਾਨੂੰ ਲਾ ਕੇ ਦਿਖਾਉਣਗੇ, ਬੱਲਬ ਮਚਾ ਕੇ ਦਿਖਾਉਣਗੇ। ਇੱਥੇ ਹੁਣ ਦਿਖਾਉਣਗੇ ਸਾਨੂੰ ਇਹ ਕਿੰਨੇ ਵਾਟ ਦਾ ਬੱਲਬ ਹੈ। ਇਹ 100 ਵਾਟ ਦਾ। ਅੱਛਾ ਜੀ, ਇਹ 100 ਵਾਟ ਦਾ ਬੱਲਬ ਆ ਜਿਹੜਾ ਉਹ ਬੱਲਬ ਹੈ ਜੀ। ਪਲੱਸ ਉਧਰ ਮੀਟਰ ਦੇ ਉੱਪਰ ਰੀਡਿੰਗ ਆਊਗੀ ਵੀ ਕਿੰਨੇ ਵੋਲਟੇਜ ਨੇ ਬੱਲਬ ਜਦੋਂ ਚੱਲੇਗਾ ਜੀ। ਇਧਰੋਂ ਉਹਨਾਂ ਕਰੰਟ ਲੱਗਣਾ ਸ਼ੁਰੂ ਹੋ ਜਾਏਗਾ ਜੀ। ਆ ਦੇਖੋ ਹੁਣ ਇਸ ਟਾਈਮ ਵੋਲਟੇਜ ਆਉਣੇ ਸ਼ੁਰੂ ਹੋ ਗਏ ਜੀ। ਮੀਟਰ ਨੂੰ ਇੱਧਰ ਕਰ ਦਿਓ, ਸਟੈਂਡ ਤੇ ਕਰ ਦਿਓ ਮੀਟਰ ਨੂੰ, ਐ ਨਾਲ ਚਾਹੇ ਬੱਲਬ ਇਹਦੇ ਬਰਾਬਰ ਕਰ ਲਓ ਜੀ। ਠੀਕ ਹੈ ਜੀ, 13 ਵੋਲਟੇਜ ਆਏ ਨੇ ਫਿਲਹਾਲ ਹਜੇ। ਹਾਂ ਉਹ ਦੇਖੋ ਬੱਲਬ ਦਿਖਾਣ, ਦੇਖੋ ਬੱਲਬ ਤੁਹਾਨੂੰ ਲੱਗਿਆ ਕੁਝ ਪਤਾ? ਨਹੀਂ ਹਜੇ ਨਹੀਂ ਪਤਾ ਲੱਗਿਆ ਜੀ। ਦੇਖੋ ਬੱਲਬ ਚੱਲਣਾ ਸ਼ੁਰੂ ਹੋ ਗਿਆ ਜੀ। ਦੇਖੋ ਠੀਕ ਹੈ ਜੀ, ਉਧਰ 36 ਵੋਲਟੇਜ ਹੋ ਗਏ, ਬਰਾਬਰ ਕਰ ਲਓ ਮੈਂ ਕਹਿੰਦਾ ਉਹਦੇ। ਹਾਂ ਸ਼ੁਰੂ ਹੋ ਗਿਆ ਨਾ। ਹਾਂ ਆ ਦੇਖੋ ਜੀ, ਦੋਨੋਂ ਪਲੱਸ ਵੋਲਟੇਜ ਵੀ ਆ ਰਹੇ ਨੇ ਤੇ ਉਹੀ ਤਾਰਾਂ ਨੇਗੀਆਂ ਜਿਹੜੀਆਂ ਨੇਗੀਆਂ। ਥੋੜੇ ਜਿਹਾ ਘਟਾਉਣਾ। ਹਾਂ ਦੇਖੋ ਆ ਦੇਖੋ ਠੀਕ ਹੈ ਜੀ। ਇਸ ਟਾਈਮ ਦੇਖੋ 40-45 ਵੋਲਟੇਜ ਆ ਗਏ। ਮੇਰੇ ਹਿਸਾਬ ਨਾਲ ਵੀ 110 ਵੋਲਟੇਜ ਤੋਂ ਉੱਪਰ ਜਾ ਕੇ ਕਰੰਟ ਲੱਗਣਾ ਸ਼ੁਰੂ ਹੋਵੇਗਾ ਜੀ। ਠੀਕ ਹੈ ਜੀ, ਇਸ ਟਾਈਮ 72 ਵੋਲਟੇਜ ਆ ਗਏ। ਦੇਖੋ ਹਜੇ ਫਿਲਹਾਲ ਕੋਈ ਕਰੰਟ ਨਹੀਂ ਜ਼ਿਆਦਾ ਲੱਗ ਰਿਹਾ ਜੀ। ਠੀਕ ਹੈ ਜੀ, 82-83 ਵੋਲਟੇਜ ਆ ਗਏ ਜੀ। ਠੀਕ ਹੈ ਜੀ, ਹਜੇ ਵੀ ਕੋਈ ਜ਼ਿਆਦਾ ਨਹੀਂ ਮਹਿਸੂਸ, ਮਤਲਬ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਜੀ ਹੁਣ। ਤੇ ਉਵੇਂ ਝਟਕਾ ਨਹੀਂ ਹਜੇ ਲੱਗ ਰਿਹਾ ਪੂਰਾ। ਠੀਕ ਹੈ ਜੀ, ਤੇ 88 ਵੋਲਟੇਜ ਨੇ। ਠੀਕ ਹੈ ਜੀ, ਤੇ ਹਜੇ ਵੀ ਦੇਖੋ 90 ਵੋਲਟੇਜ, 91-92, 110 ਤੱਕ ਤਾਂ ਨਾਰਮਲ ਹੀ ਰਹਿੰਦਾ ਜੀ। ਠੀਕ ਹੈ ਜੀ, ਹੁਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਰੰਟ ਮਤਲਬ। ਠੀਕ ਹੈ ਜੀ, ਹਾਂ ਥੋੜ੍ਹਾ ਜਿਹਾ ਹੋਰ ਕਰੋ ਜੀ ਵੋਲਟੇਜ, ਹੋਰ ਕਰ ਦਿਓ। ਹਾਂ ਕਰੋ ਹਜੇ 102, 105, 110, 100। ਠੀਕ ਹੈ ਜੀ, ਤੇ ਹੁਣ ਮਤਲਬ ਜਿਵੇਂ ਕਹਿੰਦੇ ਕੀੜੀਆਂ ਜਿਹੀਆਂ ਲੜਦੀਆਂ ਹੁੰਦੀਆਂ ਨੇ ਜੀ, ਉਵੇਂ ਹੋ ਗਿਆ ਸ਼ੁਰੂ ਲੱਗਣਾ। ਹਾਂ ਪਰ ਹਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੱਲਬ ਆ ਉਹ ਵੀ ਪੂਰਾ ਮੱਚ ਗਿਆ ਤੇ ਇਹਨਾਂ ਨੂੰ ਇਹ ਕਹਿੰਦੇ ਥੋੜ੍ਹੀਆਂ ਕੀੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਹ ਹਰੇਕ ਬੰਦੇ ਦੀ ਐਵੇਂ ਹੁੰਦਾ ਕਿ ਕਿਸੇ ਦੀ ਬਾਡੀ ਦਾ ਫਰਕ ਹੁੰਦਾ ਜੀ, ਮਾੜਾ ਮੋਟਾ ਕਰੰਟ ਸਹਿ ਸਕਦਾ ਬੰਦਾ। ਇਹ ਬਾਡੀ ਦਾ ਫਰਕ ਹੈ ਜੀ, ਸੈਂਸਿਟੀਵਿਟੀ ਹੈ। ਜਿਹੜੇ ਬੱਚੇ ਜ਼ਿਆਦਾ ਮਹਿਸੂਸ ਕਰਦੇ ਨੇ ਉਹ ਤਾਂ ਕਈ ਵਾਰ ਤੁਸੀਂ ਯਕੀਨ ਮੰਨਿਓ ਅਸੀਂ ਸੁੱਚ ਲਾਈ ਨਹੀਂ ਹੁੰਦੀ, ਪਹਿਲੀ ਕਹਿ ਦਿੰਦੇ ਨੇ ਬੰਦ ਕਰ ਦਿਓ ਜੀ। ਤੇ ਮਤਲਬ ਇਹ ਥੋੜ੍ਹਾ ਜਿਹਾ ਡਰ ਖੁੱਲ੍ਹ ਜਾਂਦਾ ਨਾ, ਕਿਉਂਕਿ ਇਹ ਮੇਰਾ ਪੁਰਾਣਾ ਸ਼ਾਗਿਰਦ ਹੈ, ਲਗਾਤਾਰ ਲੰਬੇ ਟਾਈਮ ਤੋਂ ਕੰਮ ਕਰ ਰਿਹਾ ਹੈ। ਤੇ ਜੇ ਕੋਈ ਨਾਰਮਲ ਬੱਚਾ ਹੈ ਉਹ ਕਈ ਵਾਰੀ ਲੋੜ ਤੋਂ ਪਹਿਲਾਂ ਰੌਲਾ ਪਾ ਦਿੰਦਾ ਹੈ। ਤੇ ਤੁਹਾਡੇ 'ਚ ਕੋਈ ਹੈ ਹੁਣ? ਕਿਉਂ ਨਹੀਂ ਕੋਈ ਬੱਚਾ ਹੱਥ ਲਾਊਗਾ? ਇੱਧਰ ਵੀ ਬੱਚੇ ਬੈਠੇ ਨੇ, ਕੋਈ ਹੈ ਕੋਈ ਜਿਹੜਾ ਕਰੰਟ ਲਊਗਾ? ਇਹ ਮੁੰਡਾ ਜਿਹੜਾ ਰੂਟ ਆ ਨਾ ਮਤਲਬ ਜੀ ਤਾਰਾ ਪੂਰਾ ਸਾਫ ਬੱਲਬ ਵੀ ਇੱਥੋਂ ਜੀ ਮੀਟਰ ਇਸੇ ਜਗ੍ਹਾ ਤੇ ਲੱਗਿਆ ਹੋਇਆ ਹੈ ਜੀ ਤਾਂ ਇੰਨਾ ਟਾਈਮ ਜਾਮ ਜਿਹਾ ਲੱਗਦਾ ਕਿਉਂਕਿ ਜੀ ਨਾਲ ਮੀਟਰ ਜੁੜਿਆ। ਜੀ ਹੱਥ ਲਾਓ ਨੂੰ ਲਾ। ਹਾਂ ਇੰਨਾ ਠੀਕ ਹੈ। ਹੁਣ ਲੱਗਦਾ ਇੱਕ ਨੌਜਵਾਨ ਹੋਰ ਆ, ਉਹ ਵੀ ਆਇਆ ਮੁੰਡਾ, ਉਹ ਵੀ ਦੇਖ ਰਿਹਾ ਟਰਾਈ ਕਰਕੇ ਇਹਨੂੰ। देखते हैं हुण होया कुछ महसूस होया? हाँ जी, थोड़ी थोड़ी फीलिंग है इसमें, जैसे कि थोड़ी थोड़ी फीलिंग होनी शुरू हो गई। उम्र कितनी है थोड़ी? मेरी 17 स्टार्ट होने वाला है। कित्थों आए हो? हिमाचल प्रदेश धर्मशाला से जी। ਇਹ ਹਿਮਾਚਲ ਪ੍ਰਦੇਸ਼ ਤੋਂ ਨੇ ਜਿਹੜੇ ਇੱਥੇ ਧੂਰੀ ਜਿਹੜੀ ਹੈ ਲੈਬ ਦੇ ਵਿੱਚ ਉਹ ਕੰਮ ਸਿੱਖਣ ਆਏ ਹੋਏ ਨੇ ਤੇ ਹੁਣ ਕਰੰਟ ਦੇਖ ਰਹੇ ਨੇ, ਇਹ ਲਵਾ ਰਹੇ ਨੇ। ਕਿੰਨਾ ਕੁ ਮਹਿਸੂਸ ਹੋ ਰਿਹਾ ਹੁਣ ਕਰੰਟ? थोड़ा सा ज़्यादा हो रहा है मेरे को उससे, जैसे पहले हुआ था उससे थोड़ा सा ज़्यादा लगा। हाँ जी, वोल्टेज बढ़ रही। ਇੱਕ ਹੋਰ ਬਾਈ ਨੇ ਸਾਡੇ ਨਾਲ, ਉਹ ਵੀ ਟਰਾਈ ਕਰਨਗੇ ਇਹ। ਆ ਲਓ ਦੇਖੋ, ਆ ਦੇਖੋ ਬੱਲਬ ਵੀ ਨਾਲ ਚੱਲ ਰਿਹਾ, ਵੋਲਟੇਜ ਵਧਾ ਰਿਹਾ। ਐਵੇਂ ਕੁਝ ਹੋਏ? ਨਹੀਂ ਕੁਝ ਨਹੀਂ ਹੋ ਰਿਹਾ ਜੀ, ਕੁਝ ਨਹੀਂ ਹੋ ਰਿਹਾ। ਹੁਣ ਹੋਣ ਲੱਗਿਆ ਜੀ। ਹੁਣ ਹੋਣ ਲੱਗਿਆ? ਕੀ ਹੋਣ ਲੱਗਿਆ? ਕਿੜੀਆਂ ਰਲਦੀਆਂ ਨਹੀਂ, ਪਤਾ ਬਹੁਤ ਘੱਟ ਵੋਲਟੇਜ ਤੇ ਥੋੜ੍ਹੀ ਰਲਦੀਆਂ ਜੀ ਵਧਾਈਏ ਦੇ ਨਾ ਬਸ। ਇਹ ਪ੍ਰੈਕਟੀਕਲ ਕਰਕੇ ਇੱਥੇ ਜਿਹੜੇ ਦਿਖਾਉਂਦੇ ਰਹਿੰਦੇ ਨੇ ਬੱਚਿਆਂ ਨੂੰ,
ਤੇ ਜਿਹੜਾ ਤੁਸੀਂ ਦੇਖਿਆ ਹੁਣ ਬੱਲਬ ਵੀ ਜਿਹੜਾ ਮੱਚਿਆ ਉਹ ਵੀ ਮੱਚਿਆ, ਤੇ ਦੱਸਿਆ ਇਹਨਾਂ ਨੇ ਕਿ ਬੰਦਾ ਜਿਹੜਾ ਕਰੰਟ ਆ ਉਹ ਇੰਨਾ ਕੁ ਸਹਿ ਸਕਦਾ। ਤੇ ਬੱਲਬ ਤੁਸੀਂ ਕਈ ਤਰ੍ਹਾਂ ਦੇ ਲਾਏ ਹੋਣੇ, ਤੁਹਾਡੇ ਕੋਲ ਉਹ ਵੀ ਬੱਲਬ ਹੋਣਾ ਜਿਹੜਾ ਸ਼ੁਰੂਆਤ ਦੇ ਵਿੱਚ ਆਇਆ, ਜਿਵੇਂ ਬਾਕੀ ਮਸ਼ੀਨਾਂ ਪਈਆਂ ਨੇ ਉਹ ਵੀ ਹੈ ਉਹ ਬੱਲਬ ਹੁਣ ਸਾਨੂੰ ਦਿਖਾਉਣਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਸਾਨੂੰ ਦੱਸਣਗੇ, ਉਹ ਬੱਲਬ ਦਿਖਾਉਣ ਜਿਹੜਾ ਉਹ ਬੱਲਬ ਲੱਗਿਆ ਹੋਇਆ ਉੱਥੇ। ਇਹ ਬੱਲਬ ਜਿਹੜਾ ਐਡੀਸਨ ਸਾਹਿਬ ਨੇ ਸਭ ਤੋਂ ਪਹਿਲਾਂ ਬੱਲਬ ਬਣਾਇਆ ਤੇ ਦੁਨੀਆ ਤੇ, ਇਹ ਉਸ ਬੱਲਬ ਦੀ ਕਾਪੀ ਹੈ ਜੀ। ਤੇ ਇਹ ਅਸੀਂ ਮੈਂ ਬਾਹਰੋਂ ਮੰਗਵਾਈ ਸੀ ਕਿਉਂਕਿ ਸਾਰੀ ਲੈਬ ਐਡੀਸਨ ਨੂੰ ਸਮਰਪਿਤ ਹੈ, ਤਾਂ ਇਸ ਕਰਕੇ। ਇਹਦੇ 'ਚ ਕਿੰਨੇ ਜਿਹੜੇ ਸਪਰਿੰਗ ਦੇਖਣ ਨੂੰ ਮਿਲ ਰਹੇ ਨੇ ਤੇ ਜਿਹੜੇ ਹੁਣ ਆਉਂਦੇ ਨੇ ਉਹਨਾਂ 'ਚ ਕਿੰਨੇ ਕੁ ਹੁੰਦੇ ਨੇ? ਇਹਦੇ ਵਿੱਚ ਸਪਰਿੰਗ ਨਹੀਂ ਹੈ ਜੀ, ਹੁਣ ਵਾਲਿਆਂ 'ਚ ਸਪਰਿੰਗ ਹੁੰਦਾ ਹੈ। ਇਹਦੇ ਵਿੱਚ ਬਿਲਕੁਲ ਸਟਰੇਟ ਤਾਰ ਹੈ, ਉਹਨੂੰ ਹੀ ਇੰਨੇ ਜ਼ਿਆਦਾ ਹੇਠਾਂ ਉੱਪਰ ਕਰਕੇ ਬਲਿਆ ਗਿਆ, ਬਹੁਤ ਸਾਰੇ ਉਹਦੇ ਗੇੜੇ ਲਵਾਏ ਗਏ ਕਿਉਂਕਿ ਉਦੋਂ ਤਾਂ ਅੰਦਾਜ਼ੇ ਨਹੀਂ ਸੀ ਵੀ ਚੱਲੂਗਾ ਵੀ। ਤੇ ਉਹ ਜਿਹੜਾ ਸਪਰਿੰਗ ਦਾ ਫਾਰਮੂਲਾ ਹੈ ਇਹ ਬਹੁਤ ਬਾਅਦ ਦੇ ਵਿੱਚ ਜਾ ਕੇ ਡਿਵੈਲਪ ਹੋਇਆ। ਪਹਿਲਾਂ ਜਿਹੜੀ ਤਾਰ ਹੈ ਐਸੇ ਤਰ੍ਹਾਂ ਹੀ ਹੈਂਗ ਕਰ ਦਿੱਤੀ ਜਾਂਦੀ ਸੀ ਤੇ ਉਹੀ ਗਲੋ ਹੋ ਕੇ ਚੱਲਣ ਕਰਦੇ ਸੀ। ਆਓ ਹੁਣ ਅਸੀਂ ਚੱਲਦੇ ਹਾਂ ਅਗਲੀ ਲੈਬ ਦੇ ਵਿੱਚ, ਉੱਥੇ ਦੇਖਦੇ ਹਾਂ ਕਿ ਉੱਥੇ ਕੀ ਕੀ ਹੈ ਜਿਹੜਾ ਉਹ ਰੱਖਿਆ ਹੋਇਆ। ਇੱਧਰ ਨਾਲ ਹੀ ਸਾਡੇ ਜਿਹੜੀ ਲੈਬ ਆ ਉਹਦੇ 'ਚ ਹੀ ਚੱਲਦੇ ਹਾਂ ਅਸੀਂ। ਅਗਲੀ ਲੈਬ ਕਿਹੜੀ ਹੈ ਜੀ ਆਪਣੀ? ਅਗਲੀ ਰੈਫਰੀਜਰੇਸ਼ਨ 에ਅਰ ਕੰਡੀਸ਼ਨਿੰਗ ਦੀ ਹੈ ਜੀ। ਤੇ ਇਸ ਲੈਬ ਦੀ ਜੋ ਖੂਬਸੂਰਤੀ ਹੈ ਵੀ ਪੂਰੀ ਦੁਨੀਆ 'ਚ ਇਸ ਲਾਈਨ ਬਿਨਾਂ ਅੱਜ ਦੀ ਤਰੀਕ ਦੇ ਵਿੱਚ ਕੋਈ ਗੁਜ਼ਾਰਾ ਨਹੀਂ ਹੈ। ਤੇ ਇਹ ਜਿਹੜੇ ਕੰਮ ਨੇ ਇਹਨਾਂ ਨੂੰ ਚਾਹੇ ਬੱਚਾ ਅਨਪੜ੍ਹ ਹੋਵੇ ਉਹ ਵੀ ਇਹਨੂੰ ਬੜੇ ਆਰਾਮ ਨਾਲ ਸਿੱਖ ਸਕਦਾ। ਅਸੀਂ ਸਮਝਦੇ ਵੀ ਜੇ ਕਿਸੇ ਨੂੰ ਏਸੀ ਸਰਵਿਸ ਕਰਨ ਆ ਗਿਆ ਉਹ ਵੀ ਬਹੁਤ ਵੱਡੀ ਗੱਲ ਹੈ। ਗੱਡੀ ਦੇ ਵਿੱਚ ਗੈਸ ਪਾਉਣੀ ਆ ਗਈ ਉਹ ਵੀ ਬਹੁਤ ਵੱਡਾ ਕੰਮ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਪੜ੍ਹਾਈ ਦੀ ਜ਼ਰੂਰਤ ਨਹੀਂ ਹੈ। ਅਸੀਂ ਸੋਚਦੇ ਵੀ ਜਿਹੜੇ ਸਾਡੇ ਹਜ਼ਾਰਾਂ ਨੌਜਵਾਨ ਵਿਚਾਰੇ ਇੱਦਾਂ ਹੀ ਘੁੰਮੀ ਜਾ ਰਹੇ ਨੇ ਵੀ ਅਸੀਂ ਕੀ ਕਰੀਏ, ਕੋਈ ਸਾਨੂੰ ਸਿਖਾਵੇ, ਤਾਂ ਇਹ ਜਿਹੜੇ ਕੁਛ ਕੰਮ ਨੇ ਜਿਹੜਿਆਂ ਨੂੰ ਸਿੱਖ ਕੇ ਬੱਚਾ ਬੜੇ ਆਰਾਮ ਨਾਲ ਆਪਦੇ ਰੁਜ਼ਗਾਰ ਦਾ ਲੈਵਲ ਅਚੀਵ ਕਰ ਜਾਂਦਾ। ਇੱਥੇ ਹਰ ਕਿਸਮ ਦਾ ਤੁਸੀਂ ਦੇਖ ਰਹੇ ਹੋ, ਇੱਥੇ ਫਰਿੱਜ, ਇੱਥੇ ਫ੍ਰਿਜਰ, ਜਿਹੜੀ ਵਾਸ਼ਿੰਗ ਮਸ਼ੀਨ ਆ, ਇਹਨਾਂ 'ਚ ਸਾਰਿਆਂ ਨੂੰ ਪੁਰਾਣੀ ਚੀਜ਼ ਕਿਹੜੀ ਆ ਉਹ ਜਿਹੜੀ ਆਪਣੀ ਪਹਿਲੇ ਸਮਿਆਂ ਦੇ ਵਿੱਚ ਆਉਂਦੀ ਸੀਗੀ ਉਹ ਅਸੀਂ ਦੇਖਦੇ ਆਪਾਂ ਕਿ ਕਿਹੜੀ ਮਸ਼ੀਨ ਸੀਗੀ ਉਹ ਦੀ ਸਾਰਿਆਂ ਨੂੰ ਪੁਰਾਣੀ ਸੀਗੀ। ਉਹ 1942 ਮਾਡਲ ਫਰਿੱਜ ਹੈ ਜੀ। ਇਹ ਸਾਨੂੰ ਦੱਸੋ। ਇਹ 1942 ਮਾਡਲ ਫਰਿੱਜ ਹੈ ਜੀ, ਛੋਟਾ ਜਿਹਾ। ਇਹਦੀ ਖੂਬਸੂਰਤੀ ਹੈ ਵੀ ਇਹਦੇ ਵਿੱਚ ਮੋਟਰ ਨਹੀਂ ਹੈ। ਇਹ ਬਿਨਾਂ ਮੋਟਰ ਤੋਂ ਫਰਿੱਜ ਚੱਲਿਆ ਕਰਦਾ ਸੀ ਕਿਉਂਕਿ ਉਸ ਜ਼ਮਾਨੇ 'ਚ ਜਦੋਂ ਇਹ ਫਰਿੱਜ ਬਣਿਆ, ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਬਰਫ਼ ਵਾਲਾ ਖਾਨਾ, ਇਹ ਡਿਸਪੈਂਸਰੀਆਂ ਲਈ ਇਹ ਜਿਹੜਾ ਡਿਜ਼ਾਈਨ ਹੋਇਆ ਸੀਗਾ। ਇਹਦਾ ਮੇਨ ਮਕਸਦ, ਕਿਉਂਕਿ ਡਿਸਪੈਂਸਰੀ ਦੀ ਉਦੋਂ ਬਿਜਲੀ ਜ਼ਿਆਦਾਤਰ ਨਹੀਂ ਸੀ ਹੈਗੀ ਲੋਕਾਂ ਦੇ ਆਲੇ ਦੁਆਲੇ, ਜਾਂ ਆਉਂਦੀ ਸੀ ਤਾਂ ਘੱਟ ਆਉਂਦੀ ਸੀ, ਤਾਂ ਇਹ ਜਿਹੜੀ ਮਸ਼ੀਨ ਸੀ ਅਗਰ ਬਿਜਲੀ ਨਹੀਂ ਮਿਲਦੀ ਸੀ ਤਾਂ ਇਹ ਇੱਕ ਸਪਰਿਟ ਲੈਂਪ ਦੇ ਨਾਲੇ ਚੱਲ ਪਾਉਂਦੀ ਸੀ। ਤਾਂ ਸਪਰਿਟ ਦੀ ਕੋਈ ਘਾਟ ਨਹੀਂ ਹੁੰਦੀ ਲੈਬੋਰਟਰੀਆਂ 'ਚ, ਇੱਕ ਸਪਰਿਟ ਲੈਂਪ ਚੱਲਦਾ ਸੀ। ਆਓ ਮੈਂ ਤੁਹਾਨੂੰ ਇਹਦੇ ਪਿੱਛੇ ਪਾਸੇ ਦਿਖਾਵਾਂ। ਅੱਛਾ ਜੀ। ਇਹਦੀ ਬਣਤਰ ਬੜੀ ਅਜੀਬੋ-ਗਰੀਬ ਜੀ ਹੈ। ਇੱਥੇ ਤੁਸੀਂ ਦੇਖੋਗੇ ਇੱਥੇ ਕੋਈ ਵੀ ਇਹਦੇ ਵਿੱਚ ਮੋਟਰ ਨਹੀਂ ਹੈ, ਕੋਈ ਕੰਪਰੈਸ਼ਰ ਨਹੀਂ ਹੈ, ਕੁਛ ਨਹੀਂ ਹੈ। ਇੱਥੇ ਇੱਕ ਹੀਟਰ ਲੱਗਿਆ ਹੈ ਛੋਟਾ ਜਿਹਾ ਚਿੱਟੇ ਰੰਗ ਦਾ। ਅਗਰ ਬਿਜਲੀ ਨਹੀਂ ਹੈ, ਹੀਟਰ ਨਹੀਂ ਚੱਲਦਾ, ਤਾਂ ਇਸੇ ਜਗ੍ਹਾ 'ਤੇ ਸਪਰਿਟ ਲੈਂਪ ਲਾ ਦਿੱਤਾ ਜਾਂਦਾ ਹੈ ਅਤੇ ਉਹਦੇ ਨਾਲ ਇਹ ਮਸ਼ੀਨ ਵਰਕਿੰਗ ਕਰਦੀ ਰਹਿੰਦੀ ਸੀ। ਇਹ ਤਕਨੀਕ ਕਿਤੇ ਗਈ ਨਹੀਂ ਹੈ, ਅੱਜ ਦੀ ਤਰੀਕ 'ਚ ਵੀ ਇਹ ਕੰਮ ਕਰਦੀ ਹੈ। ਜਿਸ ਪਲਾਂਟਾਂ ਦੇ ਵਿੱਚ ਜਿਹੜੀ ਗਰਮੀ ਹੈ, ਹੀਟ ਹੈ, ਬਹੁਤ ਜ਼ਿਆਦਾ ਅਜਾਈ ਜਾਂਦੀ ਹੈ, ਉੱਥੇ ਇਹ ਜਿਹੜੀਆਂ ਮਸ਼ੀਨਾਂ ਕੰਮ ਆਉਂਦੀਆਂ ਨੇ ਕਿਉਂਕਿ ਇਹਨੂੰ ਹੀਟ ਚਾਹੀਦੀ ਹੈ। ਇਹ ਹੀਟ ਤੋਂ ਹੀ ਆਪਣਾ ਕੰਮ ਕਰ ਲੈਂਦੀ ਹੈ। ਇਸ ਲੈਬ ਦੇ ਵਿੱਚ ਅਸੀਂ ਬੱਚਿਆਂ ਨੂੰ ਡੋਮੈਸਟਿਕ ਦਾ ਕੰਮ ਹੈ, ਕਮਰਸ਼ੀਅਲ ਹੈ, ਰੇਲਵੇ ਹੈ ਅਤੇ ਟਰਾਂਸਪੋਰਟੇਸ਼ਨ ਸਿਸਟਮ ਹੈ। ਈਵਨ ਨਾਲ ਸਾਡੇ ਕੋਲ ਕਾਫੀ ਸਾਰੇ ਜਿਹੜੇ ਸਰਕਟ ਚਾਰਟ ਨੇ ਉਹ ਐਰੋਪਲੇਨ ਦੇ ਵੀ ਪਏ ਨੇ ਇੱਥੇ, ਤਾਂ ਕਿ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਹੋਈਏ ਵੀ ਅਖੀਰ ਨੂੰ ਇਹਦਾ ਕੀ ਫੰਡਾਮੈਂਟਲ ਹੈ। ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਹਰੇਕ ਲੈਬ ਦੇ ਵਿੱਚ ਹਰੇਕ ਚੀਜ਼ ਦਾ ਜਿਹੜਾ ਪੋਸਟਰ ਉਹ ਲਗਾਇਆ ਗਿਆ ਅਤੇ ਉਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ, ਅਤੇ ਬੱਚਿਆਂ ਨੂੰ ਵੀ ਉਹ ਇਸੇ ਤਰ੍ਹਾਂ ਦਿਖਾਉਂਦੇ ਨੇ ਕਿ ਕਈ ਆਪਾਂ ਦੇਖਦੇ ਹਾਂ ਕਿ ਕਿਤਾਬਾਂ ਦੇ ਵਿੱਚ ਰੱਟਾ ਮਰਾ ਦਿੰਦੇ ਨੇ ਵੀ ਇਹਦੇ ਨਾਲ ਆਹ ਹੁੰਦਾ, ਆਹ ਹੁੰਦਾ, ਪਰ ਇਹ ਇੱਥੇ ਪੂਰਾ ਪ੍ਰੈਕਟੀਕਲ ਕਰਕੇ ਹਰੇਕ ਚੀਜ਼ ਤੋਂ ਜਿਹੜਾ ਉਹ ਜਾਣੂ ਕਰਵਾਉਂਦੇ ਨੇ। ਅਸੀਂ ਦੇਖਦੇ ਹਾਂ ਕਿ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਮਸ਼ੀਨਾਂ ਦੇ ਵਿੱਚ ਲਗਾਇਆ ਗਿਆ, ਜਿਹੜੀ ਹਰੇਕ ਚੀਜ਼ ਆ ਉਹ ਪੋਸਟਰਾਂ ਦੇ ਵਿੱਚ ਰੱਖੀ ਗਈ ਹੈ ਇਹਨਾਂ ਨੇ। ਇਹ ਜਿਹੜਾ ਤੁਸੀਂ ਟੌਪ ਦੇ ਉੱਤੇ ਦੇਖ ਪਾ ਰਹੇ ਹੋ ਜੀ, ਇਹ ਹੁਣ ਤੁਹਾਡੇ ਸਾਹਮਣੇ ਕਮਰਸ਼ੀਅਲ ਜਿਵੇਂ ਹੁੰਦੇ ਸਾਡੇ ਸਿਨੇਮਾ ਤਾਂ ਮਾਲ ਕੰਪਲੈਕਸ, ਇਹ ਉਹਨਾਂ ਦਾ। ਜੇ ਉੱਪਰ ਦੀ ਗੱਲ ਕਰੀਏ, ਉੱਪਰ ਸਾਡੇ ਜਿਵੇਂ ਰੇਲਵੇ ਕੋਚ ਦਾ 에ਅਰ ਕੰਡੀਸ਼ਨਿੰਗ ਸਿਸਟਮ ਕੀ ਹੈ ਉਹ ਲੱਗਿਆ ਹੋਇਆ। ਕਿਉਂਕਿ ਜਿੰਨੀ ਦੇਰ ਅਸੀਂ ਕੁਛ ਨਹੀਂ ਦਿਖਾਵਾਂਗੇ ਨਾ ਤਾਂ ਬੱਚੇ ਦੇ ਸਮਝ ਨਹੀਂ ਆਏਗਾ। ਤੁਸੀਂ ਉਹਨੂੰ ਐਵੇਂ ਕੁੱਟੀ ਮਾਰੀ ਜਾਓ
ਜਿੰਨਾ ਮਰਜ਼ੀ ਹੜਕਾਈ ਜਾਓ ਜਾਂ ਉਹਦੀਆਂ ਫੀਸਾਂ ਭਰੀ ਜਾਓ, ਕੋਈ ਮਕਸਦ ਨਹੀਂ। ਚੀਜ਼ ਪ੍ਰੈਕਟੀਕਲ ਸਾਨੂੰ ਦਿਖਾਣੀ ਹੀ ਪਏਗੀ ਜੀ ਤੇ ਇੱਕ ਇਹ ਤੁਸੀਂ ਹੇਠਾਂ ਦੇਖ ਰਹੇ ਹੋ 에ਅਰ ਕੰਡੀਸ਼ਨ ਹੈ ਜੀ ਸਹੀ ਹਾਲਤ 'ਚ ਹੈ, ਜੀ ਪਰ ਅਸੀਂ ਇਹ ਪੂਰੇ ਦਾ ਪੂਰਾ ਖੋਲ੍ਹ ਰੱਖਿਆ। ਇਹਦੇ ਵਿੱਚ ਗੈਸ ਹੈਗੀ ਹੈ, ਮਸ਼ੀਨ ਇਹਦੀ ਚੱਲਦੀ ਹੈ। ਜਦੋਂ ਅਸੀਂ ਬੱਚਿਆਂ ਨੂੰ ਚਲਾ ਕੇ ਦਿਖਾਉਂਦੇ ਹਾਂ ਵੀ ਜਿਹੜੀ ਗੈਸ ਹੈ ਇਹ ਕਿਹੜੇ ਕਿਹੜੇ ਪਾਈਪਾਂ ਦੁਆਰਾ ਕਿੱਧਰ ਕਿੱਧਰ ਘੁੰਮਦੀ ਹੈ, ਕਿੱਥੇ ਇਹ ਠੰਡ ਪੈਦਾ ਕਰਦੀ ਹੈ, ਕਿੱਥੇ ਗਰਮੀ ਪੈਦਾ ਕਰਦੀ ਹੈ, এনवायरमेंट ਨੂੰ ਇਹਦੇ ਕੀ ਨੁਕਸਾਨ ਨੇ, ਫਿਰ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਤੇ ਇਹ ਸਾਰਾ ਕੁਝ ਇਹ ਖੁੱਲੀਆਂ ਮਸ਼ੀਨਾਂ ਤੇ ਹੀ ਐਕਸਪਲੇਨ ਹੁੰਦਾ ਹੈ। ਇਹ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜੀ ਇੱਥੇ ਜਿਹੜੀ ਉਹ ਤੁਸੀਂ ਸਾਨੂੰ ਦਿਖਾਏਂਗੇ ਉਹ ਤੇ ਜੀ ਇੱਕ ਨਵੇਂ ਤਰੀਕੇ ਦੀ ਮਸ਼ੀਨ ਆ ਉਹ ਜਿਹੜੀ ਸਾਨੂੰ ਇਹ ਦਿਖਾਉਣ ਜਾ ਰਹੇ ਨੇ। ਦੇਖਦੇ ਆ ਉਹ ਮਸ਼ੀਨ ਕੀ ਆ। ਤੇ ਇਹ ਛੋਟਾ ਜਿਹਾ ਫ੍ਰਿਜ ਦੇਖਣ ਨੂੰ ਤਾਂ ਐਂ ਲੱਗਦਾ ਵੀ ਛੋਟਾ ਜਿਹਾ ਫ੍ਰਿਜ ਹੁੰਦਾ, ਪਰ ਹੈ ਕੀ ਚੀਜ਼ ਹੈ ਜੀ ਇਹ ਵਾਕਈ ਫ੍ਰਿਜ ਹੈ ਜੀ। ਇਹ 4 ਲੀਟਰ ਦਾ ਫ੍ਰਿਜ ਹੈ, ਪਰ ਇਹਦੀ ਖੂਬਸੂਰਤੀ ਇਹ ਹੈ ਵੀ ਨਾ ਇਹਦੇ ਵਿੱਚ ਮੋਟਰ ਹੈ ਤੇ ਨਾ ਹੀ ਇਹਦੇ ਵਿੱਚ ਗੈਸ ਹੈ। ਇਹ ਇਕੱਲਾ ਇਲੈਕਟ੍ਰਿਕ ਬੇਸ ਸਿਧਾਂਤ 'ਤੇ ਕੰਮ ਕਰਦਾ ਹੈ। ਇਹਨਾਂ ਚੀਜ਼ਾਂ ਦੀ ਜ਼ਰੂਰਤ ਸਾਡੀਆਂ ਲੈਬੋਰਟਰੀਆਂ ਦੇ ਵਿੱਚ, ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਸਪੇਸ ਦੇ ਵਿੱਚ ਉੱਪਰ ਜਿਹੜੇ ਸੈਟੇਲਾਈਟ ਨੇ, ਉੱਥੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੁੰਦਾ ਹੈ, ਕਿਉਂਕਿ ਉੱਥੇ ਗੈਸਾਂ ਲਿਜਾਣੀਆਂ ਸੰਭਵ ਨਹੀਂ ਹੁੰਦੀਆਂ। ਬਹੁਤ ਜ਼ਿਆਦਾ ਸਿਸਟਮ ਕ੍ਰਿਟੀਕਲ ਹੋ ਜਾਂਦਾ। ਖਰੀਦਿਆ ਇਹ? ਹਾਂਜੀ, ਇਹ ਸਾਡਾ ਖਰੀਦਿਆ ਹੋਇਆ ਸਾਰਾ ਕੁਝ। ਇਹ ਅਸੀਂ ਮਤਲਬ ਬੱਚਿਆਂ ਨੂੰ ਸਿਖਾਉਣ ਦੇ ਮਕਸਦ ਦੇ ਨਾਲ ਇਹ ਮਸ਼ੀਨਾਂ ਅਸੀਂ ਖਰੀਦ ਕਰਦੇ ਰਹਿੰਦੇ ਹਾਂ, ਤਾਂ ਕਿ ਜਿੰਨੀ ਦੇਰ ਅਸੀਂ ਬੱਚੇ ਨੂੰ ਮਸ਼ੀਨ ਨਹੀਂ ਦਿਖਾਵਾਂਗੇ ਤੇ ਅਸੀਂ ਤੁਹਾਨੂੰ ਵੀ ਨਾ ਦਿਖਾਈਏ ਤੇ ਕਹੀਏ ਜੀ ਵੀ ਇਹੋ ਜਿਹਾ ਫਰਿੱਜ ਹੈ ਵੀ ਉਹਦੇ ਵਿੱਚ ਬਿਜਲੀ ਵੀ ਨਹੀਂ ਹੈ, ਗੈਸ ਵੀ ਨਹੀਂ, ਸ਼ਾਇਦ ਤੁਸੀਂ ਵੀ ਨਾ ਮੰਨੋ, ਤੇ ਬੱਚਿਆਂ ਨੇ ਤਾਂ ਕੀ ਮੰਨਣਾ। ਪਰ ਜਦੋਂ ਅਸੀਂ ਉਹਨਾਂ ਨੂੰ ਬਿਲਕੁਲ ਸਪਸ਼ਟ ਉਹਨਾਂ ਦੇ ਸਾਹਮਣੇ ਦਿਖਾਉਂਦੇ ਹਾਂ, ਫਿਰ ਉਹਨਾਂ ਬੱਚੇ ਨੂੰ ਤਸੱਲੀ ਹੋ ਜਾਂਦੀ ਵੀ ਹਾਂ ਠੀਕ ਹੈ। ਇਹਨੂੰ ਕੰਮ ਕਰਨ ਦਾ ਜਿਹੜਾ ਇਹਦਾ ਸਿਧਾਂਤ ਹੈ, ਇਹਦੀ ਜਿਹੜੀ ਵਿਚਲੀ ਮਸ਼ੀਨਰੀ ਹੈ ਉਹ ਸਾਡੀ ਇਲੈਕਟ੍ਰੋਨਿਕ ਲੈਬ 'ਚ ਪਈ ਹੈ, ਉਹ ਬਿਲਕੁਲ ਖੁੱਲ੍ਹੀ ਹਾਲਤ 'ਚ ਹੈ। ਉੱਥੋਂ ਬੱਚੇ ਨੂੰ ਦਿਖਾਉਂਦੇ ਹਾਂ ਵੀ ਇਹਦੇ ਕੰਮ ਕਰਨ ਦਾ ਫੰਡਾਮੈਂਟਲ ਕੀ ਹੈ, ਕਿਵੇਂ ਇਹ ਕੰਮ ਕਰਨਾ। ਇਹ ਤੋਂ ਅੱਗੇ ਅਸੀਂ ਅਗਲੀ ਲੈਬ ਦੇ ਵਿੱਚ ਜਾਵਾਂਗੇ, ਉੱਥੇ ਦੇਖਾਂਗੇ ਕਿ ਉੱਥੇ ਜਿਹੜੀ ਲੈਬ ਦੀ ਉਹਦੀ ਕੀ ਖਾਸੀਅਤ ਹੋਊਗੀ। ਅਗਲੀ ਕਿਹੜੀ ਲੈਬ ਆ ਜੀ ਆਪਣੀ ਹੁਣ ਅੱਗੇ ਕਿਹੜੀ ਲੈਬ ਆ ਉਹ? ਇਹ ਜਿਹੜੀ ਹੈ ਸਾਡੀ ਪ੍ਰੋਟੈਕਸ਼ਨ ਰਿਲੇ ਐਂਡ ਮੀਟਰਿੰਗ ਜੀ। ਦੇਖੋ, ਬਿਜਲੀ ਇੱਕ ਕੁਦਰਤੀ ਵਰਤਾਰਾ ਹੈ ਜੀ, ਪਰੰਤੂ ਅਸੀਂ ਇਹਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਵੀ ਚਾਲੂ ਕਰ ਲਿਆ। ਕੁਦਰਤੀ ਵਰਤਾਰਾ ਕਿਹਾ ਜਾਵੇ ਤਾਂ ਕੁਦਰਤੀ ਤੌਰ 'ਤੇ ਇਹ ਅਸਮਾਨੀ ਬਿਜਲੀ ਦੇ ਰੂਪ 'ਚ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ, ਤੇ ਉਹ ਸਟੈਟਿਕ ਇਲੈਕਟ੍ਰਿਸਿਟੀ ਹੁੰਦੀ ਹੈ। ਪਰ ਜਿਹੜੀ ਇਹ ਹੈ ਸਾਡੇ ਵੱਲੋਂ ਇਹ ਪ੍ਰੋਡਿਊਸ ਕਰਕੇ। ਇਹਦੇ ਵਿੱਚ ਕੀ ਫਰਕ ਹੁੰਦਾ ਜੀ ਆਪਾਂ ਗੱਲ ਕਰੀਏ ਨਾਰਮਲੀ? ਹਾਂਜੀ, ਜਿਹੜੀ ਸਟੈਟਿਕ ਇਲੈਕਟ੍ਰਿਸਿਟੀ ਹੈ ਜੀ, ਉਹ ਕੁਦਰਤ ਵੱਲੋਂ ਮੈਨੇਜ ਕੀਤੀ ਜਾਂਦੀ ਹੈ, ਅਨਕੰਟਰੋਲਡ ਹੁੰਦੀ ਹੈ, ਕਿਸੇ ਵੀ ਕਿਸਮ ਦਾ ਉਹਦੇ ਉੱਤੇ ਇਨਸਾਨ ਦਾ ਕੰਟਰੋਲ ਨਹੀਂ ਹੁੰਦਾ। ਤੇ ਜਿਹੜੀ ਆਮ ਬਿਜਲੀ ਹੈ ਉਹ ਇਨਸਾਨੀ ਮਸ਼ੀਨ ਦੁਆਰਾ ਹੀ ਉਹਨੂੰ ਆਪਣੀ ਜ਼ਰੂਰਤ ਮੁਤਾਬਕ ਪ੍ਰੋਡਿਊਸ ਕੀਤਾ ਜਾਂਦਾ ਤੇ ਵਰਤ ਲਿਆ ਜਾਂਦਾ। ਬਸ ਇੰਨਾ ਕੁ ਬੇਸਿਕ ਡਿਫਰੈਂਸ ਹੈ। ਬਿਜਲੀ ਤਾਂ ਇੱਕੋ ਹੀ ਰੂਪ ਹੈ ਦੋਹਾਂ ਦਾ, ਦੋਹਾਂ 'ਚ ਇਲੈਕਟ੍ਰੋਨ ਦਾ ਵਹਾਅ ਹੈ ਤਾਂ ਦੋਹਾਂ 'ਚ ਹੀ ਹੈ ਜੀ, ਕਿਸੇ ਇੱਕ 'ਚ ਨਹੀਂ ਹੈ। ਅੱਗੇ ਹੁਣ ਗੱਲ ਕਰੀਏ ਤਾਂ ਇਹ ਜਿਹੜੀਆਂ ਮਸ਼ੀਨਾਂ ਪਈਆਂ ਨੇ ਇਹ ਕੀ ਨੇ? ਇਹ ਜਿਹੜੀਆਂ ਪ੍ਰੋਟੈਕਸ਼ਨ ਰਿਲੇਆਂ ਨੇ ਬਹੁਤ ਸਾਰੀਆਂ, ਇਹ ਸਾਡੇ ਜਿਹੜੇ ਬਿਜਲੀ ਘਰ ਨੇ ਜਾਂ ਸਾਡੇ ਜਿਹੜੇ ਪਾਵਰ ਪਲਾਂਟ ਨੇ ਜਿੱਥੇ ਬਿਜਲੀ ਬਣਦੀ ਹੈ, ਇਹ ਉੱਥੇ ਲਗਾਈਆਂ ਜਾਂਦੀਆਂ ਨੇ, ਕਿਉਂਕਿ ਬਿਜਲੀ ਨੂੰ ਚਲਾਉਣਾ ਉਹਨਾਂ ਔਖਾ ਨਹੀਂ ਹੈ ਜਿੰਨਾ ਬਿਜਲੀ ਤੋਂ ਬਚਣਾ ਔਖਾ ਹੈ ਜੀ, ਕਿਉਂਕਿ ਇਹਦੇ ਐਕਸੀਡੈਂਟ ਬੜੇ ਭੇੜੇ ਹੁੰਦੇ ਨੇ। ਤਾਂ ਇਸੇ ਕਰਕੇ ਇਹ ਜਿਹੜੇ ਇਕਵਿਪਮੈਂਟਸ ਨੇ, ਇਹ ਕਹਿ ਸਕਦੇ ਆਪਾਂ ਵੀ ਮਸ਼ੀਨਾਂ ਨੇ ਜਿਹੜੀਆਂ ਬਿਜਲੀ ਨੂੰ ਕੰਟਰੋਲ ਕਰਕੇ ਰੱਖਦੀਆਂ ਇੱਕ ਥਾਂ 'ਤੇ। ਹਾਂ ਬਿਲਕੁਲ, ਇਹ ਕਿਸੇ ਵੀ ਕਿਸਮ ਦੀ ਜਦੋਂ ਕੋਈ ਨਾਰਮਲ ਤੋਂ ਹਾਲਤ ਖਰਾਬ ਹੁੰਦੀ ਹੈ ਜਾਂ ਇਹਨਾਂ ਦੇ ਹਿਸਾਬ ਨਾਲ ਫਾਉਲ ਹੁੰਦਾ ਹੈ, ਤਾਂ ਇਹ ਬਿਜਲੀ ਨੂੰ ਕੰਟਰੋਲ ਕਰਨ ਦਾ ਕੰਮ ਕਰਦੀਆਂ ਨੇ। ਉਹਨਾਂ ਨੂੰ ਲਾਈਨਾਂ ਨੂੰ ਬੰਦ ਕਰ ਸਕਦੀਆਂ ਨੇ, ਪਾਵਰ ਪਲਾਂਟ ਦੇ ਵਿੱਚ ਕੋਈ ਕਮਾਂਡ ਭੇਜ ਸਕਦੀਆਂ ਨੇ, ਜੋ ਵੀ ਜ਼ਰੂਰਤ ਦੇ ਮੁਤਾਬਕ ਮਤਲਬ ਮਹਿਸੂਸ ਹੁੰਦਾ ਐਕਸ਼ਨ, ਤਾਂ ਉਹ ਇਹ ਰਿਲੇਆਂ ਲੈਂਦੀਆਂ ਨੇ। ਇਹਨਾਂ ਰਿਲੇਆਂ ਤੋਂ ਬਿਨਾਂ ਜਿਹੜਾ ਸਾਡਾ ਪੂਰਾ ਡਿਸਟ੍ਰੀਬਿਊਸ਼ਨ ਸਿਸਟਮ ਹੈ ਇਹ ਚਲਾਉਣਾ ਕਿਸੇ ਹਾਲਤ 'ਚ ਵੀ ਸੰਭਵ ਨਹੀਂ ਹੁੰਦਾ। ਇਹ ਸਾਡਾ ਇਹ ਕਹਿ ਲਿਆ ਜਾਵੇ ਵੀ ਇੱਕ ਹਾਰਟ ਹੈ ਸਾਡੀ ਲਾਈਨ ਦਾ, ਕਿਉਂਕਿ ਜੇ ਇਹ ਹੈ ਤਾਂ ਅਸੀਂ ਬਚੇ ਹੋਏ ਹਾਂ, ਨਹੀਂ ਤਾਂ ਸਾਨੂੰ ਬਿਜਲੀ ਮਾਰ ਦਿਓ। ਹਾਂਜੀ, ਇਹ ਸਾਰੇ ਜਿਹੜੇ ਪਏ ਨੇ ਹਰੇਕ ਤਰੀਕੇ ਦਾ ਜਿਹੜਾ ਇਹਨਾਂ ਕੋਲੇ ਬਹੁਤ ਬਾਕਸ ਪਿਆ, ਇਹ ਸਾਨੂੰ ਦੱਸਣਗੇ ਵੀ ਜਿਹੜਾ ਜਿਵੇਂ ਇਹਨਾਂ ਦੇ ਧੂਰੀ ਆ ਪੈਂਦਾ ਲਵੇ, ਉਹਦਾ ਇੱਕ ਤਸਵੀਰ ਵੀ ਇਹਨਾਂ ਨੇ ਰੱਖੀ ਵੀ ਆ, ਉਹਦੀ ਜਿਹੜੀ ਗ੍ਰਿਡ ਦੀ ਤਸਵੀਰ ਆ ਉਹ ਰੱਖੀ ਵੀ ਆ ਇਹਨਾਂ ਨੇ। ਉੱਥੇ ਸਾਰੀਆਂ ਮਸ਼ੀਨਾਂ ਲੱਗੀਆਂ ਵੀ ਨੇ ਇਹਦੇ ਨਾਲ ਦੀਆਂ, ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ, ਚੱਲ ਇਹ ਵੀ ਰਹੀਆਂ ਨੇ, ਜਿਹੜੀਆਂ ਇਹ ਇਹਨਾਂ ਨੇ ਇੱਥੇ ਰੱਖੀਆਂ ਹੋਈਆਂ ਨੇ। ਵਿਦਿਆਰਥੀਆਂ ਨੂੰ ਸਾਰਿਆਂ ਨੂੰ ਦੱਸਦੇ ਨੇ ਕਿ ਹਰੇਕ ਜਿਹੜੀ ਮਸ਼ੀਨ ਇੱਥੇ ਉਹ ਚਾਲੂ ਆ, ਚਲਾ ਕੇ ਦਿਖਾਉਂਦੇ ਨੇ ਵੀ ਕਿਵੇਂ ਵਰਕ ਕਰਦੀ ਆ ਉਹ, ਕਿਉਂਕਿ ਇਹਨਾਂ ਨੂੰ ਚਲਦੀਆਂ ਦਿਖਾਉਣ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਹੀ ਹੈ ਨਹੀਂ ਜੀ। ਤੇ ਜਿੰਨੇ ਦਿਨ ਅਸੀਂ ਬੱਚੇ ਨੂੰ ਚਲਾ ਕੇ ਨਹੀਂ ਦਿਖਾਵਾਂਗੇ ਕਿਵੇਂ ਸਮਝਣਗੇ ਵੀ ਇਹ ਕੰਮ ਕਿਵੇਂ ਕਰਦੀ ਹੈ। ਪਰ ਇਹ ਹੈ ਵੀ ਇੱਥੇ ਸਾਡੇ ਕੋਲ ਲੈਬ 'ਚ ਜਿਹੜੀ ਪਾਵਰ ਸਪਲਾਈ ਹੈ
ਬਹੁਤ ਹੱਦ ਤੱਕ ਕੰਟਰੋਲ ਹੈ। ਜਿਵੇਂ ਤੁਸੀਂ ਹੁਣ ਪਿੱਛੇ ਜੇ ਵੀ ਇੱਕ ਪ੍ਰੈਕਟੀਕਲ ਦੇਖਿਆ ਸੀ ਅਸੀਂ, ਬਿਜਲੀ ਉੱਤੇ ਕੰਟਰੋਲ ਰੱਖੀ ਹੋਈ ਸੀ। ਜੇ ਅਨਕੰਟਰੋਲ ਹੋਵੇ ਤਾਂ ਹੱਥ ਲਾਉਂਦੇ ਹੀ ਬੰਦੇ ਨੂੰ ਧਰਤੀ 'ਤੇ ਲਟਾ ਦੇਣਾ ਨੇ। ਤੇ ਇਸੇ ਤਰ੍ਹਾਂ ਇਹ ਜਦੋਂ ਰਿਲੇਆਂ ਨੇ ਅਸੀਂ ਵੱਖ-ਵੱਖ ਫਾਲਟ ਅਸੀਂ ਬੱਚਿਆਂ ਨੂੰ ਦਿਖਾਉਂਦੇ ਹਾਂ, ਉਦੋਂ ਇਹ ਆਪਣਾ ਐਕਟ ਕਰਕੇ ਦਿਖਾਉਂਦੀਆਂ ਨੇ ਵੀ ਕਿਵੇਂ ਕੰਮ ਹੁੰਦਾ ਹੈ। ਇਹ ਤੋਂ ਅਗਲੀ ਜਿਹੜੀ ਲੈਬ ਆ ਉਹ ਕਿਹੜੀ ਆ ਆਪਣੀ? ਆਓ ਚੱਲਦੇ ਹਾਂ ਆਪਾਂ, ਹੁਣ ਦੇਖਦੇ ਹਾਂ ਉਹ ਕਿਹੜੀ ਲੈਬ ਆ ਉਹ ਜਿਹੜੀ ਸਾਨੂੰ ਹੁਣ ਦਿਖਾਉਣ ਲੈ ਕੇ ਜਾਣਗੇ ਜੈ ਸਿੰਘ ਜੀ। ਤਕਰੀਬਨ ਇਹਨਾਂ ਨੇ ਇੱਥੇ ਹਰੇਕ ਤਰੀਕੇ ਦਾ ਕਹਿੰਦੇ ਆਪਾਂ ਇਲੈਕਟ੍ਰੋਨਿਕ ਦਾ ਹਰੇਕ ਚੀਜ਼ ਦਾ ਜਿਹੜਾ ਉਹ ਸਮਾਨ ਰੱਖਿਆ ਹੋਇਆ। ਹੁਣ ਅਸੀਂ ਅਗਲੀ ਲੈਬ ਦੇ ਵਿੱਚ ਆ ਗਏ। ਇੱਥੇ ਅਸੀਂ ਦੇਖਦੇ ਹਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਮੇਨ ਸੁੱਚਾਂ ਹੁੰਦੀਆਂ ਨੇ ਜਾਂ ਵੱਡੀਆਂ ਸੁੱਚਾਂ ਹੁੰਦੀਆਂ ਨੇ, ਹਰੇਕ ਚੀਜ਼ ਦਾ ਜਿਹੜਾ ਕੰਟਰੋਲ ਕਰਦੀਆਂ ਨੇ, ਮੋਟਰਾਂ ਦੀਆਂ ਸੁੱਚਾਂ ਜਾਂ ਕਿਤੇ ਵੀ ਜਿਹੜੀ ਬਿਜਲੀ ਦੀ ਸਪਲਾਈ ਹੁੰਦੀ ਆ ਉਹ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਨਵੀਆਂ ਤੇ ਨਵੀਆਂ ਜਿਹੜੀਆਂ MC ਕਹਿੰਦੇ ਆਪਾਂ, MC ਹੁੰਦੇ ਨੇ ਇੱਥੇ ਹਰ ਕਿਸਮ ਦਾ ਜਿਹੜਾ ਲੋ ਵੋਲਟੇਜ ਅਸੀਂ ਕਹਿੰਦੇ ਹਾਂ ਮੈਕਸੀਮਮ 690 ਵੋਲਟ ਤੱਕ ਉਹ ਜਿਹੜੇ ਇਕਵਿਪਮੈਂਟ ਨੇ ਇੱਥੇ ਪਏ ਨੇ। ਕਿਉਂਕਿ ਇਹ 690 ਵੋਲਟ ਸਪਲਾਈ ਉਹ ਹੈ ਜਿੱਥੇ ਤੱਕ ਲੋਕ ਇਹਨੂੰ ਸਿੱਧਾ ਫੇਸ ਕਰਦੇ ਨੇ। ਇਸ ਤੋਂ ਜਿਹੜੀ ਅੱਗੇ ਮੀਡੀਅਮ ਵੋਲਟੇਜ ਹੈ ਉਹਦੇ ਫਿਰ ਅਸੀਂ ਨੇੜੇ ਜਾਣ ਦੀ ਪੋਜੀਸ਼ਨ 'ਚ ਨਹੀਂ ਰਹਿੰਦੇ, ਉਹ 11000 ਵੋਲਟੇਜ ਚਲੀ ਜਾਂਦੀ ਹੈ। ਇੱਥੇ ਤੱਕ ਜਿਹੜੇ ਵੋਲਟੇਜ ਨੇ ਇਹਨਾਂ ਨੂੰ ਡਾਇਰੈਕਟ ਅਸੀਂ ਮਤਲਬ ਕੰਮ ਕਰਦੇ ਹਾਂ ਇਹਨਾਂ ਉੱਤੇ, ਚਾਲੂ ਲਾਈਨਾਂ 'ਤੇ ਵੀ ਬੰਦ ਲਾਈਨਾਂ 'ਤੇ ਵੀ। ਇਹ ਸਿਖਾਉਣ ਦੇ ਪਰਪਸ ਨਾਲ ਤਕਰੀਬਨ ਡੋਮੈਸਟਿਕ ਹੋ ਗਿਆ ਜਾਂ ਕਮਰਸ਼ੀਅਲ ਹੋ ਗਿਆ ਜਾਂ ਸਾਡੀ ਇੰਡਸਟਰੀਅਲ ਹੋ ਗਿਆ, ਕੋਈ ਪ੍ਰੋਡਕਟ ਐਸਾ ਨਹੀਂ ਹੈ ਇਲੈਕਟ੍ਰੀਕਲ ਦਾ ਜਿਹੜਾ ਇੱਥੇ ਸਾਡੇ ਸੁੱਚ ਗੇਅਰ 'ਚ ਸ਼ਾਮਲ ਨਾ ਕੀਤਾ ਹੋਵੇ। ਇੱਥੇ ਹਰ ਕਿਸਮ ਦਾ ਸੁੱਚ ਗੇਅਰ ਹੈ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਡੇ ਜਿਹੜੇ ਘੱਟ ਪੜ੍ਹੇ ਬੱਚੇ ਨੇ ਉਹ ਪੜ੍ਹਨ ਤੋਂ ਬੜਾ ਡਰਦੇ ਨੇ। ਉਹਨਾਂ ਦਾ ਡਰ ਖੋਲ੍ਹਣ ਦੇ ਮਕਸਦ ਨਾਲ, ਪਰ ਉਹਨਾਂ ਨੂੰ ਪੜ੍ਹਾਉਣਾ ਵੀ ਤਾਂ ਪੈਣਾ ਹੀ ਹੈ, ਪੜ੍ਹਾਏ ਬਿਨਾਂ ਤਾਂ ਗੁਜ਼ਾਰਾ ਨਹੀਂ ਹੋਏਗਾ। ਤੇ ਇੱਥੇ ਮੈਂ ਦਿਖਾਉਣਾ ਵੀ ਸਾਡੇ ਕੁਛ ਚਾਰਟ ਲੱਗੇ ਹੋਏ ਨੇ ਜੀ। ਅਸੀਂ ਬੱਚੇ ਨੂੰ ਐਂ ਕਹਿੰਦਾ ਵੀ ਤੁਸੀਂ ਡਰੋ ਨਾ, ਤੁਹਾਨੂੰ ਇੰਨਾ ਕੁ ਅਸੀਂ ਪੜ੍ਹ ਕੇ ਸੁਣਾ ਦਿੰਦੇ ਹਾਂ। ਅਤੇ ਜਦੋਂ ਅਸੀਂ ਉਹਨਾਂ ਨੂੰ ਬਾਈ ਜੀ ਚਲਾ ਕੇ ਦਿਖਾਉਂਦੇ ਹਾਂ, ਐਕਸਪਲੇਨ ਕਰਦੇ ਹਾਂ, ਉਹਨਾਂ ਦੇ ਬੱਚਿਆਂ ਦੇ ਇਕੱਲਾ ਅੱਖਰ ਯਾਦ ਹੋ ਜਾਂਦੇ। ਇਹਨਾਂ ਜਿਹੜੀ ਸੁੱਚ ਆ ਉਹ ਸਾਰਿਆਂ ਨੂੰ ਪੁਰਾਣੀ ਕਿਹੜੀ ਆ ਜਿਹੜੀ ਪਹਿਲੇ ਸਮੇਂ ਦੇ ਵਿੱਚ ਲੱਗਦੀ ਸੀਗੀ ਆਪਣੀ, ਕਿੱਥੇ ਲੱਗਦੀ ਸੀਗੀ ਉਹ? ਨਹੀਂ, ਇਹ ਜਿਹੜੀਆਂ ਸਾਡੀਆਂ ਸੁੱਚਾਂ ਨੇ ਇਹ ਅੱਜ ਵੀ ਐਵੇਂ ਜਿਵੇਂ ਵਰਕਿੰਗ 'ਚ ਆਉਂਦੀਆਂ ਨੇ। ਇਹ ਬੇਸ਼ੱਕ ਕੁਛ ਪੁਰਾਣੀਆਂ ਵੀ ਇੱਥੇ ਹੈਗੀਆਂ ਨੇ, ਪਰ ਜੇ ਮੈਂ ਕਹਾਂ ਵੀ ਇਹਨਾਂ 'ਚ ਕੋਈ ਬੰਦ ਹੋ ਗਈ, ਕੋਈ ਬੰਦ ਨਹੀਂ ਹੋਈ। ਬੰਦ ਨਹੀਂ ਕਿ ਜਿਹੜੀਆਂ ਸ਼ੁਰੂ ਦੇ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ ਜਿਹੜੀਆਂ ਦੇ ਜਗ੍ਹਾ 'ਤੇ ਹੁਣ ਛੋਟੀਆਂ ਸੁੱਚਾਂ ਆ ਗਈਆਂ, ਉਹ ਸੁੱਚਾਂ ਕਿਹੜੀਆਂ ਨੇ? ਉਹ ਸੁੱਚਾਂ ਇਹ ਦੇਖੋ ਤੁਸੀਂ ਇੱਧਰ ਫਿਊਜ਼ ਵਾਲੀਆਂ ਸੁੱਚਾਂ ਨੇ, ਇਹ ਬੜੀ ਥੋੜ੍ਹੀ ਜਿਹੀ ਖਸਤਾ ਜੀ ਹਾਲਤ ਸੁੱਚ ਲੱਗੀ ਹੋਈ ਹੈ ਤੇ ਇਹ ਬੜੀਆਂ ਪੁਰਾਣੀਆਂ ਸੁੱਚਾਂ ਨੇ। ਪਰੰਤੂ ਹੁਣ ਇਹਨਾਂ ਦਾ ਜਿਹੜਾ ਜ਼ਮਾਨਾ ਸੀ ਇਹ ਚਲਾ ਗਿਆ। ਹੁਣ ਨਵੇਂ ਮਾਡਲ ਦੀਆਂ ਸੁੱਚਾਂ ਆ ਗਈਆਂ ਨੇ ਤੇ ਨਵੇਂ ਮਾਡਲ ਦੇ ਬ੍ਰੇਕਰ ਆ ਗਏ ਨੇ। ਇਹ ਜਿਹੜੀਆਂ ਟਾਈਮ ਬਾਈ ਟਾਈਮ ਐਬਸੋਲੂਟ ਹੋਈ ਜਾਂਦੀਆਂ ਨੇ, ਹਾਲਾਂਕਿ ਵਾਲੇ ਬਹੁਤ ਸਾਰੇ ਲੋਕ ਨੇ ਇਹਨਾਂ ਨੂੰ ਹਲੇ ਵੀ ਵਰਤੋਂ 'ਚ ਲਈ ਜਾਂਦੇ ਨੇ ਜੀ। ਤੇ ਬਿਜਲੀ ਦਾ ਜਿਹੜਾ ਸਮਾਨ ਹੈ ਇਹ ਕਦੇ ਲਾਈਨ ਤੋਂ ਬਾਹਰ ਨਹੀਂ ਹੁੰਦਾ। ਹਾਂ, ਇਹ ਹੈ ਵੀ ਜਿਹੜਾ ਨਵੇਂ ਮਾਡਲ ਦਾ ਸਮਾਨ ਆਉਂਦਾ ਜੀ ਉਹਦੇ ਵਿੱਚ ਖਤਰਿਆਂ ਦੀਆਂ ਸੰਭਾਵਨਾਵਾਂ ਘਟਦੀਆਂ ਨੇ ਜੀ। ਕੋਈ ਬਿਜਲੀ ਚਲਾਉਣ 'ਚ ਫਰਕ ਨਹੀਂ ਪਿਆ। ਜੇ ਅਸੀਂ ਕਹੀਏ ਵੀ ਪੁਰਾਣੀ ਸੁੱਚ ਘੱਟ ਬਿਜਲੀ ਚਲਾਉਂਦੀ ਤੀ, ਨਵੀਂ ਵਾਲੀ ਵੱਧ ਚਲਾਊ, ਨਹੀਂ, ਐਸਾ ਕੁਛ ਨਹੀਂ ਹੈ। ਇਹ ਜਿਹੜੇ ਰਿਸਕ ਫੈਕਟਰ ਨੇ ਉਹ ਕਵਰ ਕੀਤੇ ਜਾ ਰਹੇ ਨੇ। ਅਕਸਰ ਆਪਾਂ ਸੜਕ ਦੇ ਉੱਤੇ ਜਿਹੜੀਆਂ ਲੱਗੀਆਂ ਬੱਤੀਆਂ ਦੇਖਦੇ ਆ ਤਾਂ ਹਰੇਕ ਬੰਦਾ ਦੇਖ ਕੇ ਬੱਤੀਆਂ ਨੂੰ ਕੋਈ ਗਾਲਾਂ ਵੀ ਕੱਢਦੇ, ਪਰ ਹੁੰਦੀ ਆਪਣੀ ਸੇਫਟੀ ਲਈ ਨੇ। ਉਹਨਾਂ ਦਾ ਪ੍ਰੋਜੈਕਟ ਵੀ ਜਿਹੜਾ ਉਹ ਵੀ ਤਿਆਰ ਕੀਤਾ ਇਹਨਾਂ ਨੇ ਵੀ ਉਹ ਕਿਵੇਂ ਕੰਮ ਕਰਦੀਆਂ ਨੇ। ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਟੇਬਲ ਦੇ ਉੱਤੇ ਜਿਹੜਾ ਚਰਸਤਾ ਬਣਾਇਆ ਗਿਆ ਉਹਦੇ ਚਾਰੇ ਪਾਸੇ ਜਿਹੜੀਆਂ ਉਹ ਬੱਤੀਆਂ ਲਗਾਈਆਂ ਗਈਆਂ ਨੇ। ਉਹ ਸਾਨੂੰ ਦੱਸਣਗੇ ਹੁਣ ਇਹ ਕਿਵੇਂ ਵਰਕ ਕਰਦੀਆਂ ਸੀਗੀਆਂ। ਉੱਥੇ ਜਿਹੜੀਆਂ ਆਪਾਂ ਦੇਖਦੇ ਹਾਂ ਆਟੋਮੈਟਿਕ ਜਿਹੜੀਆਂ ਲਾਈਟਾਂ ਨੇ ਵੀ ਪਿੱਛੇ ਕੋਈ ਬੰਦਾ ਬੈਠਾ ਹੋਣਾ, ਕਿਵੇਂ ਸੈਂਸਰ ਕੰਮ ਕਰਦੇ ਨੇ ਉਹ। ਨਹੀਂ, ਇਹਦੇ ਵਿੱਚ ਜਿਹੜਾ ਸ਼ੁਰੂਆਤੀ ਸਿਸਟਮ ਸੀ ਉਹ ਖਾਸਾ ਕ੍ਰਿਟੀਕਲ ਹੁੰਦਾ ਸੀ, ਪਰ ਅੱਜ ਕੱਲ੍ਹ ਇਹਨੂੰ ਕੰਪਿਊਟਰਾਈਜ਼ ਕੰਟਰੋਲ ਹੋ ਗਿਆ। ਆਹ ਜਿਹੜਾ ਸੈਟਅਪ ਤੁਸੀਂ ਦੇਖ ਰਹੇ ਹੋ ਇਹ ਕੰਪਿਊਟਰਾਈਜ਼ ਕੰਟਰੋਲ ਦਾ ਹੀ ਹੈ। ਇੱਥੇ ਸਾਡਾ ਇਹਨਾਂ ਨੂੰ ਦਿਖਾਉਣ ਦਾ ਮਕਸਦ ਹੈ ਜਿਹੜੇ ਸਾਡੇ ਬੱਚੇ ਨੇ, ਅਸੀਂ ਉਹਨਾਂ ਨੂੰ ਇਹ ਦੱਸਣਾ ਹੁੰਦਾ ਹੈ ਵੀ ਰਾਤ ਦੇ ਟਾਈਮ 'ਚ ਟ੍ਰੈਫਿਕ ਦੀ ਜਿਹੜੀ ਸਥਿਤੀ ਹੈ ਵੱਖਰੀ ਹੁੰਦੀ ਹੈ, ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਥਿਤੀ ਵੱਖਰੀ ਹੁੰਦੀ ਹੈ, ਦੁਪਹਿਰ ਨੂੰ ਵੱਖਰੀ ਹੁੰਦੀ ਹੈ, ਸ਼ਾਮ ਨੂੰ ਉਸ ਤੋਂ ਵੀ ਵੱਖਰੀ ਹੁੰਦੀ ਹੈ। ਤਾਂ ਇਹ ਨਹੀਂ ਹੈ ਵੀ ਜੇ ਸਵੇਰੇ ਬੱਤੀ 60 ਸਕਿੰਟ ਲੈਂਦੀ ਹੈ, 60 ਸਕਿੰਟ ਦੀ ਰਸਤਾ ਪਾਸ ਕਰ ਰਹੀ ਹੈ ਤਾਂ ਉਹ ਦਿਨ ਦੇ ਵਿੱਚ ਵੀ 60 ਸਕਿੰਟ ਲਾਵੇ। ਅਸੀਂ ਪੀਕ ਲੋਡ ਟਾਈਮ ਖਤਮ ਹੋ ਗਿਆ ਤਾਂ ਉਹਨੂੰ 60 ਤੋਂ ਘੱਟ ਜਾਊਗੀ। ਜਾਂ ਇੱਥੇ ਇਹ ਵੀ ਪੋਸੀਬਿਲਿਟੀ ਹੁੰਦੀ ਹੈ, ਸੈਂਸਰ ਵੀ ਇਹਨੂੰ ਵਾਚ ਕਰਦੇ ਨੇ ਵੀ ਕੀ ਇਸ ਪਾਸੇ ਟ੍ਰੈਫਿਕ ਹੈ ਵੀ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜਿਹੜੀ ਪਾਸੇ ਬੱਤੀ ਹੋਈ ਆ ਉੱਧਰ ਟ੍ਰੈਫਿਕ ਤਾਂ ਕੋਈ ਹੁੰਦੀ ਹੀ ਨਹੀਂ ਅਤੇ ਬਾਕੀ ਖੜ੍ਹੇ ਝਾਕੀ ਜਾਂਦੇ ਨੇ ਵੀ, ਪਰ ਮਜਬੂਰ ਹੁੰਦੇ ਨੇ ਵੀ ਬੱਤੀ ਹੋਵੇ ਤਾਂ ਚੱਲੀਏ। ਤਾਂ ਉਸ ਪੋਜੀਸ਼ਨ ਦੇ ਵਿੱਚ ਉੱਥੇ ਸੈਂਸਰ ਵੀ ਇਹਦੇ ਨਾਲ ਲੱਗਦੇ ਨੇ। ਤਾਂ ਉਹ ਦੇਖਦੇ ਨੇ ਵੀ ਇਸ ਰੋਡ ਦੇ ਉੱਤੇ ਕੋਈ ਵੀ ਜਿਹੜੀ ਮਤਲਬ ਗੱਡੀ ਨਹੀਂ ਹੈ। ਜਦੋਂ ਕੋਈ ਗੱਡੀ ਇਹ ਹੈ ਨਹੀਂ ਤਾਂ ਉਹਨੇ ਉਸ ਰਸਤੇ ਨੂੰ ਆਪਣੇ ਆਪ ਕੈਂਸਲੇਸ਼ਨ ਮਾਰ ਕੇ ਦੂਜੇ ਪਾਸੇ ਨੂੰ ਟਾਈਮ ਦੇ ਦੇਣਾ ਹੈ। ਉਹ ਜਿਹੜੀ ਕੰਜੈਸ਼ਨ ਹੈ ਉਹਨੂੰ ਵੀ ਇਹ ਆਟੋਮੈਟਿਕ ਫਾਲੋ ਕਰਦਾ ਹੈ।
ਕਿਉਂਕਿ ਸਾਡਾ ਮਕਸਦ ਹੈ ਜਦ ਬੱਚਿਆਂ ਨੂੰ ਸਿਖਾਉਣਾ ਤਾਂ ਇੱਥੇ ਹਰ ਕਿਸਮ ਦੀ ਇਹਦੀ ਪ੍ਰੋਗਰਾਮਿੰਗ ਸਿਖਾ ਦਿੱਤੀ ਜਾਂਦੀ ਜੀ ਜੀ ਇਸ ਤੋਂ ਇਲਾਵਾ ਹੋਰ ਆਪਣੇ ਜਿਹੜੀ ਅੱਗੇ ਹੋਰ ਜਿਹੜੀਆਂ ਲੈਬ ਨੇ ਉਹ ਕਿਹੜੀਆਂ ਨੇ ਅੱਗੇ ਅਸੀਂ ਅਗਲੀ ਲੈਬ ਦੇ ਵਿੱਚ ਜਾਂਦੇ ਹਾਂ ਹੁਣ ਜੀ ਅੱਗੇ ਜਿਹੜੀ ਲੈਬ ਆ ਉਹ ਦਿਖਾਉਣੇ ਆ ਅਸੀਂ ਤੁਹਾਨੂੰ ਜਿਹੜੀ ਅਗਲੀ ਲੈਬ ਆ ਉਹਦੇ ਵਿੱਚ ਜਾਵਾਂਗੇ ਹੁਣ ਅਸੀਂ ਅਗਲੀ ਲੈਬ ਕਿਹੜੀ ਦਿਖਾਉਣ ਜਾ ਰਹੇ ਹੁਣ ਸਾਨੂੰ ਇਹ ਮੋਟਰ ਜਨਰੇਟਰ ਤੇ ਸਟਾਰਟਰਾਂ ਦੀ ਲੈਬ ਹੈ ਜੀ ਇਹ ਜਿੰਨੀ ਕਿਸਮ ਦੀ ਮੋਟਰ ਕਹਿ ਲਿਆ ਜਾਵੇ ਵੀ ਸਾਡੀ ਇੰਡਸਟਰੀ 'ਚ ਵਰਤੋਂ 'ਚ ਆਉਂਦੀ ਹੈ ਕਿਉਂਕਿ ਡੋਮੈਸਟਿਕ ਤਾਂ ਇਹਦੇ ਵਿੱਚ ਹੀ ਆ ਜਾਂਦੀ ਹੈ ਡੋਮੈਸਟਿਕ ਕਮਰਸ਼ੀਅਲ ਤਾਂ ਮੇਨ ਸਾਡਾ ਸਬਜੈਕਟ ਹੈ ਇੰਡਸਟਰੀ ਇੱਥੇ ਇੰਡਸਟਰੀ ਨਾਲ ਤਾਲੁਕਾਤ ਰੱਖਦੀਆਂ ਤੁਸੀਂ ਦੇਖ ਰਹੇ ਹੋ ਵੀ ਹਰ ਕਿਸਮ ਦੀ ਇੱਥੇ ਮੋਟਰ ਮੌਜੂਦ ਹੈ ਤੇ ਬਕਾਇਦਾ ਲਾਈਨ ਤੇ ਜੁੜੀਆਂ ਹੋਈਆਂ ਨੇ ਬਿਜਲੀ ਨਾਲ ਵੀ ਜੁੜੀਆਂ ਨੇ ਮਕੈਨੀਕਲ ਪਾਵਰ ਲਈ ਵੀ ਜੁੜੀਆਂ ਹੋਈਆਂ ਨੇ ਤੇ ਇਹ ਹਰ ਮੋਟਰ ਬੱਚਿਆਂ ਨੂੰ ਚਲਾ ਕੇ ਤੇ ਕੰਪਿਊਟਰਾਈਜ਼ ਤਰੀਕੇ ਨਾਲ ਵੀ ਇਹਨੂੰ ਕਿਸ ਤਰ੍ਹਾਂ ਕੀ ਇਹਦੇ ਕਰੈਕਟਰਸ ਹੁੰਦੇ ਨੇ ਕੀ ਇਹਦੇ ਫਰਕ ਪੈਂਦੇ ਨੇ ਉਹ ਸਾਰਾ ਕੁਛ ਇੱਥੇ ਬੱਚਿਆਂ ਨੂੰ ਨਾਲੋਂ ਨਾਲ ਦਿਖਾਇਆ ਜਾਂਦਾ ਇੱਧਰ ਹਰ ਕਿਸਮ ਦੇ ਜਨਰੇਟਰ ਨੇ ਇਹ ਵੀ ਸ਼ਾਫਟ ਤੇ ਜੁੜੇ ਹੋਏ ਨੇ ਤੇ ਸਾਹਮਣੇ ਬਲੋਰ ਐਪਲੀਕੇਸ਼ਨ ਹੈ ਤੇ ਉਹ ਵੀ ਨਾਲ ਅਟੈਚ ਹੈ ਦੇਖ ਸਕਦੇ ਹੋ ਸਟਾਰਟਰ ਪਏ ਨੇ ਸਟਾਰਟਰ ਤੁਸੀਂ ਦੇਖੋ ਜਿਹੜੇ ਪੁਰਾਣੇ ਤੇਲ ਵਾਲੇ ਸਟਾਰਟਰ ਨੇ ਖੇਤਾਂ 'ਚ ਲੱਗਦੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਜਿਹੜੇ ਕੰਪਿਊਟਰ ਸਟਾਰਟਰ ਨੇ ਉਹ ਵੀ ਇੱਥੇ ਮੌਜੂਦ ਨੇ ਪੁਰਾਣੀਆਂ ਸੁੱਚਾਂ ਵੀ ਪਈਆਂ ਜਿਹੜੀਆਂ ਅੱਗੇ ਮੋਟਰਾਂ ਦੇ ਹੁੰਦੀਆਂ ਸੀਗੀਆਂ ਪੁਰਾਣੀਆਂ ਸੁੱਚਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਹੁਣ ਸਟਾਰਟਰ ਆ ਗਏ ਤੇ ਉਹ ਤੋਂ ਇਲਾਵਾ ਜਿਹੜੇ ਜਨਰੇਟਰ ਲੱਗ ਪਏ ਨੇ ਜਿਹੜੀਆਂ ਪੁਰਾਣੀਆਂ ਆਪਣੀਆਂ ਮੋਟਰਾਂ ਹੁੰਦੀਆਂ ਸੀਗੀਆਂ ਉਹ ਵੀ ਪਈਆਂ ਨੇ ਇੱਥੇ ਅੱਜ ਵੀ ਮੌਜੂਦ ਨੇ ਆਪਣੇ ਪਹਿਲਾਂ ਕੰਮ ਇਹ ਆਉਂਦੀਆਂ ਸੀਗੀਆਂ ਹੁਣ ਤਾਂ ਕੁਈਆਂ 'ਚ ਸਿੱਟਦੇ ਸੀਗੇ ਪਹਿਲਾਂ ਹੁਣ ਤਾਂ ਸਿੱਧੀ ਸਮਰਸੀਬਲ ਸਿੱਟਦੇ ਨਹੀਂ ਉਹ ਮੋਨੋਬਲਾਕ ਮੋਟਰ ਜੀ ਜੀ ਇੱਧਰ ਸਾਰੇ ਕੰਪਿਊਟਰ ਸਟਾਰਟਰ ਲੱਗੇ ਹੋਏ ਨੇ ਸੱਜੇ ਪਾਸੇ ਮੈਂ ਚਾਹੂੰਗਾ ਦਿਖਾਣਗੇ ਇਹ ਮੋਟਰਾਂ ਦੀ ਵੱਖਰੀਆਂ ਦੀ ਵੈਰਾਈਟੀ ਕਿਉਂਕਿ ਬੱਚਿਆਂ ਦੇ ਜਦੋਂ ਸਵਾਲ ਹੁੰਦੇ ਨੇ ਨਾ ਜੀ ਤਾਂ ਇਹ ਮੰਨ ਕੇ ਚੱਲੋ ਵੀ ਕਈ ਵਾਰ ਇੱਕ ਸਵਾਲ 'ਚ ਇੱਕ ਮੋਟਰ ਖਤਮ ਹੋ ਜਾਂਦੀ ਹੈ ਜੇ ਬੱਚਿਆਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੁੰਦਾ ਤਾਂ ਸਾਨੂੰ ਖੋਲ੍ਹਣੀ ਵੀ ਪਏਗੀ ਉਧੇੜਨੇ ਵੀ ਪਏਗੀ ਕਨੈਕਸ਼ਨ ਉਹਦੇ ਡੈਮੇਜ ਵੀ ਹੋਣਗੇ ਤੇ ਕਈ ਵਾਰ ਤਾਂ ਇੱਕ ਅੱਧੀ ਮਸ਼ੀਨ ਡੈਮੇਜ ਹੋ ਜਾਂਦੀ ਹੈ ਇੱਕ ਪ੍ਰੈਕਟੀਕਲ ਦੇ ਦਰਮਿਆਨ ਇਸ ਕਰਕੇ ਇੱਕੋ ਜਿਹੀਆਂ ਮੋਟਰਾਂ ਦੀ ਕਾਫੀ ਸਾਰੀ ਵੈਰਾਈਟੀ ਰੱਖੀ ਹੋਈ ਹੈ ਹੁਣ ਜਿਹੜਾ ਆਉਣ ਵਾਲਾ ਯੁੱਗ ਹੈ ਬੈਟਰੀ ਵਹੀਕਲ ਦਾ ਉਹਦੀ ਮੋਟਰ ਵੀ ਇੱਥੇ ਮੌਜੂਦ ਹੈ ਉਹਦੀ ਮੋਟਰ ਮੈਂ ਚਾਹੂੰਗਾ ਇੱਧਰ ਦਿਖਾਣਗੇ ਪਹੀਆ ਜਿਹਾ ਦਿਖਦਾ ਟਾਇਰ ਹੈ ਇਹ ਵਰਕਿੰਗ ਦੇ ਵਿੱਚ ਹੀ ਹਾਂਜੀ ਹਾਂ ਇਹ ਸਾਨੂੰ ਚਲਾ ਕੇ ਦਿਖਾਉਣਗੇ ਜਿਹੜਾ ਇਹਨੂੰ ਜੋੜਨ ਵਾਸਤੇ ਖਾਸਾ ਟੰਟਾ ਬੰਗਾ ਕਰਨਾ ਜੀ ਹੈ ਸਹੀ ਹਾਲਤ 'ਚ ਜੀ ਅੱਛਾ ਜੀ ਹਾਂਜੀ ਇਹ ਕਹਿੰਦੇ ਜੇ ਚਲਾਉਣੀ ਪਈ ਤਾਂ ਸਾਨੂੰ ਖਾਸਾ ਕੁਝ ਕਰਨਾ ਪੈਣਾ ਪਰ ਇਹ ਚੱਲਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਆਉਣਗੀਆਂ ਸਕੂਟਰੀਆਂ ਸਾਈਕਲ ਆ ਗਏ ਪਰ ਗੱਡੀਆਂ ਨਹੀਂ ਹਲੇ ਆਈਆਂ ਆਪਣੇ ਇੱਥੇ ਜਦ ਆਉਣਗੀਆਂ ਉਹ ਜੁਗਾੜ ਇਹਨਾਂ ਨੇ ਪਹਿਲੀ ਉਹ ਤਿਆਰ ਕੀਤਾ ਹੋਇਆ ਉਹ ਬੱਚਿਆਂ ਨੂੰ ਦਿਖਾਉਂਦੇ ਨੇ ਇਹ ਤੇ ਇਸ ਤੋਂ ਇਲਾਵਾ ਜਿਹੜੀ ਕਾਫੀ ਕਿਸਮ ਦੀਆਂ ਜਿਹੜੀਆਂ ਇਹਨਾਂ ਕੋਲੇ ਉਹ ਮੋਟਰਾਂ ਵੀ ਪਈਆਂ ਨੇ ਆਪਣੇ ਜਿਹੜੀਆਂ ਅੱਗੇ ਖੇਤਾਂ 'ਚ ਹੁੰਦੀਆਂ ਸੀ ਆਮ ਆਪਾਂ ਕੰਮ ਲੈਂਦੇ ਸੀਗੇ ਉਹ ਮੋਟਰਾਂ ਹੁੰਦੀਆਂ ਸੀਗੀਆਂ ਉਹ ਸਾਰੀਆਂ ਮੋਟਰ ਇਹਨਾਂ ਕੋਲੇ ਪਈਆਂ ਨੇ ਦੇਖ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਹੁਣ ਅਸੀਂ ਅਗਲੀ ਲੈਬ ਦੇ ਵਿੱਚ ਜਾਵਾਂਗੇ ਅਗਲੀ ਲੈਬ ਦੇਖਦੇ ਹਾਂ ਹੁਣ ਸਾਡੀ ਜਿਹੜੀ ਉਹ ਕਿਹੜੀ ਹੈ ਤੇ ਉੱਥੇ ਸਾਨੂੰ ਨਵੀਂ ਚੀਜ਼ ਕੀ ਦਿਖਾਉਣ ਜਾ ਰਹੇ ਨੇ ਜਿੰਨੀਆਂ ਅਸੀਂ ਲੈਬਾਂ ਦੇਖੀਆਂ ਨੇ ਸਾਰੀਆਂ ਦੇ ਵਿੱਚ ਨਵੀਆਂ ਚੀਜ਼ਾਂ ਤੇ ਡਿਫਰੈਂਟ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਉਹ ਦਿਖਾਈਆਂ ਨੇ ਇਹਨਾਂ ਨੇ ਸਾਨੂੰ ਅਗਲੀ ਲੈਬ ਉਹ ਅਗਲੀ ਲੈਬ 'ਚ ਦੇਖਣ ਨੂੰ ਐਂ ਲੱਗਦਾ ਜਿਵੇਂ ਅਸੀਂ ਕਿਸੇ ਪਿੰਡ ਦੇ ਵਿੱਚ ਆ ਗਏ ਹੁੰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਉੱਪਰ ਦਿਖਾਓ ਜਿਹੜੀ ਲਾਈਨ ਜਾ ਰਹੀ ਆ ਇਹ ਜਿਹੜੀ ਲਾਈਨ ਜਾ ਰਹੀ ਉੱਪਰ ਤੁਸੀਂ ਇੱਥੇ ਲਾਈਨ ਲਾਈ ਵੀ ਹੈ ਸਿੱਧੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਸਪਲਾਈ ਦਿੱਤੀ ਹੁੰਦੀ ਆ ਅੱਗੇ ਉਹ ਉਸੇ ਤਰ੍ਹਾਂ ਦੀ ਲਾਈ ਗਿਆ ਤੇ ਖੁੰਝ ਦੇ ਵਿੱਚ ਇਹਦੇ ਆਪਾਂ ਕਹਿ ਦਈਏ ਇੱਕ ਟਰਾਂਸਫਾਰਮ ਵੀ ਰੱਖਿਆ ਗਿਆ ਪੂਰਾ ਇੱਥੇ ਜਿਹੜਾ ਗ੍ਰਿਡ ਆ ਉਹ ਬਣਾਇਆ ਹੋਇਆ ਗੱਲਬਾਤ ਕਰਦੇ ਇਹਦੀ ਜਿਹੜੀ ਲਾਈਨ ਆ ਉਹ ਚਾਲੂ ਹੈ ਇਹਦੇ ਵਿੱਚ ਕਿੰਨੇ ਵੋਲਟੇਜ ਸਪਲਾਈ ਚੱਲਦੀ ਹੈ ਇਹ ਜਿਹੜੀ 11000 ਵੋਲਟੇਜ ਦੀ ਲਾਈਨ ਹੈ ਜੀ ਇਹ ਜੀ ਕਿਉਂਕਿ ਇਹਨਾਂ ਨੂੰ ਦਿਖਾਉਣਾ ਲਾਈਨ ਨੂੰ ਬੜਾ ਮੁਸੀਬਤ ਵਾਲਾ ਕੰਮ ਹੈ ਜੀ ਕਿਉਂਕਿ ਕਹਿ ਲਿਆ ਜਾਵੇ ਵੀ ਇਹਦੇ ਵਿੱਚ ਤਾਂ ਕੋਈ ਜਿਹੜਾ ਇਨਸਾਨ ਹੈ ਜੇ ਕੋਈ ਝਟਕਾ ਲੱਗ ਜੇ ਤਾਂ ਮਿਲੀ ਸਕਿੰਟ ਦਾ ਝਟਕਾ ਵੀ ਨਹੀਂ ਚੱਲਣਾ ਇਹਨੇ ਚਰਚ ਬੰਦਾ ਮਾਰੇ ਜਾਊ ਤੇ ਇੱਥੇ ਬੱਚਿਆਂ ਨੂੰ ਇਹਦੇ ਉੱਤੇ ਪ੍ਰੈਕਟੀਕਲ ਕਰਾਉਣੇ ਕਾਫੀ ਔਖਾ ਕੰਮ ਹੁੰਦਾ ਪਰੰਤੂ ਅਸੀਂ ਸਾਰਾ ਸੈਟਅਪ ਉਸ ਹਿਸਾਬ ਦਾ ਬਣਾਇਆ ਹੋਇਆ ਇਹ ਲਾਈਨ ਜਦੋਂ ਵੀ ਅਸੀਂ ਬਟਨ ਦਬਦੇ ਹਾਂ ਜੀ ਤਾਂ ਗੱਲ ਕਰੀਏ ਵੀ ਅਸੀਂ ਇੱਥੋਂ ਇਹ ਬਟਨ ਪ੍ਰੈਸ ਕਰਦੇ ਹਾਂ ਤਾਂ ਇਸ ਜਗ੍ਹਾ ਤੇ ਤੁਹਾਨੂੰ ਇੱਥੇ ਵੋਲਟੇਜ ਹੁਣ ਆਉਂਦੀ ਦਿਖਾਈ ਦੇਗੀ ਤੇ ਇਹ ਦੇਖੋ ਇਹ ਜਾਂਦੀ ਹੁਣ 11000 ਵੋਲਟੇਜ ਪੂਰੇ ਹੋ ਗਏ ਉਧਰ ਬਲਬ ਚੱਲੂਗਾ ਇਹ ਸਾਨੂੰ ਦਿਖਾਉਣਗੇ ਹੁਣ ਇਹ 11000 ਵੋਲਟੇਜ ਇਸ ਟਾਈਮ ਚਾਲੂ ਹੈ ਜੀ ਤੇ ਉਧਰ ਤੁਸੀਂ ਦੂਸਰੇ ਪਾਸੇ ਦੇਖ ਸਕਦੇ ਹੋ ਟਰਾਂਸਫਾਰਮਰ ਚਾਲੂ ਹੋ ਗਿਆ ਤੇ ਉਹ ਬਲਬ ਵੀ ਚੱਲ ਰਹੇ ਨੇ ਜਿੱਥੇ ਲੜਕਾ ਖੜਾ ਤੇ ਜਦੋਂ ਅਸੀਂ ਇਹਨੂੰ ਬਿਜਲੀ ਨੂੰ ਕੰਟਰੋਲ ਕਰਦੇ ਹਾਂ ਆ ਦੇਖੋ ਇੱਥੇ ਇਹ ਸਲੋ ਹੋ ਗਏ ਕਿਉਂਕਿ ਜਦੋਂ ਕੋਈ ਨੁਕਸ ਪਾਉਣ ਦੇ ਜਾਂ ਜਿੱਥੇ ਸਾਡੇ ਸਿੱਧੇ ਬੱਚਿਆਂ ਨੇ ਇਹਨੂੰ ਫੇਸ ਕਰਨਾ ਹੈ ਉਦੋਂ ਜਿਵੇਂ ਉੱਥੇ ਤੁਸੀਂ ਦੇਖਿਆ ਸੀ ਵੀ ਇੱਕ ਲੈਵਲ ਤੱਕ ਬਿਜਲੀ ਕੁਛ ਨਹੀਂ ਕਹਿੰਦੀ
ਇਹਨੂੰ ਉਸ ਲੈਵਲ ਤੇ ਲਿਆ ਕੇ ਇਹਦੇ ਪ੍ਰੈਕਟੀਕਲ ਕਰਵਾਏ ਜਾਂਦੇ ਨੇ ਵੀ ਜੇ ਤਾਰਾਂ ਭਿੜ ਜਾਣ ਕੀ ਹੋ ਜਾਂਦਾ ਹੈ, ਵੱਡੀ ਲਾਈਨ ਕੀ ਬਿਹੇਵੀਅਰ ਕਰੂਗੀ, ਉਹ ਅਸੀਂ ਸਾਰੇ ਪ੍ਰੈਕਟੀਕਲ ਇੱਥੇ ਹੀ ਕਰਵਾ ਦਿੰਦੇ ਹਾਂ। ਜਿਹੜੇ ਇਹ ਪੁਰਜੇ ਪਏ ਨੇ ਇਹ ਕੀ ਚੀਜ਼ਾਂ ਨੇ? ਇਹ ਹੁਣ ਇਹ ਜਿਹੜੇ ਟਰਾਂਸਫਾਰਮਰ ਦੇ ਵਿੱਚ ਹੁੰਦੇ ਨੇ, ਇੱਕ ਕੀ ਸਿਸਟਮ ਆ ਜੀ ਇਹ? ਨਹੀਂ ਜੀ, ਇਹ ਸਾਰਾ 11,000 ਵੋਲਟੇਜ ਨਾਲ ਤਾਲੁਕਾਤ ਰੱਖਦਾ ਸਮਾਨ ਹੈ। ਇੱਕ ਆਮ ਕਰਕੇ ਆਪਾਂ ਕਈ ਵਾਰੀ ਕਹਿੰਦੇ ਜਦੋਂ ਮੀਂਹ ਮੂੰਹ ਪੈਂਦਾ ਹੁੰਦਾ ਹੈ, ਬਿਜਲੀ ਭੱਜ ਗਈ 2 ਦਿਨ ਨਹੀਂ ਆਉਂਦੀ, ਕਿਉਂ ਬਈ ਕੇਬਲ ਦਾ ਬਕਸਾ ਫਟ ਗਿਆ। ਲੱਗਦਾ ਵੀ ਉਹ ਕੀ ਹੁੰਦਾ ਹੈ, ਪਤਾ ਨਹੀਂ ਉਹ ਕਿਹੋ ਜਿਹਾ ਬਕਸਾ ਹੁੰਦਾ, ਉਹ ਆ ਹੁੰਦਾ ਤੇ ਇਦਾਂ ਫਟਦਾ ਜੀ। ਇਹ 11,000 ਵੋਲਟੇਜ ਦੀ ਕੇਬਲ ਦਾ ਬਕਸਾ ਜਿਹਨੂੰ ਅਸੀਂ ਕਹਿੰਦੇ ਵੀ ਫਟ ਗਿਆ, ਇਹ ਐਂ ਪੜ ਜਾਂਦਾ ਹੈ ਤੇ ਪੂਰੀ ਇੰਡਸਟਰੀ ਬੰਦ ਹੈ ਜਾਂ ਪਿੰਡਾਂ ਦੇ ਪਿੰਡ ਲਾਈਟ ਤੋਂ ਬੰਦ ਨੇ। ਇਹ ਜ਼ਿਆਦਾਤਰ ਬਰਸਾਤਾਂ 'ਚ ਬੜੀ ਮੁਸੀਬਤ ਹੁੰਦੀ ਹੈ ਇਹਨਾਂ ਦੀ। ਤੇ ਇਹ ਸੀਟੀਆਂ ਨੇ ਸਾਡੇ ਬ੍ਰੇਕਰਾਂ ਦੇ ਅੰਦਰ ਲੱਗੀਆਂ ਹੁੰਦੀਆਂ ਨੇ, ਇਹ ਪੀਟੀ ਹੈ ਇਹ ਵੀ ਅੰਦਰ ਲੱਗੀ ਹੁੰਦੀ ਹੈ ਵੋਲਟੇਜ ਮੇਜਰ ਵਾਸਤੇ। ਤੇ ਇਹ ਹਾਈ ਵੋਲਟੇਜ ਦੀ ਟਰਾਲੀ ਹੈ ਜਿਹੜੀ ਆਪਾਂ ਕਹਿੰਦੇ ਵੀ ਗ੍ਰਿਡ ਤੋਂ ਟਰਾਲੀ ਬਾਹਰ ਕਢਾ ਦੇ ਬਈ ਜੇ ਕੋਈ ਕੰਮ ਕਰਨਾ, ਤੇ ਉਹ ਟਰਾਲੀ ਹੈ। ਇਹ ਸਾਰਾ ਕੁਝ ਚਾਲੂ ਹਾਲਤ 'ਚ ਹੈ। ਇਸ ਤੋਂ ਇਲਾਵਾ ਇਹਨਾਂ ਨੇ ਪੋਸਟਰ ਦੇ ਵਿੱਚ ਵੀ ਦਿਖਾਇਆ ਗਿਆ ਸਾਨੂੰ, ਪੋਸਟਰ ਲਗਾ ਕੇ ਗ੍ਰਿਡ ਦੇ ਤੇ ਜਿਹੜੀ ਵੋਲਟੇਜ ਲੰਘਦੀ ਆ, ਤਾਰਾਂ ਕਿਵੇਂ ਹੁੰਦੀਆਂ ਨੇ, ਸਾਰਾ ਕੁਝ ਕਿਵੇਂ ਫਿੱਟ ਕੀਤਾ ਜਾਂਦਾ ਜੁਗਾੜ, ਉਹ ਸਾਰਾ ਕੁਝ ਸਾਨੂੰ ਇਹਨਾਂ ਨੇ ਪ੍ਰੈਕਟੀਕਲ ਦਿਖਾਇਆ। ਇੱਥੇ ਬੱਚਿਆਂ ਨੂੰ ਵੀ ਦੱਸਦੇ ਨੇ ਇਹ ਪੂਰਾ। ਇਸ ਤੋਂ ਇਲਾਵਾ ਅੱਗੇ ਜਿਹੜੀਆਂ ਮਸ਼ੀਨਾਂ ਨੇ ਉਹ ਸਾਨੂੰ ਦਿਖਾਉਣ ਜਾ ਰਹੇ ਨੇ, ਅੱਗੇ ਕੀ ਕੀ ਇਹਨਾਂ ਕੋਲੇ ਜਿਹੜੇ ਉਹ ਪੁਰਜੇ ਨੇ ਉਹ ਸਾਨੂੰ ਦਿਖਾ ਰਹੇ ਨੇ। ਹਰੇਕ ਬਾਰੇ ਇਹ ਸਾਨੂੰ ਡੂੰਘਾਈ ਨਾਲ ਦੱਸਦੇ ਨੇ ਕੀ ਕੀ ਹੈ। ਟਰਾਂਸਫਾਰਮਰ ਹੁੰਦੇ ਨੇ। ਹੁਣ ਬੱਚਿਆਂ ਦੇ ਕਈ ਵਾਰੀ ਦਿਲ 'ਚ ਆਉਂਦਾ, ਮੈਂ ਇੱਕ ਪਾਸੇ ਕੈਮਰਾਮੈਨ ਜੀ ਨੂੰ ਕਹੂੰਗਾ ਵੀ ਸਾਹਮਣੇ ਸਾਡਾ ਟਰਾਂਸਫਾਰਮਰ ਦਿਖਾਉਣ ਜਿਹੜਾ ਕਿ ਪਿੰਡਾਂ 'ਚ ਲੱਗਿਆ ਹੁੰਦਾ ਹੈ ਜਾਂ ਸਾਡੇ ਡੋਮੈਸਟਿਕ ਸਪਲਾਈ ਜਾਂ ਸਾਡੇ ਇੰਡਸਟਰੀ 'ਚ ਲੱਗਿਆ ਹੁੰਦਾ ਹੈ। ਇਹਦਾ ਇਹ 6 kV ਦਾ ਟਰਾਂਸਫਾਰਮਰ ਹੈ ਤੇ ਜਰਨਲੀ ਸਾਡੀ ਇੰਡਸਟਰੀ ਦੇ ਵਿੱਚ। ਹਾਂਜੀ, ਮੈਂ ਤੁਹਾਨੂੰ ਟੋਕ ਰਿਹਾ, ਇੱਕ ਥੱਲੇ ਵੀ ਦੱਸ ਦਿਓ ਜਿਹੜਾ ਤੁਸੀਂ ਅਰਥ ਮਿੱਟੀ ਦੇ ਵਿੱਚ ਰੱਖਿਆ ਹੋਇਆ, ਇਹਦਾ ਅਰਥ ਵੀ ਦੱਸ ਦਿਓ। ਇਹ ਅਰਥਿੰਗ ਸਿਸਟਮ ਹੈ ਜੀ ਇਹਦਾ, ਵੀ ਜਿਹੜਾ ਅਰਥਾਂ ਕਿਉਂ ਕਰਵਾਉਣੀਆਂ ਜ਼ਰੂਰੀ ਨੇ। ਅਸੀਂ ਲੋਕਾਂ ਨੂੰ ਆਰਟੀਕਲ ਲਿਖ ਕੇ ਵੀ ਭੇਜਦੇ ਹਾਂ ਵੀ ਭਾਈ ਅਰਥਾਂ ਜ਼ਰੂਰ ਕਰਾਓ, ਕਿਉਂਕਿ ਸਾਡੀ ਲਾਈਨ 'ਚ ਇੱਕ ਸਲੋਗਨ ਬੋਲਿਆ ਜਾਂਦਾ ਹੈ, ਅਰਥ 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 ਵਰਨਾ ਅਨਰਥ। ਜੇ ਅਰਥ ਨਹੀਂ ਹੋਏਗੀ ਤੁਹਾਡਾ ਕੁਝ ਵੀ ਬੁਰਾ ਹੋ ਸਕਦਾ ਹੈ। ਤਾਂ ਜਦ ਕਿ ਸਾਡੇ ਇਹ ਕਨਸੈਪਟ ਹੈ ਨਹੀਂ, ਇੰਨਾ ਕੋਈ ਧਿਆਨ ਨਹੀਂ ਦਿੰਦਾ ਨਾ ਚੀਜ਼ਾਂ 'ਤੇ, ਪਰ ਇਹ ਅਰਥਾਂ ਦੀ ਬਹੁਤ ਮਹੱਤਤਾ ਹੈ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਬਿਜਲੀ ਚਲਾਉਣੀ ਕੋਈ ਔਖੀ ਨਹੀਂ, ਬਿਜਲੀ ਤੋਂ ਬਚਣਾ ਔਖਾ ਹੈ। ਇਸ ਕਰਕੇ ਇਹ ਅਰਥਾਂ ਦਾ ਪ੍ਰੋਜੈਕਟ ਵੀ ਇੱਥੇ ਬੱਚਿਆਂ ਨੂੰ ਨਾਲੋਂ ਨਾਲ ਦਿਖਾਉਣਾ ਪੈਂਦਾ ਹੈ ਵੀ ਕਿਹੜੇ ਪਾਸੇ ਲਾਈ ਤੋਂ ਕੀ ਐਕਸ਼ਨ ਹੋਊਗਾ, ਕਿਹੜੇ ਪਾਸੇ ਲਾਈ ਤੋਂ ਕੀ ਐਕਸ਼ਨ ਹੋ ਜਾਊਗਾ, ਕਿਹੜੀ ਹਾਲਤ 'ਚ ਬੰਦਾ ਮਾਰਿਆ ਜਾ ਸਕਦਾ ਹੈ। ਇਹ ਟਰਾਂਸਫਾਰਮਰ ਦਾ ਅੰਦਰਲਾ ਪੋਰਸ਼ਨ ਹੈ, ਉਸੇ ਟਰਾਂਸਫਾਰਮਰ ਦਾ ਅੰਦਰਲਾ ਪਾਰਟ ਹੈ। ਕਿਉਂਕਿ ਇੱਥੇ ਜਿਹੜੇ ਇੰਜੀਨੀਅਰਿੰਗ ਦੇ ਬੱਚੇ ਨੇ ਹੁਣ ਉਹਨਾਂ ਨੇ ਡਰਾਇੰਗ 'ਤੇ ਦੇਖਿਆ ਹੁੰਦਾ ਕਿ ਘੂਘੂ ਘੰਗੜ ਜਿਹਾ ਬਣਾਇਆ ਵੀ ਬਸ ਇੰਨੇ ਕੁ ਨਾਲ ਟਰਾਂਸਫਾਰਮਰ ਬਣ ਗਿਆ, ਪਰ ਇੱਥੇ ਉਹਨੂੰ ਪ੍ਰੈਕਟੀਕਲ ਤੌਰ 'ਤੇ ਦੇਖਦੇ ਨੇ ਵੀ ਇਹ ਟਰਾਂਸਫਾਰਮਰ ਹੁੰਦਾ ਹੈ। ਇਹ ਛੋਟਾ ਹੈ ਜਿਹੜਾ? ਆਹ ਜੀ, ਹਾਂ, ਇਹ ਹੋਰ ਛੋਟਾ ਹੈ, ਇਹ ਵੱਖਰੀ ਕਿਸਮ ਦਾ। ਇਹ ਕਿੰਨੇ ਵਾਟ ਦਾ ਹੈ? ਇਹ 11,000 ਵੋਲਟੇਜ ਵਾਲਾ ਜੀ। ਇਹ 415 ਦੀਆਂ ਪੇਟੀਆਂ ਨੇ ਛੋਟੀਆਂ। ਇਹ 11,000 ਵੋਲਟੇਜ ਤੋਂ 415, ਜਾਣੀ ਕਿ ਜੋ ਟਰਾਂਸਫਾਰਮਰ ਵੱਡੀ ਲਾਈਨ 'ਤੇ ਲੱਗਦਾ ਹੈ ਇਹ ਉਹੀ ਟਰਾਂਸਫਾਰਮਰ ਹੈ, ਇਹ ਉਹਦਾ ਅੰਦਰਲਾ ਪਾਰਟ ਹੈ। ਤੇ ਇੱਥੇ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਨੇ ਹੋਰ ਬਹੁਤ ਸਾਰੇ ਕੰਪੋਨੈਂਟ ਨੇ, ਜਿਵੇਂ ਇੱਕ ਦੋ ਕੰਪੋਨੈਂਟ ਨੇ ਫਟੇ ਪਏ ਨੇ। ਅਸੀਂ ਬੱਚਿਆਂ ਨੂੰ ਇਹੀ ਦੱਸਦੇ ਵੀ ਸਪਲਾਈ ਜਦੋਂ ਵਿਗੜਦੀ ਹੈ ਜਾਂ ਕੋਈ ਸਾਡੀ ਨਲਾਇਕੀ ਹੁੰਦੀ ਹੈ ਤਾਂ ਉਹ ਐਕਸੀਡੈਂਟ ਕਿਸ ਕਦਰ ਵੱਡੇ ਹੋ ਸਕਦੇ ਨੇ। ਇਸ ਕਰਕੇ ਅਸੀਂ ਕਈ ਵਾਰੀ ਜਿਹੜੇ ਡੈਮੇਜ ਕੰਪੋਨੈਂਟ ਨੇ ਇਹ ਵੀ ਐਕਸੀਡੈਂਟ ਵਾਲੀ ਜਗ੍ਹਾ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਮੈਕਸੀਮਮ ਇਹਨੂੰ ਐਕਸਪਲੇਨ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅੱਗੇ ਜਿਹੜੀ ਲੈਬ ਆਪਣੀ ਉਹ ਕਿਹੜੀ ਆ? ਉਹ ਅੱਗੇ ਇਸ ਤੋਂ ਵੀ ਜਿਹੜੇ ਹਾਈ ਵੋਲਟੇਜ ਨੇ। ਜੀ 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 ਜੀ, ਕਿਉਂਕਿ ਇੱਥੇ 11,000 ਵੋਲਟੇਜ ਦੀ ਲੈਬ। ਜੀ ਜੀ, 11,000 ਵੋਲਟ ਤੋਂ ਵੀ ਜਿਹੜੀ ਵੱਡੀ ਆ ਲੈਬ ਉਹ ਵੀ ਇਹਨਾਂ ਕੋਲੇ ਆ। ਉਹਦੇ ਵਿੱਚ ਸਾਨੂੰ ਦਿਖਾਉਣਗੇ ਕਿ ਕਿਹੜੇ ਇਹਨਾਂ ਨੇ ਇੱਥੇ ਪੁਰਜੇ ਨੇ, ਕਹਿ ਦਈਏ ਪੈਨਲ ਰੱਖੇ ਹੋਏ ਨੇ। ਗੱਲਬਾਤ ਕਰਦੇ ਆ। ਇਹ ਜਿਹੜੀ ਮਸ਼ੀਨਰੀ ਇਹਦੇ ਵਿੱਚ ਰੱਖੀ ਹੋਈ ਇਹ ਕੀ ਚੀਜ਼ ਆ? ਸਾਨੂੰ ਪਹਿਲਾਂ ਇਹਦੇ ਬਾਰੇ ਦੱਸੋ। ਇਹਦੇ ਬਾਰੇ ਜੀ, ਇਹ ਟਰਾਂਸਫਾਰਮਰ ਦਾ ਇੱਕ ਪਾਰਟ ਹੈ, ਕ੍ਰਿਟੀਕਲ ਪਾਰਟ ਹੈ। ਜਦੋਂ ਵੀ ਇਹਦੇ ਵਿੱਚ ਨੁਕਸ ਪੈਂਦਾ ਹੈ, ਹੁਣ ਜ਼ਿਆਦਾਤਰ ਨਾ ਤਾਂ ਲੋਕਾਂ ਨੇ ਇਹਨੂੰ ਦੇਖਿਆ ਹੁੰਦਾ ਵਿੱਚੋਂ, ਨਾ ਕਿਉਂਕਿ ਦੇਖਣ ਦਾ ਵਕਤ ਨਹੀਂ ਹੁੰਦਾ। ਤੇਲ ਦੇ ਵਿੱਚ ਭਰਿਆ ਹੁੰਦਾ, ਇਹਦੇ ਵਿੱਚ ਤਕਰੀਬਨ 900 ਲੀਟਰ ਤੇਲ ਭਰਿਆ ਹੁੰਦਾ ਹੈ ਜੀ। ਤੇ ਫਿਰ ਤਾਂ ਕੋਈ ਕਾਰੀਗਰੀ ਆਉਂਦਾ ਤਾਂ ਉਹਨੇ ਕੰਮ ਕਰਕੇ ਨਿਕਲ ਜਾਣਾ, ਬਾਹਰ ਦੇਖਣ ਨੂੰ ਕੁਝ ਨਹੀਂ ਮਿਲਦਾ। ਜਦ ਕਿ ਅਸੀਂ ਬੱਚਿਆਂ ਨੂੰ ਦਿਖਾਉਂਦੇ ਵੀ ਜੇ ਇਹਦੇ ਵਿੱਚ ਨੁਕਸ ਪੈਂਦਾ ਇਹਦੇ ਵਿੱਚ ਹੁੰਦਾ ਕੀ ਹੈ ਜਾਂ ਕਿਵੇਂ ਇਹਦਾ ਨੁਕਸ ਦੂਰ ਕਰਨਾ ਹੈ, ਕੀ ਇਹਦੇ ਫਾਲਟ ਆਉਂਦੇ ਨੇ। ਇਹ ਅਸੀਂ ਬੜਾ ਮਹਿੰਗਾ ਖਰੀਦ ਕੇ ਲਿਆਏ ਸੀਗੇ ਤੇ ਅੰਦਾਜ਼ਾ ਲਓ 4.5 ਲੱਖ ਰੁਪਏ ਦਾ ਸਾਨੂੰ ਮਿਲਿਆ ਸੀ ਜੀ। ਤੇ ਇਹ ਸਿਰਫ ਦਿਖਾਉਣ ਦੇ ਪਰਪਸ ਨਾਲ, ਕਿਉਂਕਿ ਇਹ ਵਰਕਿੰਗ ਹਾਲਤ 'ਚ ਹੈ ਜੀ। ਤੇ ਆਹ ਦੇਖੋ ਇੱਥੇ ਮੈਂ ਹੱਥ ਨਾਲ ਹੈਂਡਲ ਦੇ ਰਿਹਾ ਤੇ ਉਧਰ ਜਿਹੜੇ ਲਿੰਕ ਨੇ ਤੁਹਾਨੂੰ 1 ਸਕਿੰਟ 'ਚ ਹੀ ਹਿਲਦੇ ਨਜ਼ਰ ਆਉਣਗੇ ਬਸ। ਇਹ ਬੜਾ ਤੇਜ਼ ਐਕਟ ਕਰਦੇ ਨੇ ਤੇ ਇਹ ਗ੍ਰਿਡਾਂ ਦਾ ਮਤਲਬ ਟਰਾਂਸਫਾਰਮਰ ਦਾ ਇੱਕ ਮੇਜਰ ਪਾਰਟ ਹੈ।
ਇਹਨੂੰ OLTC ਬੋਲਿਆ ਜਾਂਦਾ। ਇਹ ਜਿਹੜੀ ਲੈਬ ਹੈ ਪੂਰੀ ਦੀ ਪੂਰੀ ਇੱਥੇ 66000 ਵੋਲਟੇਜ ਦੇ ਜਿਹੜੇ ਕੰਪੋਨੈਂਟ ਨੇ ਉਹ ਇੱਥੇ ਮੌਜੂਦ ਨੇ, ਸਾਰੇ ਸਹੀ ਹਾਲਤ 'ਚ ਨੇ, ਵਰਕਿੰਗ ਕੰਡੀਸ਼ਨ 'ਚ ਨੇ। ਤੇ ਇੱਕ ਸ਼ਹਿਰ ਦੀ ਲਾ ਲਈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਿਹੜੀ ਲਾਈਟ ਸਪਲਾਈ ਹੁੰਦੀ ਆ ਉਹ ਕਿੱਡਾ ਕੁ ਗ੍ਰਿਡ ਹੁੰਦਾ, ਜਿਹੜਾ ਤਸਵੀਰਾਂ 'ਚ ਤੁਸੀਂ ਪੋਸਟਰ ਲਗਾਏ ਗਏ ਨੇ ਇਹਨਾਂ 'ਚੋਂ ਜਿਹੜਾ ਇੱਧਰ ਅਸੀਂ ਗ੍ਰਿਡ ਦੇਖ ਪਾ ਰਹੇ ਹਾਂ ਜੀ, ਆਮ ਕਰਕੇ ਕਿਸੇ ਵੀ ਜਿਹੜਾ ਸ਼ਹਿਰ ਹੈ, ਸ਼ਹਿਰ ਦੇ ਵਿੱਚ ਵੱਧ ਤੋਂ ਵੱਧ 10 ਤੋਂ 15 MVA ਲੋਡ, ਇਸ ਤੋਂ ਵੱਧ ਦਾ ਨਹੀਂ ਹੈ ਤਕਰੀਬਨ। ਤੇ ਕਿਉਂਕਿ ਗ੍ਰਿਡ ਜਿਹੜਾ ਹੈ 40 MVA ਤੱਕ ਹੁੰਦਾ। ਇੱਕ ਗ੍ਰਿਡ ਤੋਂ ਸ਼ਹਿਰ ਵੀ ਚੱਲਣਾ ਹੈ, ਬਹੁਤ ਸਾਰੇ ਪਿੰਡ ਵੀ ਚੱਲਣੇ ਨੇ, ਖੇਤਾਂ ਦੀਆਂ ਮੋਟਰਾਂ ਵੀ ਚੱਲਣੀਆਂ ਨੇ। ਤੇ ਅੱਜ ਦੀ ਤਾਰੀਖ ਦੇ ਵਿੱਚ ਬਿਜਲੀ ਦਾ ਲੋਡ ਇੰਨਾ ਵੱਧ ਗਿਆ ਵੀ ਗ੍ਰਿਡ ਐਵਰੇਜ 8 ਤੋਂ 10 ਕਿਲੋਮੀਟਰ ਦੇ ਫਾਸਲੇ 'ਤੇ ਗ੍ਰਿਡ ਮੌਜੂਦ ਨੇ, ਕਿਉਂਕਿ ਜਿਉਂ-ਜਿਉਂ ਲੋਡ ਵੱਧਦਾ ਫਿਰ ਉੱਥੇ ਗ੍ਰਿਡਾਂ ਦੀ ਜ਼ਰੂਰਤ ਪੈਂਦੀ ਹੈ। ਜੈ ਸਿੰਘ ਜੀ, ਤੁਸੀਂ ਸਾਰਾ ਕੁਝ ਸਾਨੂੰ ਦੱਸਿਆ, ਬਹੁਤ ਹੀ ਤੁਹਾਡਾ ਧੰਨਵਾਦ। ਪਰ ਤੁਸੀਂ ਇਹ ਕਰ ਰਹੇ ਹੋ ਇੱਥੇ, ਜਿਹੜਾ ਤੁਹਾਡੀ ਆਮਦਨ ਦਾ ਸਾਧਨ ਕੀ ਆ, ਉਹ ਤੁਸੀਂ ਫ੍ਰੀ ਬੱਚਿਆਂ ਨੂੰ ਪੜ੍ਹਾ ਰਹੇ ਹੋ, ਇਹ ਤੁਹਾਡਾ ਸਾਰਾ ਸਰਕਲ ਇਹ ਕਿਵੇਂ ਚੱਲਦਾ ਜੀ? ਉਹਦੇ ਵਿੱਚ ਇਹ ਹੈ ਜੀ, ਜਿਹੜਾ ਮੇਰਾ ਕਾਰੋਬਾਰ ਹੈ, ਫੈਕਟਰੀਆਂ ਨਾਲ ਮੈਂ ਤਲਕਾਤ ਰੱਖਦਾ, ਮੇਰਾ ਜਿਹੜਾ ਕਾਰੋਬਾਰ ਹੈ ਉੱਥੋਂ ਜਿੰਨਾ ਵੀ ਸਾਨੂੰ ਉੱਥੋਂ ਪ੍ਰੋਫਿਟ ਹੁੰਦਾ ਹੈ, ਜੋ ਇੱਕ ਸਾਨੂੰ ਬਾਬਾ ਨਾਨਕ ਨੇ ਕਨਸੈਪਟ ਦਿਖਾਇਆ ਵੀ 10ਵਾਂ ਦਸਵੰਧ ਕੱਢੋ, ਕਿਸੇ ਸਹੀ ਕੰਮ 'ਤੇ ਕੱਢੋ। ਤੇ ਹੁਣ ਤੁਸੀਂ ਯਕੀਨ ਮੰਨੋ ਵੀ 10ਵਾਂ ਦਸਵੰਧ ਤਾਂ ਦੂਰ ਦੀ ਗੱਲ, ਅਸੀਂ 10ਵਾਂ ਦਸਵੰਧ 'ਤੇ ਗੁਜ਼ਾਰਾ ਕਰਦੇ ਹਾਂ, ਬਾਕੀ ਸਾਡਾ ਇਸੇ ਲੇਖੇ ਲੱਗ ਜਾਂਦਾ। ਕਿਉਂਕਿ ਜਿੰਨੇ ਬੱਚੇ ਆਉਂਦੇ ਨੇ ਬਹੁਤ ਗਰੀਬ ਨੇ, ਦੂਰੋਂ ਆਉਂਦੇ ਨੇ, ਖਰਚਾ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਬੱਚਿਆਂ ਨੂੰ ਇੱਕ ਕਹਿੰਦੇ ਵੀ ਤੁਹਾਨੂੰ ਕੰਮ ਵੀ ਸਿਖਾਵਾਂਗੇ, ਤੁਸੀਂ ਜਿਹੜੀ ਕੋਈ ਰੋਟੀ ਪਾਣੀ ਹੈ ਉਹ ਵੀ ਸੰਸਥਾ ਵੱਲੋਂ ਮਿਲੂ, ਕੋਈ ਦਵਾਈ ਬੂਟੀ ਹੈ ਉਹ ਵੀ ਸੰਸਥਾ ਵੱਲੋਂ ਮਿਲੂ, ਪਰ ਕੁਛ ਸਿੱਖ ਕੇ ਬਣ ਜਾਓ। ਤਾਂ ਕਿ ਜੇ ਅਸੀਂ ਇਹ ਜਿਹੜੇ ਬੱਚੇ ਨੇ ਘੱਟ ਪੜ੍ਹੇ ਹੋਏ ਨੇ, ਅਨਸਕਿਲਡ ਬੱਚੇ ਨੇ, ਜੇ ਇਹਨਾਂ ਨੂੰ ਨਾ ਸੰਭਾਲਿਆ ਤਾਂ ਇਹ ਬੱਚੇ ਸਾਡੇ ਪੈਰਾਂ 'ਚ ਫਿਰ ਅਰੋੜਿਆਂ ਵਾਂਗੂ ਵੱਜਣਗੇ। ਤੇ ਜੇ ਅਸੀਂ ਇਹਨਾਂ ਨੂੰ ਮਾੜਾ ਜਿਹਾ ਤਰਾਸ਼ ਲਈਏ ਤਾਂ ਫਿਰ ਇਹੀ ਸਾਡੇ ਹੀਰੇ ਬਣ ਜਾਣਗੇ। ਬਸ ਇਹੀ ਜਿਹੜਾ ਅਸੀਂ ਬਾਬਾ ਨਾਨਕ ਦੇ ਸੰਦੇਸ਼ ਨੂੰ ਮੁੱਖ ਰੱਖ ਕੇ ਇਹ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਕੋਈ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੋਵੇ, ਜਾਂ ਕੋਈ ਇਨਾਮ ਦਿੱਤਾ ਗਿਆ ਹੋਵੇ, ਜਾਂ ਕੋਈ ਇੱਥੇ ਲੀਡਰ ਕੋਈ ਗੇੜਾ ਮਾਰਨ ਆਇਆ ਹੋਵੇ? ਤੁਸੀਂ ਜਿਹੜਾ ਬਹੁਤ ਹੀ ਜਿਹੜਾ ਆਪਾਂ ਕਹਿ ਦਈਏ ਕਿ ਨਾ ਬਹੁਤ ਵੱਡਾ ਕੰਮ ਆ ਇਹ, ਜਿਹੜਾ ਤੁਸੀਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਤੇ ਪ੍ਰੈਕਟੀਕਲ ਕਰ ਰਹੇ ਹੋ, ਤੇ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਉਹਨਾਂ ਤੋਂ ਫੀਸ ਵੀ ਲੈ ਰਹੇ, ਕੋਈ ਤੁਹਾਡੇ ਕੋਲੇ ਆਇਆ ਹੋਵੇ ਕੋਈ? ਦੇਖੋ ਜੀ, ਸਾਡੇ ਕੋਲੇ ਲੀਡਰ ਸਾਹਿਬਾਨ ਆਉਂਦੇ ਨੇ, ਤਕਰੀਬਨ ਸਾਰੀ ਪੋਲੀਟੀਕਲ ਪਾਰਟੀ ਨੇ, ਚਲੋ ਜਿਹਦਾ ਵੀ ਦੇਖਣ ਦੀ ਇੱਛਾ ਹੁੰਦੀ ਹੈ ਅਗਲਾ ਆਉਂਦਾ ਹੈ। ਅਸੀਂ ਉਹਨਾਂ ਨੂੰ ਇੱਕ ਮਕਸਦ ਨਾਲ ਬੁਲਾਉਂਦੇ ਹਾਂ ਵੀ ਤੁਹਾਡੇ ਕੋਲੇ ਸਟੇਜਾਂ ਨੇ, ਤੁਸੀਂ ਲੋਕਾਂ ਨੂੰ ਸੰਬੋਧਨ ਕਰਨਾ ਹੈ, ਘੱਟੋ ਘੱਟ ਸਾਡਾ ਸੁਨੇਹਾ ਹੀ ਉਹਨਾਂ ਤੱਕ ਪਹੁੰਚਾ ਦਿਓ ਵੀ ਉਹ ਜਿਹੜੇ ਬੱਚੇ ਨੇ ਸਾਡੇ ਕੋਲੇ ਆ ਕੇ ਇਹ ਜਿਹੜਾ ਕੁਛ ਸਿੱਖ ਸਕਣ। ਕਿਉਂਕਿ ਮੈਂ ਇੱਥੇ ਸਾਰਾ ਦਿਨ ਰਹਿਣਾ, ਸਾਡੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਮੈਂ ਬਾਹਰ ਪ੍ਰਚਾਰ ਕਰਦਾ ਤੁਰਿਆ ਫਿਰਾਂ। ਤੇ ਪਰ ਰਾਜਨੀਤਿਕ ਲੋਕਾਂ 'ਚ ਆਪਦੀ ਵੋਟ ਤੋਂ ਸਿਵਾਏ ਹੋਰ ਕੋਈ ਇੱਛਾ ਨਹੀਂ ਹੈ। ਤੇ ਰਹੀ ਗੱਲ ਮਾਨ ਸਨਮਾਨਾਂ ਦੀ, ਮੈਂ ਪਹਿਲੇ ਗੇੜ 'ਚ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਵੀ ਅਸੀਂ ਬਾਬਾ ਨਾਨਕ ਦੇ ਪੈਰੋਕਾਰ ਹਾਂ। ਬਾਬਾ ਨਾਨਕ ਨੂੰ ਕਿਸੇ ਨੇ ਸਨਮਾਨਿਤ ਨਹੀਂ ਸੀ ਕੀਤਾ, ਤੇ ਅਸੀਂ ਉਹ ਚੀਜ਼ਾਂ ਬਾਰੇ ਕਿਵੇਂ ਸੋਚ ਸਕਦੇ ਹਾਂ? ਸਨਮਾਨਿਤ ਕਰਨਾ ਕਰਾਉਣਾ ਇੱਕ ਬੇਮੈਨੀ ਗੱਲ ਹੈ, ਕੋਈ ਮਤਲਬ ਨਹੀਂ ਇਹ ਗੱਲ ਦਾ। ਜਦੋਂ ਸਾਡੇ ਬੱਚੇ ਇੰਡਸਟਰੀ 'ਚ ਜਾਂਦੇ ਨੇ, ਤੇ ਕਈ ਵਾਰ ਮੈਂ ਕੋਈ 15 ਸਾਲ ਪੁਰਾਣਾ, 20 ਸਾਲ ਪੁਰਾਣਾ ਬੱਚਾ ਜਿਹੜਾ ਕਦੇ ਇੱਥੋਂ ਸਾਡੇ ਤੋਂ ਸਿੱਖ ਕੇ ਗਿਆ, ਅਸੀਂ ਇੰਡਸਟਰੀ 'ਚ ਜਾਂਦੇ ਹਾਂ ਤਾਂ ਬੱਚੇ ਭੱਜ ਕੇ ਸਾਡੇ ਪੈਰੀਂ ਹੱਥ ਲਾਉਂਦੇ ਨੇ, ਤੇ ਸਾਡੇ ਪਛਾਣ 'ਚ ਨਹੀਂ ਆਉਂਦੇ, ਇੰਨੇ ਸਾਲ ਬਾਅਦ ਕਿੱਥੇ ਪਛਾਣ 'ਚ ਆਉਣੇ ਜੀ। ਤੇ ਉਹ ਦੱਸਦੇ ਨੇ ਸਰ ਅਸੀਂ ਤੁਹਾਡੇ ਕੋਲੋਂ ਕੰਮ ਸਿੱਖ ਕੇ ਆਏ ਤੇ। ਉਹ ਜਿਹੜੇ ਸਨਮਾਨ ਨੇ ਬਾਈ ਜੀ, ਉਹ ਸਰਕਾਰਾਂ ਦੇ ਲੈਵਲ ਦੇ ਨਹੀਂ, ਉਹ ਅਸਲ ਸਨਮਾਨ ਉਹ ਨੇ ਜਦੋਂ ਸਾਡੇ ਬੱਚੇ ਦਿੰਦੇ ਨੇ, ਜਿਹਨਾਂ ਤੋਂ ਅਸੀਂ ਸਿਖਾ ਕੇ ਭੇਜੇ ਹੈ। ਸਰਕਾਰਾਂ ਤੋਂ ਅਸੀਂ ਕੋਈ ਤਵੱਕੋ ਨਹੀਂ ਰੱਖਦੇ, ਨਾ ਸਾਨੂੰ ਕੋਈ ਸਨਮਾਨ ਵੀ ਤੁਹਾਡੇ ਪ੍ਰੈਕਟੀਕਲ ਨੇ। ਸਨਮਾਨ ਮੇਰਾ ਸਨਮਾਨ ਮੇਰੇ ਉਹ ਸ਼ਾਗਿਰਦ ਨੇ ਜਿਹੜੇ ਇੱਥੋਂ ਸਿੱਖ ਕੇ ਆਪਦੇ ਕਾਰੋਬਾਰ 'ਚ ਜਾ ਕੇ ਸੈਟਲ ਹੋ ਗਏ, ਤੇ ਉਹ ਦੁਨੀਆ ਨੂੰ ਦੱਸਦੇ ਨੇ ਵੀ ਹਾਂ ਅਸੀਂ ਉੱਥੋਂ ਕੰਮ ਸਿੱਖ ਕੇ ਆਇਆ। ਇਹ ਤੋਂ ਵੱਡਾ ਸਨਮਾਨ ਸ਼ਾਇਦ ਕੋਈ ਦੁਨੀਆ 'ਤੇ ਨਾ ਹੋ ਸਕਦਾ ਹੋਵੇ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਧੰਨਵਾਦ ਜੀ, ਸ਼ੁਕਰੀਆ। ਇਹ ਸਨ ਸਾਡੇ ਨਾਲ ਜੈ ਸਿੰਘ ਜੀ, ਜਿਨ੍ਹਾਂ ਨੇ ਕਿ ਧੂਰੀ ਦੇ ਲਵੇ ਇੱਕ ਪਿੰਡ ਆ ਕੱਕੜਵਾਲ, ਜਿੱਥੇ ਇੱਕ ਲੈਬ ਤਿਆਰ ਕੀਤੀ ਹੋਈ ਆ। ਤਾਂ ਲੈਬ ਤੁਸੀਂ ਦੇਖੀ ਆ ਹੁਣ, ਕਿੰਨਾ ਕੁਛ ਜਿਹੜਾ ਉਹਨਾਂ ਨੇ ਦਿਖਾਇਆ ਸਾਨੂੰ, ਹਰੇਕ ਚੀਜ਼ ਆ ਜਿਹੜੀ ਉਹ ਇੱਥੇ ਰੱਖੀ ਵੀ ਆ, ਮਸ਼ੀਨਾਂ ਕੀ ਇੰਜਨਾਂ ਤੋਂ ਲੈ ਕੇ ਸਾਰਾ ਕੰਮ ਆ ਉਹ ਜਿਹੜਾ ਇਹਨਾਂ ਨੇ ਇੱਥੇ ਰੱਖਿਆ ਹੋਇਆ। ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਬੱਚੇ ਜਿਹੜੇ ਆਉਂਦੇ ਨੇ ਉਹਨਾਂ ਤੋਂ ਕੋਈ ਫੀਸ ਨਹੀਂ ਲੈਂਦੇ, ਫ੍ਰੀ ਪੜ੍ਹਾਉਣੇ ਆ। ਅਸੀਂ ਵੀ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਜੇ ਕਿਸੇ ਨੇ ਪੜ੍ਹਨ ਆਉਣਾ ਹੋਵੇ ਤਾਂ ਇਹਨਾਂ ਨਾਲ ਜ਼ਰੂਰ ਆ ਜਿਹੜਾ ਉਹ ਇਹਨਾਂ ਨਾਲ ਗੱਲਬਾਤ ਕਰਨ, ਇਹਨਾਂ ਦੇ ਸੰਪਰਕ ਵਿੱਚ ਆਉਣ। ਇਹ ਇੱਥੋਂ ਕੰਮ ਵੀ ਸਿਖਾਉਂਦੇ ਨੇ ਤੇ ਪੈਸਾ ਵੀ ਨਹੀਂ ਕੋਈ ਲੈਂਦੇ, ਫ੍ਰੀ ਰਹਿਣ ਦਾ, ਫ੍ਰੀ ਖਾਣ ਪੀਣ ਦਾ ਸਾਰਾ ਕੁਝ ਕਰਦੇ ਨੇ, ਤੇ ਇਹਨਾਂ ਨੂੰ ਕੰਮ ਵੀ ਦਿੰਦੇ ਨੇ। ਇੱਥੇ ਜਿਹੜੇ ਕੋਈ ਨੌਜਵਾਨ ਇੱਛੁਕ ਹੋਵੇ ਇਹਨਾਂ ਨੂੰ ਇੱਥੇ ਤਨਖਾਹ 'ਤੇ ਰੱਖਦੇ ਵੀ ਨੇ ਤੇ ਰੁਜ਼ਗਾਰ ਵੀ ਦਿੰਦੇ ਨੇ। ਕੈਮਰਾਮੈਨ ਜੀਤੂ ਦੇ ਨਾਲ ਮੈਂ ਸੁਖਵੀਰ ਭੰਗੂ, ਧੂਰੀ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।